ਮੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 9:11 ਹੋਏ ਨੇ ਤੇ 20 ਅਕਤੂਬਰ ਦਾ ਦਿਨ ਹੈ, ਮੰਗਲਵਾਰ ਹੈ, ਵਰ੍ਹਾ 2020 ਦਾ 6 ਕੱਤਕ ਨਾਨਕ ਸੰਮਤ 552। ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ 9:10 ਤੇ ਪੰਜਾਬ ਦੇ ਝਰੋਕੇ ਚੋਂ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ। ਉਸ ਤੋਂ ਬਾਅਦ ਸਿਟੀ ਆਫ ਸਰੀ ਦੇ ਨਿਊਟਨ ਦੇ ਸਾਡੀ ਨੇਬਰਹੁੱਡ ਦੇ ਵਿੱਚ ਸਿਟੀ ਨੇ ਇੱਕ ਜ਼ਮੀਨ ਖਰੀਦੀ ਆ 7.5 ਏਕੜ। ਉਹਦੇ ਲਈ ਕੌਂਸਲਰ ਨਾਗਰਾ ਤੇ ਕੌਂਸਲਰ ਐਲਫਰਡ ਗੱਲਬਾਤ ਕਰਨਗੇ। ਦੋਨਾਂ ਨੇ ਇਸ ਤੇ ਬਹੁਤ ਕੰਮ ਕੀਤਾ, ਦੋਨੇ ਨਿਊਟਨ ਦੇ ਰਹਿਣ ਵਾਲੇ ਨੇ ਤੇ ਦੋਨਾਂ ਨੇ ਜਿਹੜੀ ਬਹੁਤ ਚਰੋਕਣੀ ਮੰਗ ਸੀ ਭਾਈਚਾਰੇ ਦੀ, ਉਸ ਤੇ ਵਾਅਦਾ ਵੀ ਸੀ ਉਹਨਾਂ ਦਾ ਕੀਤਾ ਹੋਇਆ, ਪਰ ਜ਼ਮੀਨ ਕਿਤੇ ਨਹੀਂ ਸੀ ਨਿਊਟਨ 'ਚ। ਤੇ ਇਹ ਇਸ਼ੂ ਜਦ ਸਾਹਮਣੇ ਆਇਆ ਕਿ ਰੋਨਾ ਵਾਲੇ ਆਪਣਾ ਸਟੋਰ ਵੇਚ ਰਹੇ ਨੇ ਤਾਂ ਉਸੇ ਸਮੇਂ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਤੇ ਉਹ ਗੱਲਬਾਤ ਕਰਨਗੇ। ਖਬਰਾਂ ਓਟਵਾ ਦੇ ਵਿੱਚ ਕੀ ਹੋ ਰਿਹਾ ਤੇ ਨਾਲ ਦੁਨੀਆ ਦੇ ਝਰੋਖੇ 'ਚੋਂ ਕੀ ਹੋ ਰਿਹਾ, ਇਸ ਦੇ ਨਾਲ ਅਖੀਰ ਦੇ ਵਿੱਚ ਪਿਛਲੇ ਘੰਟੇ ਦੇ ਵਿੱਚ ਸਰਕਾਰਾਂ ਆਪਣੇ ਚਹੇਤਿਆਂ ਨੂੰ ਕਿਵੇਂ ਖੁਸ਼ ਕਰਦੀਆਂ, ਇੱਥੇ ਸੂਬਾ ਸਰਕਾਰਾਂ ਕੀ ਕੰਮ ਕਰ ਸਕਦੀਆਂ ਤੇ ਕੀ ਉਹ ਕਰ ਦਿੰਦੀਆਂ, ਇਸ ਤੇ ਗੱਲਬਾਤ ਹੋਏਗੀ। ਜ਼ਮੀਨ ਖਾਸ ਤੌਰ ਤੇ ਜਿਹੜੀ ਸੂਬੇ ਦੀ ਤੁਹਾਡੀ ਮੇਰੀ ਜ਼ਮੀਨ ਜਿਹੜੀ ਵੇਚੀ ਜਾਂਦੀ ਹੈ, ਸਰਪਲਸ ਲੈਂਡ ਦਾ ਮਤਲਬ ਕੀ ਹੈ? ਸਾਰੀਆਂ ਸਰਕਾਰਾਂ ਵੇਚਦੀਆਂ, ਪਰ ਲਿਬਰਲ ਨੇ ਆਪਣੇ ਸਮੇਂ ਦੇ ਵਿੱਚ ਕਿੰਨੀ ਜ਼ਮੀਨ ਵੇਚੀ, NDP ਨੇ ਕਿੰਨੀ ਵੇਚੀ, ਇਸ ਤੇ ਗੱਲਬਾਤ ਹੋਏਗੀ। ਸਰੀ ਦੇ ਹਸਪਤਾਲ ਦੀ ਬਹੁਤ ਗੱਲ ਹੁੰਦੀ ਹੈ, ਪਰ ਜ਼ਮੀਨ ਵੇਚਣ ਦੀ ਗੱਲ ਘਟ ਜਾਂਦੀ ਹੈ। ਪਹਿਲਾਂ ਤਾਂ ਇਹ ਸੀ ਕਿ ਸਰੀ 'ਚ ਹਸਪਤਾਲ ਬਣਨਾ ਹੀ ਨਹੀਂ ਹੈ, ਜ਼ਮੀਨ ਇਹਨਾਂ ਦੇ ਨਾਂ ਨਹੀਂ, ਹੁਣ ਬਣਨਾ ਸ਼ੁਰੂ ਹੋਇਆ ਹੈ। ਹੁਣ ਇਹ ਗੱਲ ਹੋ ਰਹੀ ਹੈ ਕਿ ਬੈੱਡ ਘੱਟ ਨੇ, ਥੋੜ੍ਹਾ ਜਿਹਾ ਫਰਕ ਪਿਆ ਪਹਿਲੀ ਸਟੇਟਮੈਂਟ ਨਾਲੋਂ, ਕਿਉਂਕਿ ਸਰਕਾਰਾਂ ਦੀ ਗੱਲ, ਸਰਕਾਰਾਂ ਵੱਲੋਂ ਕਹੀ ਹੋਈ ਗੱਲ ਨੂੰ ਜਦ ਤੁਸੀਂ ਮੰਨਦੇ ਨਹੀਂ ਜਾਂ ਤੋੜ ਮਰੋੜ ਕੇ ਪੇਸ਼ ਕਰਦੇ ਹੋ, ਉਹ ਇੱਕ ਵਧੀਆ ਉਦਾਹਰਨ ਨਹੀਂ ਬਾਹਰ ਜਾਂਦੀ। ਜਿਹੜੀ ਗੱਲ ਸਹੀ ਹੈ ਉਸ ਨੂੰ ਸਹੀ ਕਹਿਣਾ ਚਾਹੀਦਾ ਹੈ। 604 204 0600 ਨੰਬਰ ਰਹੇਗਾ ਔਨ 에ਅਰ, 604 204 0600 604 729 1224। ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ, ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿੱਥੇ ਲੁਕ ਜੇ। ਜਵਾਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ, ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁਕ ਜੇ। ਇੱਕ ਗੋਤ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ, ਜੰਗ 'ਚ ਨਵੇੜਾ ਚੰਗਾ, ਜੇ ਕਲੇਸ਼ ਮੁੱਕ ਜੇ। ਉਹ 14ਵੀਂ ਦਾ ਚੰਦ ਚੰਗਾ, ਬਾਊ ਜੀ ਦਾ ਛੰਦ ਚੰਗਾ, ਆਵਦਾ ਆਨੰਦ ਚੰਗਾ, ਲਾਉਂਦੀ ਸੋਹਣੀ ਤੁੱਕ ਜੇ। ਨਹਿਰ ਨੂੰ ਬਰਮ ਚੰਗੀ, ਚਾਹ ਛਕੀ ਗਰਮ ਚੰਗੀ, ਬੇਟੀ ਨੂੰ ਸ਼ਰਮ ਚੰਗੀ, ਜੂਤ ਪੈਂਦੇ ਰਹਿਣ ਗੋਲੇ ਨੂੰ, ਗੁੜ ਚੰਗਾ ਮਹਿਰੇ ਨੂੰ, ਸੁਜਾਗ ਚੰਗਾ ਪਹਿਰੇ ਨੂੰ, ਮਸਾਲਾ ਚੰਗਾ ਟੈਰੇ ਨੂੰ, ਬਨੌਲੇ ਚੰਗੇ ਖੋਲੇ ਨੂੰ। ਨਗਰ ਆਬਾਦ ਤੇ ਕਮਾਦ ਵਿੱਚ ਖਾਦ ਚੰਗਾ, ਘਿਓ ਤੋਂ ਆਉਂਦਾ ਸਵਾਦ ਚੰਗਾ, ਗਾਲਾਂ ਦਾ ਵਿਚੋਲੇ ਨੂੰ, ਬਾਊ ਜੀ ਸਲਾਹੀ ਚੰਗਾ ਤੇ ਗੁੱਜਰ ਮਾਹੀ ਚੰਗਾ, ਅੜਬ ਸਿਪਾਹੀ ਚੰਗਾ, ਅੜਬਾਂ ਦੇ ਟੋਲੇ ਨੂੰ। ਬਾਬੂ ਰਜਬਲੀ ਜੀ ਸਾਹੋਕਿਆਂ ਵਾਲੇ ਲਿਖਦੇ ਨੇ। 24 ਘੰਟੇ 7 ਦਿਨ ਤੁਹਾਡੀ ਸੇਵਾ 'ਚ ਹਾਜ਼ਰ ਰਹਿੰਦਾ ਸ਼ੇਰੇ ਪੰਜਾਬ ਜ਼ਿੰਦਾਬਾਦ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਸੀਂ ਸ਼ਾਮਲ ਹੋ। ਪੰਜਾਬ ਨੂੰ ਚੱਲਦਿਆਂ ਪੰਜਾਬ ਦੇ ਝਰੋਖੇ 'ਚੋਂ ਨਵਕਿਰਨ ਸਿੰਘ ਪੱਤੀ ਹੋਣਾ ਨਾਲ। ਨਵਕਿਰਨ ਸਿੰਘ ਪੱਤੀ ਜੀ, ਨਿੱਘਾ ਹਾਰਦਿਕ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਚੰਡੀਗੜ੍ਹ ਦੇ ਵਿੱਚ ਸੈਸ਼ਨ ਦੇ ਵਿੱਚ ਫਿਰ ਕੀ ਹੋਇਆ, ਜਿਸ ਤਰ੍ਹਾਂ ਲੋਕ ਸੋਚਦੇ ਸੀ ਉਸ ਤਰ੍ਹਾਂ ਹੋਇਆ? ਮਤਾ ਪਾਸ ਹੋਇਆ ਜਾਂ ਨਹੀਂ ਹੋਇਆ? ਕੀ ਹੋਇਆ? ਗਿੱਲ ਸਾਹਿਬ ਦੇਖੋ, ਜਿਹੜਾ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ, ਉਹ ਸੈਸ਼ਨ ਪਹਿਲਾਂ 1 ਦਿਨ ਦਾ ਸੀ, ਫਿਰ 2 ਦਿਨ ਕੀਤਾ ਗਿਆ। ਪਹਿਲਾ ਦਿਨ ਜਿਹੜਾ ਉਹ ਸ਼ਰਧਾਂਜਲੀਆਂ ਦੇ ਰੂਪ ਦੇ ਵਿੱਚ ਲੰਘਿਆ, ਔਰ ਪਹਿਲੇ ਦਿਨ ਰੱਜ ਕੇ ਜਿਹੜੀ ਸਿਆਸੀ ਡਰਾਮੇਬਾਜ਼ੀ ਆ ਉਹ ਤਿੰਨਾਂ ਹੀ ਧਿਰਾਂ ਦੇ ਵੱਲੋਂ ਕੀਤੀ ਗਈ। ਜਿੱਥੇ ਅਕਾਲੀ ਦਲ ਵਾਲਿਆਂ ਵੱਲੋਂ ਟਰੈਕਟਰਾਂ ਦੇ ਰਾਹੀਂ ਸਿਆਸੀ ਡਰਾਮੇਬਾਜ਼ੀ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਹੀ ਗਿੱਲ ਸਾਹਿਬ ਆਮ ਆਦਮੀ ਪਾਰਟੀ ਵਾਲੇ ਸਾਰੀ ਰਾਤ ਜਿਹੜਾ ਉਹ ਪੰਜਾਬ ਵਿਧਾਨ ਸਭਾ ਦੇ ਅੰਦਰ ਹੀ ਰਹੇ। ਚੰਗੇ ਗਦੈਲਿਆਂ ਦੇ ਉੱਤੇ, ਚੰਗੇ ਸੋਫਿਆਂ ਦੇ ਉੱਤੇ, ਚੰਗੇ AC ਕਮਰਿਆਂ ਦੇ ਵਿੱਚ ਉਹਨਾਂ ਨੇ ਗਿੱਲ ਸਾਹਿਬ ਰਾਤ ਲੰਘਾਈ, ਚੰਗੇ ਸੁੱਤੇ, ਔਰ ਉਹਨੂੰ ਉਹ ਕਹਿ ਰਹੇ ਕਿ ਅਸੀਂ ਧਰਨਾ ਦਿੱਤਾ। ਵੈਸੇ ਵੀ ਗਿੱਲ ਸਾਹਿਬ ਚੰਡੀਗੜ੍ਹ ਤੋਂ ਉਹਨਾਂ ਨੂੰ ਪਤਾ ਸੀ 2 ਦਿਨ ਦਾ ਸੈਸ਼ਨ ਹੈ, ਜੇ ਉੱਥੋਂ ਉਹ ਆਉਂਦੇ, ਕੋਈ ਫਰੀਦਕੋਟ ਜਾਂਦਾ, ਕੋਈ ਇੱਧਰੋਂ ਬਰਨਾਲੇ ਆਉਂਦਾ, ਕੋਈ ਮਾਣੂ ਕੇ ਜਾਂਦਾ, ਤਾਂ ਵੀ ਉਹਨਾਂ ਨੂੰ ਜਿਹੜਾ 4-5 ਘੰਟੇ ਜਾਣ ਦਾ ਉਹ ਡੇਲੀ ਦਾ ਲੱਗਣਾ ਸੀ। ਉਹਨਾਂ ਨੇ ਚੁੱਪ ਕਰਕੇ ਉੱਥੇ
ਨਾਲੇ ਤਾਂ ਧਰਨਾ ਦਿੱਤਾ, ਨਾਲੇ ਬੱਲੇ ਬੱਲੇ ਕਰਾਈ, ਨੇ ਤਸਵੀਰਾਂ ਖਿਚਾਈਆਂ, ਨਾਲੇ ਪ੍ਰੋਟੈਸਟ ਜ਼ਾਹਰ ਕੀਤਾ ਔਰ ਮੰਗ ਕਰਦੇ ਰਹੇ ਕਿ ਸਾਨੂੰ ਜਿਹੜੀ ਆਰਡੀਨੈਂਸ ਦੀ ਕਾਪੀ ਹੈ, ਜਿਹੜਾ ਬਿੱਲ ਲਿਆਉਣਾ ਕੈਪਟਨ ਸਾਹਿਬ ਨੇ, ਉਹ ਦਿੱਤੀ ਜਾਵੇ। ਬਾਕੀ ਉਹ ਕਾਪੀ ਤਾਂ ਹੋਣੀ ਚਾਹੀਦੀ ਸੀ, ਤਾਂ ਇਕੱਠੀ ਕਿਸਾਨ ਜਥੇਬੰਦੀਆਂ ਕੋਲੇ ਵੀ ਹੋਣੀ ਚਾਹੀਦੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਹ ਕਾਪੀ ਐਨ ਮੌਕੇ ਤੱਕ ਨਹੀਂ ਦਿੱਤੀ। ਅੱਜ 10 ਵਜੇ ਤੱਕ ਵੀ ਉਹ ਕਾਪੀ, ਪੰਜਾਬ ਦੇ 115 MLA ਹਾਜ਼ਰ ਸੀ, 117 ਦੇ ਵਿੱਚੋਂ 2 MLA BJP ਨਹੀਂ ਸੀ, 10 ਵਜੇ ਤੱਕ ਵੀ ਉਹ ਕਾਪੀ ਦਿੱਤੀ ਨਹੀਂ ਸੀ ਗਈ। ਔਰ ਜਦੋਂ ਕਾਪੀ ਮਿਲ ਗਈ ਤਾਂ ਆਮ ਆਦਮੀ ਪਾਰਟੀ ਵਾਲੇ ਖੁਸ਼ ਹੋ ਗਏ। ਉਹਨਾਂ ਦਾ ਉਹ ਪ੍ਰੋਟੈਸਟ ਵੀ ਸਾਰਾ ਗਿੱਲ ਸਾਹਿਬ ਘੱਟੋ ਘੱਟ ਤਿੰਨੇ ਜਿਹੜੇ ਆਰਡੀਨੈਂਸ ਨੇ, 5 ਪੇਜ ਇੱਕ ਦੇ ਨੇ, 5 ਇੱਕ ਦੇ ਨੇ, 3 ਇੱਕ ਦੇ ਨੇ, ਇੰਨੇ ਪੇਜ ਨੇ ਜਿਹੜੇ ਉਹਨਾਂ ਨੂੰ ਨਿੱਠ ਕੇ ਪੜ੍ਹਨਾ, ਐਨਾਲਾਈਜ਼ ਕਰਨਾ, ਉਹਦੇ ਤੇ ਰਾਏ ਬਣਾਉਣੀ, ਇਹਦੇ ਲਈ ਸਮਾਂ ਚਾਹੀਦਾ। ਲੇਕਿਨ ਉੱਥੇ ਪਲਾਂ 'ਚ ਤਿੰਨੇ ਪਾਰਟੀਆਂ ਇੱਕਮਤ ਹੋ ਗਈਆਂ ਗਿੱਲ ਸਾਹਿਬ, ਔਰ ਤਿੰਨੇ ਪਾਰਟੀਆਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ, 115 MLA ਤਿੰਨੇ ਪਾਰਟੀਆਂ ਤੇ ਇਕਜੁੱਟ ਹੋਏ ਔਰ ਇਹਨਾਂ ਨੇ ਖੇਤੀ ਆਰਡੀਨੈਂਸ ਜਿਹੜੇ ਕੇਂਦਰ ਵਾਲਿਆਂ ਦੇ ਖਿਲਾਫ ਮਤਾ ਪਾਇਆ ਔਰ ਨਵੇਂ 3 ਆਰਡੀਨੈਂਸ ਨੇ ਜਿਹੜੇ ਉਹ ਉੱਥੇ ਲਾਗੂ ਕਰਤੇ। ਚੌਥਾ ਵੀ ਹੋਰ ਨਵਾਂ ਐਡ ਕਰਕੇ ਆਰਡੀਨੈਂਸ ਨੇ ਜਿਹੜੇ ਉਹ ਉੱਥੇ ਨਵੇਂ ਕਰ ਦਿੱਤੇ। ਸਰਬਸੰਮਤੀ ਨਾਲ ਪਾਸ ਕਰਨ ਤੋਂ ਬਾਅਦ ਇਹ ਗਵਰਨਰ ਕੋਲੇ ਚਲੇ ਗਏ। ਸ਼ਾਮ ਨੂੰ 4 ਵਜੇ ਗਵਰਨਰ ਸਾਹਿਬ ਨਾਲ ਮੀਟਿੰਗ ਕਰਨ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਪਾਸ ਕੀਤਾ ਜਾਵੇ। ਗਿੱਲ ਸਾਹਿਬ ਉਧਰੋਂ ਸਾਰਾ ਕਰ ਰਿਹਾ ਸੀ, ਉਦੋਂ ਕਾਂਗਰਸੀਆਂ ਨੇ ਤਿਆਰ ਕੀਤੇ ਹੋਏ ਸੀ, ਪੰਜਾਬ 'ਚ ਲੱਡੂ ਵੰਡਣ ਲੱਗ ਗਏ। ਚਲੋ ਖੇਤੀ ਆਰਡੀਨੈਂਸ ਕਹਿੰਦੇ ਰੱਦ ਹੋ ਗਏ, ਔਰ ਇਹ ਕੀ ਵਾਕਈ ਰੱਦ ਹੋ ਗਏ? ਕੀ ਹੁਣ ਅੰਦੋਲਨ ਆ ਜਿਹੜਾ ਉਹ ਖਤਮ ਹੋ ਗਿਆ? ਕੀ ਇਸ ਤਰੀਕੇ ਦੇ ਨਾਲ ਹੀ ਕਿਸੇ ਰਾਜ ਕੋਲੇ, ਕਿਸੇ ਵਿਧਾਨ ਸਭਾ ਕੋਲੇ, ਕਿਸੇ ਸੂਬੇ ਕੋਲੇ ਇਹ ਅਧਿਕਾਰ ਹੈ ਕਿ ਉਹ ਖੇਤਰ ਕੇਂਦਰ ਨੂੰ ਰੱਦ ਕਰਦੇ? ਤਾਂ ਕੀ ਇਹ ਸਿਰਫ ਇੱਕ ਸਿਆਸੀ ਜੁਮਲੇਬਾਜ਼ੀ ਹੈ? ਇੱਥੇ ਅੱਗੇ ਚੱਲ ਕੇ ਗੱਲ ਸਭ ਗੱਲ ਕਰਦੇ ਹਾਂ ਜੀ। ਅੱਛਾ, ਹੁਣ ਇੱਥੋਂ ਸਾਰੀਆਂ ਪਾਰਟੀਆਂ ਆਪਣੇ ਆਪਣੇ ਦਾਅ 'ਤੇ ਬੈਠੀਆਂ, ਸਾਰੀਆਂ ਪਾਰਟੀਆਂ ਇਸ ਦੇ ਵਿੱਚ ਜਦ ਇਹ ਗੱਲ ਕਿਸੇ ਪਾਸੇ ਜਾ ਵੜੀ ਤਾਂ ਕਹਿਣਗੀਆਂ ਅਸੀਂ ਕੀਤਾ। ਕੁਛ ਤਾਂ ਵਿਰੋਧੀ ਧਿਰ ਵਾਲੇ ਬਾਹਰ ਹੀ ਬਹਿੰਦੇ ਨੇ, ਅੰਦਰ ਜਾਂਦੇ ਹੀ ਨਹੀਂ। ਕੁਝ ਅੰਦਰ ਬੈਠੇ ਨੇ, ਉਹ ਕਿਸੇ ਪਾਸੇ ਗੱਲ ਨਹੀਂ ਲਾਉਂਦੇ, ਤਣਪਤਣ ਜਿਵੇਂ ਤੁਸੀਂ ਦੱਸ ਰਹੇ ਹੋ। ਫਿਰ ਇਸ ਦੇ ਵਿੱਚੋਂ ਨੈਕਸਟ ਤੁਸੀਂ ਹੁਣ ਕੀ ਵੇਖਦੇ ਹੋ? ਉੱਧਰ ਸੰਘਰਸ਼ ਦਾ ਜਿਹੜਾ 27 ਨਵੰਬਰ ਦੀ ਗੱਲ ਦਿੱਲੀ ਦੀ ਕਹਿ ਦਿੱਤੀ ਉਹਨਾਂ ਨੇ, ਪਹੁੰਚਾਂਗੇ, ਸਾਉਣੀ ਦੀ ਫਸਲ ਵੱਢਣੀ ਹੈ, ਪਰ ਇਹਦੇ ਵਿੱਚ ਕੁਛ ਹੁਣ ਲੱਗ ਰਿਹਾ ਤੁਹਾਨੂੰ ਕਿ ਇਹ ਮੁਲਾਜ਼ੇਦਾਰੀ ਹੋਈ ਹੋਏਗੀ ਕਾਂਗਰਸ ਵੱਲੋਂ ਜਾਂ ਕੁਛ ਹੋਵੇਗਾ ਅੱਗੇ ਗਵਰਨਰ ਨੇ ਦਸਤਖਤ ਕਰਨੇ ਆ, ਚਲੋ ਉਹ ਗੱਲ ਬਾਅਦ ਦੀ ਆ, ਪਰ ਇਹ ਆਪਣੇ ਤੌਰ ਤੇ ਹੁਣ ਕੀ ਪਤਾ ਲੱਗ ਰਿਹਾ ਵੀ ਅੱਗੇ ਨੈਕਸਟ ਕਰਨਗੇ ਕੁਛ ਜਾਂ ਨਹੀਂ ਕਰਨਗੇ? ਦੇਖੋ ਗਿੱਲ ਸਾਹਿਬ, ਇਹ ਹੈ, ਇਹ ਜੋ ਹੋਇਆ ਇਹਨੂੰ ਇੱਕ ਅੰਸ਼ਿਕ ਜਿੱਤ ਦੇ ਤੌਰ ਦੇ ਉੱਤੇ ਹੀ ਦੇਖਿਆ ਜਾਣਾ ਚਾਹੀਦਾ ਕਿ ਇਹ ਇੱਕ ਮਹਿਜ਼ ਮਾਮੂਲੀ, ਜਿਵੇਂ ਆਪਾਂ ਕਹਿੰਦੇ ਹਾਂ ਕਿ ਜਿਹੜਾ ਸ਼ੇਰ ਚੋਂ ਪੂਣੀ ਕੱਤੀ ਹੈ, ਉਹਦੇ ਤੌਰ ਦੇ ਉੱਤੇ ਦੇਖਿਆ ਜਾਣਾ ਚਾਹੀਦਾ ਕਿ ਪੂਣੀ ਹੈ ਜਿਹੜੀ ਅਸੀਂ ਕੱਤ ਲਈ, ਹਜੇ ਸਿਰਫ ਤੇ ਧਾਗਾ ਚੜਿਆ ਹੈਗਾ, ਅਜੇ ਘੇਰਾ ਦੇਣਾ ਬਾਕੀ ਹੈ ਔਰ ਇਹਨੂੰ ਹੀ ਜਿੱਤ ਮੰਨ ਲੈਣਾ ਉਹ SYL ਨਹਿਰ ਵਾਲੇ ਮਸਲੇ ਵਾਲਾ ਕੰਮ ਹੋਊਗਾ। ਕਿਉਂਕਿ ਹੁਣ ਜਿਹੜਾ ਇਹ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਪਾਸ ਕੀਤਾ, ਇਹ ਅੱਗੇ ਰਾਜਪਾਲ ਸਾਹਿਬ ਕੋਲੇ ਜਾਏਗਾ। ਰਾਜਪਾਲ ਸਾਹਿਬ ਇਹਦੇ ਤੇ ਸਾਈਨ ਨਹੀਂ ਕਰਨਗੇ। ਇੱਕ ਤਾਂ ਉਹ ਭਾਰਤੀ ਜਨਤਾ ਪਾਰਟੀ ਨੂੰ ਬਿਲੋਂਗ ਕਰਦੇ ਨੇ, ਦੂਸਰਾ ਇਹ ਕਿ ਕੇਂਦਰ ਦੇ ਨਾਲ ਜੁੜਿਆ ਹੋਇਆ ਮਸਲਾ, ਕੇਂਦਰ ਦੀ ਕਿਸੇ ਚੀਜ਼ ਨੂੰ ਰੱਦ ਕਰਨਾ ਉਹਨੂੰ ਰਾਜਪਾਲ ਹੀ ਨਹੀਂ ਕਰ ਸਕਦੇ। ਰਾਜਪਾਲ ਸਾਹਿਬ ਕੋਲੇ 2 ਆਪਸ਼ਨਾਂ ਹੋਣਗੀਆਂ, ਜਾਂ ਤਾਂ ਸੁਪਰੀਮ ਕੋਰਟ ਇਹਦੀ ਲੀਗਲ ਰਾਏ ਲੈਣ ਲਈ ਭੇਜਣਗੇ ਜਾਂ ਉਹ ਰਾਸ਼ਟਰਪਤੀ ਸਾਹਿਬ ਕੋਲ ਭੇਜਣਗੇ। ਜ਼ਿਆਦਾ ਚਾਂਸ ਇਹ ਹੈ ਕਿ ਰਾਜਪਾਲ ਸਾਹਿਬ ਇਹਨੂੰ ਬਣੇ ਬਣਾਏ ਜਿਹੜਾ ਖਾਰੜਾ ਉਹਨੂੰ ਰਾਸ਼ਟਰਪਤੀ ਸਾਹਿਬ ਕੋਲ ਭੇਜ ਦੇਣਗੇ, ਫਿਰ ਇਹ ਮਸਲਾ ਰਾਸ਼ਟਰਪਤੀ ਸਾਹਿਬ ਕੋਲੇ ਰਾਸ਼ਟਰਪਤੀ ਸਾਹਿਬ ਇਹਨੂੰ ਮੁੜ ਕੇ ਕੇਂਦਰ ਕੋਲੇ ਭੇਜ ਦੇਣਗੇ। ਇਹ ਮਸਲਾ ਜਿਹੜਾ ਉਹ ਠੰਡੇ ਵਸਤੇ ਦੇ ਵਿੱਚ ਪਊਗਾ ਔਰ ਇਹ ਮਸਲਾ ਇੱਧਰੋਂ ਕਾਨੂੰਨੀ ਤੌਰ ਦੇ ਉੱਤੇ ਇਸ ਤਰੀਕੇ ਦੇ ਨਾਲ ਲੰਘੂਗਾ। ਲੇਕਿਨ ਇਹ ਇੰਨੀ ਜਿੱਤ ਜ਼ਰੂਰ ਹੈ ਕਿ ਇਹਦੇ ਨਾਲ ਕੇਂਦਰ ਨੂੰ ਇੱਕ ਸੰਕੇਤ ਜਾਂਦਾ ਹੈ ਕਿ ਜੇ ਇੱਕ ਸੂਬੇ ਦੇ 117 ਚ 115 MLA ਇਕੱਠੇ ਹੋ ਕੇ ਕਹਿੰਦੇ ਨੇ ਕਿ ਖੇਤੀ ਜਿਹੜੇ ਕਾਨੂੰਨ ਤੁਸੀਂ ਲਾਗੂ ਕੀਤੇ ਨੇ ਉਹਨਾਂ ਨੂੰ ਅਸੀਂ ਰੱਦ ਕਰਾਉਣੇ ਆ, ਉਹਦੇ ਪਿੱਛੇ ਕਿਸਾਨਾਂ ਦੀ ਐਜੀਟੇਸ਼ਨ, ਉਹਦੇ ਪਿੱਛੇ ਕਿਸਾਨਾਂ ਦਾ ਸੰਘਰਸ਼ ਹੈ ਔਰ ਕਿਸਾਨ ਸੰਘਰਸ਼ ਨੂੰ ਅੰਸ਼ਕ ਜਿੱਤ ਦੇ ਤੌਰ ਦੇ ਉੱਤੇ ਹੀ ਦੇਖੂਗਾ ਔਰ ਕਿਸਾਨਾਂ ਦਾ ਸੰਘਰਸ਼ ਜਿਉਂ ਤਿਉਂ ਪਹਿਲਾਂ ਦੀ ਤਰ੍ਹਾਂ ਜਾਰੀ ਰਹੂਗਾ। ਤੇ ਗਿੱਲ ਸਾਹਿਬ, ਗੱਲ ਇਹ ਹੈਗੀ ਕਿ ਹੁਣ ਇਸ ਮਸਲੇ ਦੇ ਵਿੱਚ ਦੇਖੋ 2 BJP ਵਾਲੇ ਨਹੀਂ ਗਏ MLA ਔਰ BJP ਚੋਂ ਅਸਤੀਫਿਆਂ ਦੀਆਂ ਝੜੀਆਂ ਲੱਗ ਰਹੀਆਂ। ਜਿਹੜੇ BJP ਵਾਲੇ ਕਹਿੰਦੇ 117 ਸੀਟਾਂ ਤੇ ਚੋਣ ਲੜਾਂਗੇ, ਮੁੱਖ ਮੰਤਰੀ ਸਾਡਾ ਹੋਊ, ਅਸੀਂ ਜਿੱਤਾਂਗੇ, ਉਹਨਾਂ ਚੋਂ ਲੋਕ ਜਿਹੜੇ ਵੱਡੇ ਅਹੁਦੇਦਾਰ ਪੰਜਾਬ ਦੇ ਉਹ ਅਸਤੀਫੇ ਦੇ ਰਹੇ ਨੇ। ਔਰ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ ਉੱਥੇ ਪਹੁੰਚਿਆ ਔਰ ਨਵਜੋਤ ਸਿੰਘ ਸਿੱਧੂ ਜਿਵੇਂ ਬੋਲਿਆ, ਉਹਨੇ ਕਿਹਾ ਕਹਿੰਦਾ ਕੇਂਦਰ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਹੈ ਜਿਹੜਾ ਅਸੀਂ ਪਾਸ ਕੀਤਾ। ਤਾਂ ਇਟ ਮੀਨਸ ਕਿ ਨਵਜੋਤ ਸਿੰਘ ਸਿੱਧੂ ਵੀ ਸ਼ਾਇਦ BJP ਤੋਂ ਕਿਨਾਰਾ ਕਰ ਗਿਆ
ਉਹਨੂੰ ਵੀ ਲੱਗਣ ਲੱਗ ਗਿਆ ਕਿ ਜੇ ਮੈਂ ਬੀਜੇਪੀ ਦੇ ਵਿੱਚ ਜੰਪ ਕਰਦਾ ਵੀ ਆ ਤਾਂ ਪੰਜਾਬ ਦੇ ਲੋਕ ਫਿਰ ਵੀ ਐਕਸੈਪਟ ਨਹੀਂ ਕਰਨਗੇ। ਸੋ ਇਹ ਪੂਰੇ ਘਟਨਾਕ੍ਰਮ ਦੇ ਵਿੱਚ, ਇਹ ਪੂਰੇ ਸਿਨੈਰੀਓ ਦੇ ਵਿੱਚੋਂ ਗਿੱਲ ਸਾਹਿਬ 2-3 ਗੱਲਾਂ ਸਾਫ਼ ਹੁੰਦੀਆਂ ਨਜ਼ਰ ਆ ਰਹੀਆਂ। ਇੱਕ ਤਾਂ ਇਹ ਕਿ ਕਿਸਾਨ ਐਜੀਟੇਸ਼ਨ ਹੈ ਜਿਹੜੀ ਉਹਦੀ ਅੰਸ਼ਕ ਜਿੱਤ ਹੈ, ਔਰ ਕਿਸਾਨ ਐਜੀਟੇਸ਼ਨ ਨੂੰ ਇਹਦੇ ਨਾਲ ਹੋਰ ਹੌਸਲਾ ਮਿਲੇ, ਹੋਰ ਹੌਸਲੇ ਦੇ ਵਿੱਚ, ਹੋਰ ਦ੍ਰਿੜਤਾ ਦੇ ਵਿੱਚ ਅੱਗੇ ਵਧੂਗੀ। ਉਹਨਾਂ ਨੂੰ ਲੱਗਦਾ ਹੈ ਕਿ ਜੇ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦਵਾ ਕੇ ਮੜਵਾ ਸਕਦੇ ਆ, ਜੇ ਕੈਪਟਨ ਅਮਰਿੰਦਰ ਸਿੰਘ ਤੋਂ ਵਿਧਾਨ ਸਭਾ ਦਾ ਸੈਸ਼ਨ ਸਦਵਾ ਸਕਦੇ ਆ, 117 ਚ 115 MLA ਦੀ ਹਾਜ਼ਰੀ ਲਵਾ ਸਕਦੇ ਆ, ਤੇ 115 MLA ਉਦੋਂ ਬਾਅਦ 4 ਵਜੇ ਸ਼ਾਮ ਨੂੰ ਉੱਠ ਕੇ ਰਾਜਪਾਲ ਸਾਹਿਬ ਕੋਲ ਜਾਣ, ਤੇ ਤਿੰਨੇ ਵਿਰੋਧੀ ਪਾਰਟੀਆਂ ਦੇ ਆਗੂ ਕੈਪਟਨ ਅਮਰਿੰਦਰ ਸਿੰਘ, ਸ਼ਰਨਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ, ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ, ਤੇ ਸਿਮਰਜੀਤ ਸਿੰਘ ਬੈਂਸ ਚੌਥੀ ਪਾਰਟੀ ਦੇ ਤੌਰ ਦੇ ਉੱਤੇ, ਔਰ ਇਕੱਠੇ ਪ੍ਰੈਸ ਕਾਨਫਰੰਸ ਕਰ ਰਹੇ ਨੇ, ਔਰ ਇਕੱਠੇ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਲਈ ਤਿਆਰ ਆ। ਪਰ ਗਿੱਲ ਸਾਹਿਬ ਉੱਥੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਥੋੜੀ ਜਿਹੜੀ ਉਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਵਾਲੀ ਗੱਲ ਵੀ ਸਾਹਮਣੇ ਆਉਂਦੀ ਹੈ। ਵਿਧਾਨ ਸਭਾ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਬੋਲ ਰਹੇ ਸੀ, ਕਹਿੰਦੇ ਵੀ ਮੇਰੀ ਨਾ ਜੇਬ 'ਚ ਅਸਤੀਫਾ ਹੈ। ਜੇ ਕਹਿੰਦੇ ਉਹ ਕਿਉਂਕਿ ਹੁਣ ਗੱਲ ਕਿਵੇਂ ਚੱਲ ਪਈ ਹੈ ਕਿ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ, ਔਰ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਖੜ ਕੇ ਕਿਹਾ ਗਿੱਲ ਸਾਹਿਬ, ਉਹ ਕਹਿੰਦਾ ਜੇ ਰਾਸ਼ਟਰਪਤੀ ਰਾਜ ਲਾਗੂ ਕਰਨ ਵਾਲੇ ਪਾਸੇ ਨੂੰ ਇਹ ਵਧਣਗੇ ਜਾਂ ਇਹ ਸਾਡੀ ਸਰਕਾਰ ਨੂੰ ਇਸ ਤਰੀਕੇ ਦੇ ਨਾਲ ਪਰੇ ਧੱਕਣਗੇ ਤਾਂ ਕਹਿੰਦਾ ਅਸਤੀਫਾ ਮੇਰੀ ਜੇਬ 'ਚ ਹੁੰਦਾ ਹੈ, ਔਰ ਮੈਂ ਉਸ ਤੋਂ ਪਹਿਲਾਂ ਅਸਤੀਫਾ ਦੇਵਾਂ ਪੰਜਾਬ ਦੇ ਲੋਕਾਂ ਦੇ ਲਈ। ਉਹ ਜੇਬ 'ਚ ਹੱਥ ਵੀ ਪਾਇਆ ਗਿੱਲ ਸਾਹਿਬ, ਜੇਬ ਖਾਲੀ ਸੀ। ਸੋ ਇਸ ਤਰੀਕੇ ਦੇ ਨਾਲ ਇਉਂ ਵੀ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਇਹਦੇ ਚੋਂ ਸਿਆਸੀ ਲਾਹਾ ਕੱਟਣ ਦੀ ਵੀ ਇੱਕ ਕਿਤੇ ਨਾ ਕਿਤੇ ਜਿਹੜੀ ਚਾਹਤ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਵੀ ਹੈ। ਔਰ ਇੱਥੋਂ ਹੁਣ ਆਮ ਆਦਮੀ ਪਾਰਟੀ ਤੇ ਅਗਲਾ ਪ੍ਰੈਸ਼ਰ ਜ਼ਰੂਰ ਬਿਲਡ ਹੋਊਗਾ ਕਿ ਪੰਜਾਬ 'ਚੋਂ ਮਤਾ ਪੈ ਗਿਆ, ਤੁਸੀਂ ਪੰਜਾਬ 'ਚ ਨਾਲ ਹੋ, ਹੁਣ ਦਿੱਲੀ 'ਚ ਪਵਾਓ ਮਤਾ। ਜੀ ਗਿੱਲ ਸਾਹਿਬ, ਅਖੀਰ ਦੇ ਵਿੱਚ ਇੱਕ ਹੋਰ ਦੱਸਿਓ ਕਿ ਕਮਲਨਾਥ ਨੇ ਆਪਣੇ ਭਾਸ਼ਣ ਦੇ ਦੌਰਾਨ ਇੱਕ ਇਸਤਰੀ ਨੂੰ ਬੜੇ ਮਾੜੇ ਸ਼ਬਦ ਵਰਤੇ ਸੀ, ਤੇ ਚਾਟੜਾ ਉਹ ਪੂਰਾ ਗਾਂਧੀ ਪਰਿਵਾਰ ਦਾ ਤੇ 1984 ਦੇ ਸਿੱਖ ਕਤਲੇਆਮ ਦੇ ਵਿੱਚ ਉਹਦੀ ਅਹਿਮ ਭੂਮਿਕਾ ਹੈ। ਉਹਦੇ ਬਾਰੇ ਰਾਹੁਲ ਗਾਂਧੀ ਨੇ ਵੀ ਕੁਝ ਕਿਹਾ, ਤੇ ਕੀ ਗੱਲ ਖੜੀ ਹੈ ਉੱਥੇ? ਉਸਨੇ ਸ਼ਬਦ ਖੈਰ ਉੱਥੇ ਇਸਤਰੀਆਂ ਦੇ ਬਾਰੇ ਅਕਸਰ ਹੀ ਉਹ ਬੋਲਦੇ ਨੇ, ਉਹਨਾਂ ਦੇ ਸਾਹਮਣੇ ਕੋਈ ਸਤਿਕਾਰ ਨਹੀਂ ਉੱਥੇ ਇਸਤਰੀ ਦਾ। ਪਰ ਕਮਲਨਾਥ ਵਾਲੇ ਬਿਆਨ ਦੇ ਉੱਪਰ ਕੀ ਗੱਲ ਕੀਤੀ ਹੁਣ ਆਪਣੇ ਨੇ ਰਾਹੁਲ ਗਾਂਧੀ ਨੇ? ਦੇਖੋ ਗਿੱਲ ਸਾਹਿਬ, ਕਮਲਨਾਥ ਦਾ ਜਿਹੜਾ ਬਿਆਨ ਆਇਆ ਉਹ ਉਸ ਵਕਤ ਆਇਆ ਜਦੋਂ ਮੱਧ ਪ੍ਰਦੇਸ਼ 'ਚ ਜਿਮਨੀ ਚੋਣਾਂ ਹੋ ਰਹੀਆਂ ਨੇ। ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਜਿਹੜੀ ਭਾਜਪਾ ਵਾਲਿਆਂ ਨੇ ਪਿਛਲੇ ਦਿਨਾਂ 'ਚ ਸਿੱਟੀ ਹੈ, ਔਰ ਮੱਧ ਪ੍ਰਦੇਸ਼ ਦੀਆਂ ਇਲੈਕਸ਼ਨ ਜਿਹੜੀਆਂ ਇਹ ਜਿਮਨੀ ਚੋਣਾਂ ਹੋਣ ਜਾ ਰਹੀਆਂ ਉਹ ਬਹੁਤ ਅਹਿਮੀਅਤ ਰੱਖਦੀਆਂ ਨੇ। ਇਹਨਾਂ ਚੋਣਾਂ ਦੇ ਦੌਰਾਨ ਜਿਹੜਾ ਕਮਲਨਾਥ ਬੋਲਿਆ, ਉਹਨੇ ਬੀਜੇਪੀ ਦੀ ਇੱਕ ਮੰਤਰੀ ਜਿਹੜੀ ਬਹੁਤ ਸਤਿਕਾਰਯੋਗ ਮੰਤਰੀ ਹੈ, ਦਲਿਤ ਭਾਈਚਾਰੇ 'ਚ ਆਉਂਦੀ ਹੈ, ਉਹਨੂੰ ਆਈਟਮ ਕਿਹਾ। ਔਰ ਉਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਕੋਲ ਇੱਕ ਗੱਲ ਤੇ ਆ ਗਈ। ਗਿੱਲ ਸਾਹਿਬ ਦੇਖੋ, ਉਹਨਾਂ ਕੋਲੇ ਪਿਛਲੇ ਸਮੇਂ ਦੇ ਵਿੱਚ ਜੋ ਘਟਨਾਕ੍ਰਮ ਹੋਇਆ ਉਹਦੇ 'ਚੋਂ ਉਹਨਾਂ ਨੂੰ ਹੁਣ ਇੱਕ ਮੁੱਦਾ ਜਿਹੜਾ ਮਿਲ ਗਿਆ, ਔਰ ਇਹ ਮੁੱਦਾ ਹਾਵੀ ਹੋ ਗਿਆ। ਹੁਣ ਕਾਂਗਰਸ ਪਾਰਟੀ ਦੇ ਲਈ ਸਿਰਦਰਦੀ ਬਣ ਗਿਆ, ਤਾਂ ਰਾਹੁਲ ਗਾਂਧੀ ਨੂੰ ਬੋਲਣਾ ਪਿਆ ਇਸ ਮਸਲੇ ਦੇ ਉੱਤੇ। ਉਹ ਕਹਿੰਦਾ ਗਲਤ ਹੈ ਜੋ ਕਮਲਨਾਥ ਨੇ ਬੋਲਿਆ, ਉਹ ਬਹੁਤ ਨਸ਼ੇਦੀ ਜਨਕ ਹੈ, ਅਜਿਹਾ ਨਹੀਂ ਬੋਲਣਾ ਚਾਹੀਦਾ, ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ। ਲੇਕਿਨ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਨਾ ਹੀ ਇਹ ਕਿਸੇ ਕਾਂਗਰਸੀ ਦੀ ਪਹਿਲੀ ਘਟਨਾ। ਇਹ ਤੋਂ ਪਹਿਲਾਂ ਕਮਲਨਾਥ ਤੋਂ ਪਹਿਲਾਂ ਕਾਂਗਰਸ ਦੇ ਦਿਗਵਿਜੇ ਸਿੰਘ ਜਿਹੜੇ ਵੱਡੇ ਲੀਡਰ ਰਹੇ ਨੇ, ਉਹ ਬਹੁਤ ਅਪਮਾਨਜਨਕ ਗੱਲਾਂ ਬੋਲਦੇ ਰਹੇ ਨੇ। ਔਰ ਸਮ੍ਰਿਤੀ ਇਰਾਨੀ ਬਾਰੇ ਕੋਈ ਕਹਿੰਦਾ ਸੀ ਕਿ ਠੁਮਕੇ ਲਾਉਣ ਵਾਲੀ ਹੁਣ ਜਿਹੜੀ ਉਹ ਰਾਜਨੀਤੀ ਦੇ ਵਿੱਚ ਆ ਗਈ। ਜਾਂ ਬਚਨ ਬਾਰੇ ਇੱਕ ਨੇ ਬੋਲਿਆ ਸੀ ਕਿ ਪੈਸੇ ਲੈ ਕੇ ਇਹ ਜਿਹੜਾ ਉਹ ਨਾਚ ਕਰਦੀ ਸੀ। ਤਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਵੱਖ-ਵੱਖ ਸਮੇਂ ਦੇ ਉੱਤੇ ਰਾਜਨੀਤਿਕ ਆਗੂਆਂ ਦੇ ਵੱਲੋਂ, ਐਮਪੀਆਂ ਦੇ ਵੱਲੋਂ ਜਿਹੜੀਆਂ ਉਹ ਔਰਤਾਂ ਨੂੰ ਕਹੀਆਂ ਜਾਂਦੀਆਂ ਰਹੀਆਂ। 2 ਵਾਰ ਤਾਂ ਸ਼ਰਦ ਯਾਦਵ ਬੋਲਿਆ ਗਿਆ, ਨਰਿੰਦਰ ਮੋਦੀ ਹੋਰਾਂ ਦੀਆਂ 2 ਰਿਕਾਰਡਿੰਗਸ ਪਈਆਂ ਨੇ ਜਿਹੜੀਆਂ ਉਹ ਔਰਤਾਂ ਦੇ ਖਿਲਾਫ ਬੋਲੇ ਨੇ। ਰੇਣੂਕਾ ਚੌਧਰੀ ਕਾਂਗਰਸ ਦੀ MP ਹੈ, ਉਹਦੇ ਖਿਲਾਫ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਲੋਕ ਸਭਾ ਦੇ ਵਿੱਚ ਖੜ ਕੇ ਕਿਹਾ ਸੀ, ਉਹਦੀ ਹਾਦਸੀ ਦੇ ਉੱਤੇ ਹੱਸਣ ਦੇ ਉੱਤੇ ਕਮੈਂਟ ਕੀਤਾ ਸੀ। ਤਾਂ ਇਹ ਬੜੀਆਂ ਗੰਭੀਰ ਗੱਲਾਂ ਨੇ ਗਿੱਲ ਸਾਹਿਬ, ਜਿੱਥੋਂ ਇਹ ਪਤਾ ਲੱਗਦਾ ਕਿ ਸਾਡੇ ਰਾਜਨੀਤਿਕ ਆਗੂ ਨੇ ਜਿਹੜੇ, ਚਾਹੇ ਉਹ MP ਨੇ, ਚਾਹੇ ਉਹ MLA ਨੇ, ਚਾਹੇ ਉਹ ਮੰਤਰੀ ਨੇ, ਉਹ ਜਿੱਥੇ ਮਰਜ਼ੀ ਪਹੁੰਚ ਜਾਣ, ਉਹ ਔਰਤਾਂ ਨੂੰ ਕਿਸ ਹੈਸੀਅਤ ਦੇ ਵਿੱਚ ਦੇਖਦੇ ਨੇ, ਇਹ ਚੀਜ਼ ਉਜਾਗਰ ਹੁੰਦੀ ਹੈ। ਸੋ ਹੁਣ ਜੇ ਰਾਹੁਲ ਗਾਂਧੀ ਨੂੰ ਬੋਲਣਾ ਪਿਆ ਕਮਲਨਾਥ ਦੇ ਮਸਲੇ ਦੇ ਉੱਤੇ, ਉਹਦੀ ਰਾਜਨੀਤਿਕ ਮਜਬੂਰੀ ਹੋ ਸਕਦੀ ਆ। ਲੇਕਿਨ ਸਵਾਲ ਇਹ ਹੈ ਕਿ ਜੋ ਕਮਲਨਾਥ ਨੇ ਕਿਹਾ ਉਹ ਮਾਫੀ ਮੰਗੇ ਜਨਤਕ ਤੌਰ ਦੇ ਉੱਤੇ। ਰਾਜਨੀਤੀ 'ਚ ਔਰਤ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੀ ਹੋਵੇ, ਪਰ ਕਿਸੇ ਔਰਤ ਪ੍ਰਤੀ ਇੱਦਾਂ ਦੀ ਸ਼ਬਦਾਵਲੀ ਹੈ ਜਿਹੜੀ ਉਹ ਲੋਕਾਂ ਨੂੰ ਐਕਸੈਪਟ ਨਹੀਂ ਕਰਨੀ ਚਾਹੀਦੀ। ਜੀ ਗੱਲ ਸਾਹਿਬ, ਧੰਨਵਾਦ। ਅੱਜ ਦੇ ਇਸ ਪੰਜਾਬ ਦੇ ਝਰੋਖੇ ਦੇ ਵਿੱਚੋਂ ਮੇਰੇ ਖਿਆਲ ਇਹੀ ਵੱਡੀਆਂ ਖਬਰਾਂ ਸੀ। ਕੱਲ੍ਹ ਨੂੰ ਫੇਰ ਸ਼ਾਮਲ ਹੁੰਦੇ ਆ 9:15 ਤੇ ਤੁਹਾਡੇ ਨਾਲ ਗੱਲਬਾਤ ਹੋਏਗੀ। ਹੋਰ ਖਬਰਾਂ ਕੱਲ੍ਹ ਨੂੰ ਜਿਹੜੀਆਂ ਲੇਟੈਸਟ ਹੋਣਗੀਆਂ ਉਸ 'ਤੇ ਗੱਲਬਾਤ ਹੋਏਗੀ। ਨਵਕੀਨ ਸਿੰਘ ਪੱਤੀ ਉਹਨਾਂ ਦੀ ਪੰਜਾਬ ਦੇ ਝਰੋਖੇ 'ਚੋਂ ਸੈਗਮੈਂਟ ਨੂੰ ਤੁਸੀਂ ਸਪੋਂਸਰ ਕਰ ਸਕਦੇ ਹੋ। 604 729 1224 6047291224 'ਤੇ ਤੁਸੀਂ
ਗੱਲਬਾਤ ਮੇਰੇ ਨਾਲ ਵੀ ਕਰ ਸਕਦੇ ਹੋ। ਪਤੀ ਜੀ ਧੰਨਵਾਦ ਬਹੁਤ ਬਹੁਤ। ਸ਼ੁਕਰੀਆ ਗਿੱਲ ਸਾਹਿਬ, ਧੰਨਵਾਦ। ਥੈਂਕ ਯੂ। ਵਾਪਸ ਆਉਂਦੇ ਹਾਂ ਜੀ ਹੁਣੇ। ਰਾਤੀ ਸਰੀ ਸਿਟੀ ਹਾਲ ਦੇ ਵਿੱਚ ਇੱਕ ਖਾਸ ਗੱਲਬਾਤ, ਖਾਸ ਇੱਕ ਮੁੱਦੇ ਤੇ ਗੱਲਬਾਤ ਵੀ ਹੋਈ ਤੇ ਇੱਕ ਐਕਸ਼ਨ ਵੀ ਹੋਇਆ। ਨਿਊਟਨ ਦੇ ਲੋਕਾਂ ਦੀ ਬੜੀ ਚਰੌਂਕਣੀ ਮੰਗ ਸੀ ਜਿਹੜੀ ਪੂਰੀ ਹੋਈ। ਉਹ ਇਹ ਸੀ ਕਿ ਨਿਊਟਨ ਦੇ ਵਿੱਚ ਇੱਕ ਰੈਕ ਸੈਂਟਰ ਦੀ ਡਿਮਾਂਡ ਸੀ ਬਹੁਤ ਚਿਰਾਂ ਦੀ। ਨਿਊਟਨ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਗਿਆ ਤੇ ਫਿਰ ਇਵੈਂਚੁਅਲੀ ਰਾਤ ਉਹ ਗੱਲਬਾਤ ਹੋਈ, ਜਿਹਦੇ ਲਈ ਕੌਂਸਲਰ ਮਨਦੀਪ ਸਿੰਘ ਨਾਗਰਾ ਤੇ ਕੌਂਸਲਰ ਐਲਫਰਡ ਮੇਰੇ ਨਾਲ ਹੁਣ ਗੱਲਬਾਤ ਕਰਨਗੇ। ਕੌਂਸਲਰ ਨਾਗਰਾ ਜੀ, ਸਵਾਗਤ ਤੁਹਾਡਾ। ਸਤਿ ਸ੍ਰੀ ਅਕਾਲ। ਗਿੱਲ ਸਾਹਿਬ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਸੋ ਜੀ, ਫਿਰ ਨਿਊਟਨ ਵਾਲਿਆਂ ਦੀ ਹੁਣ ਸੁਣੀ ਜਾ ਰਹੀ ਹੈ ਤੇ ਟਾਇਰਲੈਸਲੀ ਤੁਸੀਂ ਦੋਨੇ ਕੌਂਸਲਰਾਂ ਨੇ ਇਹਦੇ ਤੇ ਕੰਮ ਕੀਤਾ ਹੈ ਪਿਛਲੇ 2 ਸਾਲਾਂ ਤੋਂ। ਜਦ ਦੇ ਤੁਸੀਂ ਚੁਣੇ ਹੋ ਤੇ ਤੁਸੀਂ ਇਸ ਵਿਸ਼ੇ ਤੇ ਅਕਸਰ ਗੱਲ ਕਰਦੇ ਰਹੇ ਕਿ ਜ਼ਮੀਨ ਨਹੀਂ ਹੈ, ਮੈਂ ਬਣਵਾਉਣਾ ਚਾਹੁੰਦਾ, ਮੈਂ ਮਿਹਨਤ ਕਰਨੀ ਚਾਹੁੰਦਾ। 20 ਵਰ੍ਹੇ ਬਹੁਤ ਨੇ, 2 ਵਰ੍ਹਿਆਂ ਦੇ ਵਿੱਚ ਇਹ ਕੰਮ ਹੋ ਜਾਂਦੇ ਹੈ। ਸੋ ਕੀ ਇਸ ਦੇ ਬਾਰੇ ਤੁਸੀਂ ਸੁਣਨ ਵਾਲਿਆਂ ਨੂੰ, ਸ਼ੇਰੇ ਪੰਜਾਬ ਦੇ ਨੂੰ ਦੱਸਣਾ ਚਾਹੁੰਦੇ ਹੋ? ਜੀ, ਪਹਿਲੇ ਤੇ 2018 ਦੇ ਵਿੱਚ ਭਾਜੀ ਜਦੋਂ ਅਸੀਂ ਲੋਕਾਂ ਦੇ ਘਰ ਗਏ ਨਿਊਟਨ ਦੇ ਵਿੱਚ, ਕਮਿਊਨਿਟੀ ਨੂੰ ਮਿਲੇ ਕਿ ਕੀ ਡਿਮਾਂਡਸ ਹੈ ਨਿਊਟਨ ਦੇ ਲੋਕਾਂ ਦੀਆਂ, ਇੱਕ ਹੀ ਗੱਲ ਬਾਰ-ਬਾਰ ਸਾਹਮਣੇ ਆ ਰਹੀ ਸੀ ਕਿ 25 ਸਾਲ ਤੋਂ ਕੋਈ ਵੀ ਪ੍ਰੋਜੈਕਟ ਜਿਹੜਾ ਸਰੀ ਦੇ ਨਿਊਟਨ ਏਰੀਏ ਦੇ ਵਿੱਚ ਕੋਈ ਵੀ 25 ਸਾਲ ਤੋਂ ਕੋਈ ਵੱਡਾ ਪ੍ਰੋਜੈਕਟ ਨਹੀਂ ਆਇਆ। ਬਾਕੀ ਸਾਰੇ ਏਰੀਏ ਡਿਵੈਲਪ ਹੋਏ ਆ, ਉੱਥੇ ਪ੍ਰੋਪਰ ਫੈਸਿਲਿਟੀਜ਼ ਬਣੀਆਂ, ਬਟ ਨਿਊਟਨ ਨੂੰ ਨਿਗਲੈਕਟ ਕੀਤਾ ਗਿਆ ਟਾਈਮ ਟੂ ਟਾਈਮ। ਜਦੋਂ ਵੀ ਨਿਊਟਨ ਦੀ ਵਾਰੀ ਆਈ ਉਹ ਪ੍ਰੋਜੈਕਟ ਹੋਰ ਕਿਤੇ ਮੂਵ ਕੀਤੇ ਗਏ। ਸੋ ਅਸੀਂ ਪਿਛਲੇ 2 ਸਾਲ ਤੋਂ ਇੱਕ ਓਪਰਚੁਨਿਟੀ ਲੱਭ ਰਹੇ ਸੀਗੇ ਕਿ ਕੋਈ ਨਾ ਕੋਈ ਸਾਨੂੰ ਲੈਂਡ ਪਹਿਲਾਂ ਅਵੇਲੇਬਲ ਜ਼ਰੂਰ ਹੋ ਜਾਵੇ ਕਿ ਜਿੱਥੇ ਅਸੀਂ ਕੋਈ ਪ੍ਰੋਪਰ ਸਟੇਟ ਆਫ ਦਾ ਆਰਟ ਫੈਸਿਲਿਟੀ ਬਣਾ ਸਕੀਏ। ਸੋ ਸਾਨੂੰ ਇਹ ਓਪਰਚੁਨਿਟੀ ਮਿਲੀ। ਸਾਨੂੰ ਪਤਾ ਲੱਗਿਆ ਕਿ ਇੱਕ ਸਾਈਟ ਜਿਹੜੀ ਹੈ ਰੋਨਾ ਸਾਈਟ, ਜਿਹੜਾ ਪਹਿਲੇ ਕਿੰਗ ਜਾਰਜ ਤੇ ਹੁਣ ਸਟੋਰੋ ਆਲਮੋਸਟ 1 ਸਾਲ ਤੋਂ ਬੰਦ ਹੈ, 70 ਐਂਡ ਕਿੰਗ ਜਾਰਜ ਤੇ ਵੀ ਉਹ ਪ੍ਰੋਪਰਟੀ ਅਵੇਲੇਬਲ ਹੈਗੀ ਆ। ਉਹਦੇ ਤੇ ਤੁਹਾਨੂੰ ਪਤਾ ਕਿ ਬਹੁਤ ਪ੍ਰਾਈਮ ਲੋਕੇਸ਼ਨ ਆ। ਫਿਊਚਰ ਸਕਾਈ ਟ੍ਰੇਨ ਦਾ ਜਿਹੜਾ ਸਟੇਸ਼ਨ ਆ ਉਹ ਤੋਂ ਵਾਕਿੰਗ ਡਿਸਟੈਂਸ ਤੇ ਹੈਗੀ ਆ, ਟਾਊਨ ਸੈਂਟਰ ਦੇ ਵਿੱਚ ਹੈਗੀ ਆ। ਸੋ ਪਬਲਿਕ ਟਰਾਂਸਪੋਰਟ ਬਹੁਤ ਲੱਗ ਗਿਆ, ਬਹੁਤ ਪ੍ਰਾਈਮ ਲੋਕੇਸ਼ਨ ਆ। ਸੋ ਅਸੀਂ ਸੋਚਿਆ ਕਿ ਇਹ ਵਾਲੀ ਜਿਹੜੀ ਲੋਕੇਸ਼ਨ ਹੈ ਪਰਫੈਕਟ ਹੋਊਗੀ ਕਮਿਊਨਿਟੀ ਸੈਂਟਰ ਵਾਸਤੇ, ਰੈਕ ਸੈਂਟਰ ਵਾਸਤੇ। ਸੋ ਸਿਟੀ ਸਟਾਫ ਨੇ ਉਸ ਤੋਂ ਬਹੁਤ ਜ਼ਿਆਦਾ ਹਾਰਡ ਵਰਕ ਕੀਤਾ। ਤੁਹਾਨੂੰ ਪਤਾ ਕਿ ਪ੍ਰਾਈਵੇਟ ਸੈਕਟਰ ਵੀ ਬਹੁਤ ਆਪਣਾ ਸਟਰੋਂਗ ਹੈ ਤੇ ਸਰੀ ਦਾ ਰੀਅਲ estate ਦੇ ਵਿੱਚ। ਸੋ ਕਾਫੀ ਪ੍ਰਾਈਵੇਟ ਸੈਕਟਰ ਦਾ ਵੀ ਜ਼ੋਰ ਸੀ ਕਿ ਉਹ ਲੈਂਡ ਐਕਵਾਇਰ ਕਰਕੇ ਉੱਥੇ ਵੀ ਉਹ ਕੋਈ ਪ੍ਰੋਜੈਕਟ ਬਣਾਉਣ। ਬਟ ਫਾਈਨਲੀ ਸਿਟੀ ਆਫ ਸਰੀ ਨੇ ਨੈਗੋਸ਼ੀਏਟ ਕਰਕੇ ਓਨਰਸ ਦੇ ਨਾਲ ਲੈਂਡ ਐਕਵਾਇਰ ਕਰ ਲਈ ਤੇ ਰਾਤੀ ਆਫੀਸ਼ੀਅਲੀ ਮੇਅਰ ਦੇ ਸਿਗਨੇਚਰ ਹੋ ਗਏ ਆ। ਸੋ ਹੁਣ ਸਿਟੀ ਆਫ ਸਰੀ ਦੇ ਕੋਲ ਇਹ ਜਿਹੜਾ ਪਾਰਸਲ ਹੈਗਾ 7.5 ਏਕੜ ਦਾ ਸਿਟੀ ਆਫ ਸਰੀ ਓਨ ਕਰਦੀ ਹੈ। ਇੱਕ ਮਿੰਟ ਤੁਸੀਂ ਹੋਲਡ ਕਰਿਓ, ਮੇਰੇ ਨਾਲ ਕੌਂਸਲਰ ਐਲਫਰਡ ਵੀ ਨੇ, ਉਹਨਾਂ ਨੂੰ ਵੀ ਨਾਲ ਮੈਂ ਜੁਆਇਨ ਕਰ ਲਵਾਂ। ਕੌਂਸਲਰ ਐਲਫਰਡ, ਗੁੱਡ ਮਾਰਨਿੰਗ। Good morning. Morning to all your listeners. Thank you for joining us. I was talking to just other side with Councillor Nagra. So, what you can tell us about last night's hearing? Well, I was very excited about this capital purchase coming up. And to me, this is something that Newton has needed for a very, very long time. So Yes. I was very pleased to see everybody support this last night. Mm-hmm. Yeah, you were working from long time and you are very sincere advocate for Newton. So what would you like to see there on that big chunk of land? What are you thinking? I would like to see lots of stuff there. You know, it's as you have indicated. I just live up the street, and you know, we were getting tired of years and years of petty crime and prostitution in the community, and Yes. we needed a whole complete facelift. So when that land come up and we were able to grab it, I jumped right out of my skin, literally. I mean, the potential there is certainly there for us to build something, but we're going to go out to the people and ask them what they want. Do you want a state-of-the-art rec center? What do you actually want on that site? And the public's going to have a lot of input. It's very hard to predict at this time, but tentatively, what will be the timeline if when we can see this, any facility which City of Surrey or Newton neighborhood wants to be there?
So can you give us a little idea for the timeline? As fast as possible. As you're aware with this council, we've achieved some very, very huge things in a very, very short time. And this mayor, the way he operates, we move fast and we get things done fast. So I'm hoping very quickly. Any other thing you would like to say and to tell my listeners? Because I am still remember that time when that halfway house was coming at 68 and King George. How you worked very hard to stop that, but still you were not in council on that time. But still, that's part of our community. Let them be there. We can rehabilitate and we can help them. So, anything you would like to say in closing? Well, just that as you're aware, and I've stated this before, you needed somebody on council from the area before you can, reap the benefits of it. You're beginning to see that now. For years, the town center has been neglected, and the community has said that. But now that with some representation on council, you're beginning to see things happen, and now that's critical because certainly this is the heart of Surrey, as far as I'm concerned, and I'm so looking forward to the change. Councillor Alford, I say congratulations to you and thank you for your tireless work and looking forward again. Thank you. Thank you very much. Thank you. Councillor Doug Alford ਗੱਲਬਾਤ ਕਰ ਰਹੇ ਸੀ। ਨਾਗਰਾ ਜੀ, ਇਹਦੇ ਤੇ ਹੁਣ ਗੱਲਬਾਤ ਬਹੁਤ ਚੱਲਣੀ ਹੈ। ਤੁਸੀਂ ਦੋਨਾਂ ਨੇ ਕੰਮ ਕੀਤਾ, ਮੈਂ ਸਤਿਕਾਰ ਨਾਲ ਹੀ ਡੱਗ ਐਲਫਰਡ ਨੂੰ ਦੇਣਾ ਚਾਹੁੰਦਾ ਸੀ ਸਵੇਰ ਤੋਂ, ਕਿਉਂਕਿ ਉਹਨਾਂ ਨੂੰ ਵੀ ਨਾਲ ਚਾਹੀਦਾ। ਤੁਸੀਂ ਦੋਨਾਂ ਨੇ ਇਸ ਤੇ ਪਿਛਲੇ 2 ਵਰਿਆਂ ਤੋਂ ਜਦ ਵੀ ਕਿਤੇ ਆਪਣੀ ਗੱਲ ਹੋਈ, ਤੁਸੀਂ ਇਸ ਗੱਲ ਤੇ ਸਦਾ ਇਹ ਕਿਹਾ ਵੀ ਮੈਂ ਨਿਊਟਨ ਦੀ ਗੱਲ ਪੂਰੀ ਕਰਨੀ ਚਾਹੁੰਦਾ, ਪਰ ਜ਼ਮੀਨ ਕਿਤੇ ਨਹੀਂ ਸੀ, ਹੁਣ ਜ਼ਮੀਨ ਹੋ ਗਈ। ਹੁਣ ਜਿਹੜੀ ਇਹ ਕਮਿਊਨਿਟੀ ਕੰਸਲਟੇਸ਼ਨ ਜਿਹੜੀ ਸ਼ੁਰੂ ਹੋਣੀ ਹੈ, ਉਦੋਂ ਕਿੰਨਾ ਕੁ ਸਮਾਂ ਟਾਈਮ ਲਾਈਨ ਦੀ ਗੱਲ, ਜਿਸ ਤਰ੍ਹਾਂ ਡੱਗ ਐਲਫਰਡ ਦੀ ਵੀ ਤੁਸੀਂ ਸੁਣੀ ਆ, ਐਜ਼ ਸੂਨ ਐਜ਼ ਯੂ ਗਾਈਜ਼ ਕੈਨ, ਪਰ ਫਿਰ ਵੀ ਕੁਛ ਸਮਾਂ ਦੱਸ ਸਕਦੇ ਹੋ? ਜੀ ਬਿਲਕੁਲ, ਸਾਡਾ ਟਾਰਗੇਟ ਹੈਗਾ ਕਿ ਅਸੀਂ ਦਸੰਬਰ ਦੇ ਵਿੱਚ ਜਿਹੜੀਆਂ ਪਬਲਿਕ ਇੰਗੇਜਮੈਂਟ ਸਟਾਰਟ ਕਰ ਦਈਏ, ਕੰਸਲਟੇਸ਼ਨਸ ਹੋਣ, ਸਾਈਟ ਤੇ ਕੰਸਲਟੇਸ਼ਨਸ ਹੋਣ, ਤਾਂ ਕਿ ਲੋਕ ਆ ਕੇ ਦੱਸ ਸਕਣ ਕਿ ਉਹ ਕੀ ਚਾਹੁੰਦੇ ਨੇ, ਕੀ ਉਹ ਇਨਡੋਰ ਫੀਲਡਸ ਚਾਹੁੰਦੇ ਨੇ, ਇਨਡੋਰ ਜਿੱਦਾਂ ਬੈਡਮਿੰਟਨ ਕੋਰਟਸ ਚਾਹੁੰਦੇ ਨੇ, ਬਾਸਕਟਬਾਲ ਕੋਰਟਸ ਚਾਹੁੰਦੇ ਨੇ, ਇਨਡੋਰ ਈਵਨ ਸੌਕਰ ਦੀ ਇੱਕ ਫੀਲਡ ਬਣਾਉਣਾ ਚਾਹੁੰਦੇ ਨੇ, ਜਾਂ ਉਹ ਰੈਕ ਸੈਂਟਰ ਪੂਲ ਦੇਖਣਾ ਚਾਹੁੰਦੇ ਨੇ, ਜਾਂ ਕੋਈ ਰੈਸਲਿੰਗ ਦੀਆਂ ਫੈਸਿਲਿਟੀਜ਼ ਦੇਖਣਾ ਚਾਹੁੰਦੇ ਨੇ। ਸੋ ਪਰ ਇਹ ਪਬਲਿਕ ਨੂੰ ਮੈਂ ਇੱਕ ਵਾਰੀ ਰਿਕੁਐਸਟ ਕਰੂੰਗਾ ਕਿ ਬਹੁਤ ਜ਼ਰੂਰੀ ਹੈ ਨਿਊਟਨ ਦੇ ਲੋਕਾਂ ਵਾਸਤੇ ਕਿ ਉਹ ਜਿਹੜੀਆਂ ਡਿਸਕਸ਼ਨਸ ਜਦੋਂ ਆਪਾਂ ਸ਼ੁਰੂ ਕੀਤੀਆਂ, ਮੈਂ ਫਿਰ ਤੁਹਾਡੇ ਰੇਡੀਓ ਤੇ ਆ ਕੇ ਵੀ ਦੱਸੂਗਾ ਕਿ ਉਹ ਡਿਸਕਸ਼ਨਸ ਦਾ ਪਾਰਟ ਜ਼ਰੂਰ ਬਣਨ ਕਿ ਉਹ ਕੀ ਦੇਖਣਾ ਚਾਹੁੰਦੇ ਨੇ, ਕਿੱਦਾਂ ਦੀ ਫੈਸਿਲਿਟੀ ਦੇਖਣਾ ਚਾਹੁੰਦੇ ਨੇ, ਤਾਂ ਕਿ ਫਿਰ ਹੀ ਆਪਾਂ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਕਲੈਕਟ ਕਰਕੇ ਜਿਹੜਾ ਪ੍ਰੋਜੈਕਟ ਹੈ ਉੱਦਾਂ ਦਾ ਬਣਾਈਏ ਜਿਹਦੀ ਡਿਮਾਂਡ ਹੈਗੀ। ਐਕਚੁਅਲੀ ਕੋਈ ਇੱਦਾਂ ਦੀ ਚੀਜ਼ ਨਾ ਬਣਾ ਦਈਏ ਕਿ ਜਿਹੜਾ ਬਿਲਕੁਲ ਕਦੀ ਯੂਜ਼ ਨਾ ਹੋਵੇ ਜਾਂ ਉਹ ਖਾਲੀ ਪਿਆ ਰਵੇ। ਸੋ ਉਹ ਵੀ ਇੱਕ ਟੈਕਸ ਪੇਅਰ ਦਾ ਵਾਈਸ ਯੂਜ਼ ਨਹੀਂ ਹੈਗਾ। ਸੋ ਜਦੋਂ ਉਹ ਡਿਸਕਸ਼ਨ ਸ਼ੁਰੂ ਹੋਈਆਂ, ਆਪਾਂ ਫਿਰ ਤੁਹਾਡੇ ਰੇਡੀਓ ਦੇ ਥਰੂ ਆ ਕੇ ਕਮਿਊਨਿਟੀ ਨੂੰ ਇਨਫੋਰਮ ਕਰਾਂਗੇ ਤਾਂ ਕਿ ਉਹ ਡਿਸਕਸ਼ਨਸ ਦਾ ਪਾਰਟ ਬਣ ਸਕਣ। ਸੋ ਟੋਟਲ ਵੈਲਿਊ ਪ੍ਰੋਜੈਕਟ ਦੀ ਓਬਵੀਅਸਲੀ ਹਲੇ ਤਾਂ ਫੈਸਿਲਿਟੀਜ਼ ਜਿਹੜੀਆਂ ਨੇ ਉਹ ਕਿਹੜੀਆਂ ਹੋਣੀਆਂ ਨੇ, ਫਿਰ ਉਹਦਾ ਬਿਜ਼ਨਸ ਪਲਾਨ ਬਣਨਾ, ਪਰ ਟੈਂਟੇਟਿਵਲੀ $100 ਮਿਲੀਅਨ ਦੇ ਕਰੀਬ ਆ ਜੀ ਇਹ ਪ੍ਰੋਜੈਕਟ ਜਾਏਗਾ ਅਰਾਊਂਡ। ਹਾਂਜੀ, ਲੈਂਡ ਐਂਡ ਕਾਸਟ, ਲੈਂਡ ਦੀ ਐਂਡ ਕੰਸਟਰਕਸ਼ਨ ਕਾਸਟ ਮੈਨੂੰ ਲੱਗਦਾ ਕਿ ਮਾਈ ਪ੍ਰੈਡਿਕਸ਼ਨ ਇਜ਼ ਇਟਸ ਗੋਇੰ ਟੂ ਬੀ ਕਲੋਜ਼ ਟੂ $100 ਮਿਲੀਅਨ। ਬਟ ਅਗੇਨ ਮੈਂ ਇੱਕ ਦੱਸਣਾ ਚਾਹੁੰਦਾ ਕਿ ਜਦੋਂ ਵੀ ਅਸੀਂ ਪ੍ਰੋਜੈਕਟ ਕੀਤਾ, ਇਹ ਮੇਅਰ ਐਂਡ ਕਾਉਂਸਲ ਨੇ, ਅਸੀਂ ਇੱਕ ਆ ਕੇ ਜਿਹੜਾ ਨਵਾਂ ਡਿਪਾਰਟਮੈਂਟ ਸ਼ੁਰੂ ਕੀਤਾ ਸੀ, ਇੰਟਰ ਗਵਰਨਮੈਂਟਲ ਰਿਲੇਸ਼ਨਸ ਦਾ ਡਿਪਾਰਟਮੈਂਟ, ਉਹਨੇ ਬਹੁਤ ਕੰਮ ਕੀਤਾ ਪਿਛਲੇ, ਉਸ ਡਿਪਾਰਟਮੈਂਟ ਨੇ 2 ਸਾਲ ਦੇ ਵਿੱਚ ਕੋਈ ਵੀ ਜਿਹੜੀਆਂ ਫੰਡਿੰਗਸ ਅਵੇਲੇਬਲ ਹੁੰਦੀਆਂ ਸੀਗੀਆਂ, ਚਾਹੇ ਉਹ ਪ੍ਰੋਵਿੰਸ਼ੀਅਲ ਫੰਡਿੰਗ ਸੀ, ਚਾਹੇ ਉਹ ਫੈਡਰਲ ਫੰਡਿੰਗ ਸੀਗੀਆਂ, ਅਸੀਂ ਬਹੁਤ ਕਲੋਜ਼ਲੀ ਸਾਰੇ ਮਿਨਿਸਟਰਸ ਦੇ ਨਾਲ ਕੰਮ ਕਰਕੇ ਉਹ ਮੇਕ ਸ਼ੋਰ ਕੀਤਾ ਕਿ ਜ਼ਿਆਦਾ ਤੋਂ ਜ਼ਿਆਦਾ ਫੰਡਿੰਗਸ ਜਿਹੜੀਆਂ ਆ ਸਕੇ। ਸੋ ਬਿਲਕੁਲ ਵੀ ਇੱਦਾਂ ਆਪਾਂ ਸੋਚ ਨਹੀਂ ਸਕਦੇ ਕਿ ਸ਼ਾਇਦ ਇਹ ਫੰਡਿੰਗ ਦਾ ਕਰਕੇ ਪ੍ਰੋਜੈਕਟ ਲੇ ਹੋਊਗਾ ਜਾਂ ਇਹ ਲੇਟ ਹੋ ਜਾਊਗਾ ਜਾਂ ਇਹਦੇ ਸਟਾਰਟ ਕਰਨ ਦੀ ਹਜੇ ਮੇਬੀ 2 ਜਾਂ 3 ਜਾਂ 4 ਸਾਲ ਲੱਗਣਗੇ। ਇੱਦਾਂ ਦਾ ਬਿਲਕੁਲ ਵੀ ਕੇਸ ਨਹੀਂ ਹੈ। ਸਾਡਾ ਟਾਰਗੇਟ ਹੈ ਕਿ ਇਹਨੂੰ ਅਗਲੇ ਸਾਲ ਦੀ ਸਮਰ ਤੱਕ ਇਹਨੂੰ ਪ੍ਰੋਜੈਕਟ ਨੂੰ ਸਟਾਰਟ ਕਰਨਾ, ਇਹਦੀ
ਕੰਸਟਰਕਸ਼ਨ ਸਟਾਰਟ ਕਰਨੀ ਆ। ਸੋ ਫੰਡਿੰਗ ਦਾ ਅਸੀਂ ਕਿਤੋਂ ਨਾ ਕਿਤੋਂ ਅਰੇਂਜ ਜ਼ਰੂਰ ਕਰਾਂਗੇ। ਬਿਲਕੁਲ ਟੈਕਸ ਪੇਅਰ ਦਾ ਜਿਹੜੀ ਮਨੀ ਆ ਉਹ ਰਿਸਪੌਂਸਿਬਲੀ ਸਾਡਾ ਫਰਜ਼ ਹੈ ਕਿ ਉਹਨੂੰ ਯੂਜ਼ ਕਰਨਾ। ਬਟ ਸਰੀ ਇੱਕ ਗਰੋਇੰਗ ਸਿਟੀ ਹੈ, ਸੋ ਉਹਦੇ ਲਈ ਇਹ ਵਾਲਾ ਇਨਫਰਾਸਟਰਕਚਰ ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਕ੍ਰਿਟੀਕਲ ਹੈ ਕਿ ਸਾਨੂੰ ਇੱਦਾਂ ਦੇ ਇਨਫਰਾਸਟਰਕਚਰ ਬਣਾਉਣੇ ਚਾਹੀਦੇ ਤਾਂ ਕਿ ਸਾਡਾ ਜਿਹੜਾ ਯੂਥ ਹੈ ਉਹਨਾਂ ਦੇ ਕੋਲ ਫੈਸਿਲਿਟੀਜ਼ ਹੋਣ, ਉਹ ਬਾਹਰ ਸਟਰੀਟਸ 'ਤੇ ਨਾ ਘੁੰਮੇ, ਉਹਨਾਂ ਦੇ ਕੋਲ ਪ੍ਰੋਪਰ ਫੈਸਿਲਿਟੀਜ਼ ਹੋਣ ਆਫਟਰ ਸਕੂਲ। ਸੋ ਇਹ ਪ੍ਰੋਜੈਕਟ ਨੂੰ ਬਿਲਕੁਲ ਵੀ ਅਸੀਂ ਡਿਲੇ ਨਹੀਂ ਕਰਾਂਗੇ, ਜਿੰਨਾ ਜਲਦੀ ਹੋ ਸਕੇ ਇਹਦੀ ਕੰਸਟਰਕਸ਼ਨ ਸਟਾਰਟ ਕਰਾਂਗੇ। ਕੌਂਸਲਰ ਨਾਗਰਾ, ਤੁਹਾਡਾ ਦੀ ਵਚਨਬੱਧਤਾ ਬਿਲਕੁਲ। ਸਰੀ ਦੇ ਤੁਸੀਂ ਕੌਂਸਲਰ ਹੋ, ਸਾਰਿਆਂ ਲਈ ਕੰਮ ਕਰਦੇ ਹੋ, ਪਰ ਨਿਊਟਨ ਤੁਹਾਡਾ ਘਰ ਹੈ, ਨਿਊਟਨ 'ਚ ਤੁਹਾਡੇ ਬਿਜ਼ਨਸ ਹੈ, ਨਿਊਟਨ ਦੇ ਵਿੱਚ ਤੁਹਾਡਾ ਫੈਮਿਲੀ ਮਤਲਬ ਬਿਜ਼ਨਸ ਹੈ। ਜਿੱਥੇ ਤੁਸੀਂ ਵਾਅਦਾ ਕੀਤਾ ਸੀ ਉਹਦੇ 'ਤੇ ਅਣਥੱਕ ਕੰਮ ਕਰਕੇ ਤੁਸੀਂ ਇਸ ਨੂੰ ਲੈ ਕੇ ਆਏ, ਕਮਿਊਨਿਟੀ ਦੀ ਆਵਾਜ਼ ਤੁਸੀਂ ਸੁਣੀ ਅਤੇ ਤੁਹਾਡੇ ਤੋਂ ਭਾਈਚਾਰੇ ਨੂੰ ਬੜੀਆਂ ਆਸਾਂ ਨੇ ਅਤੇ ਤੁਸੀਂ ਚੜ੍ਹਦੀ ਕਲਾ 'ਚ ਇਸ ਤਰ੍ਹਾਂ ਹੀ ਕੰਮ ਕਰਦੇ ਰਹੋਗੇ। ਮੈਂ ਤੁਹਾਨੂੰ ਵਧਾਈ ਵੀ ਪੇਸ਼ ਕਰਦਾ ਅਤੇ ਸ਼ੁਭ ਸ਼ਾਮਾਂ ਵੀ ਦਿੰਦਾ ਜੀ। ਥੈਂਕ ਯੂ ਗਿੱਲ ਸਾਹਿਬ। ਮੈਂ ਤੇ ਆਪਣੇ ਛੋਟੇ ਜਿਹੇ ਪੋਲੀਟੀਕਲ ਕਰੀਅਰ ਦੇ ਵਿੱਚ 2 ਸਾਲ ਦੇ ਵਿੱਚ ਮੇਅਰ ਮੈਕੈਲਮ ਤੋਂ ਇੱਕ ਹੀ ਗੱਲ ਸਿੱਖੀ ਕਿ ਤੁਸੀਂ ਜਦੋਂ ਪੋਲੀਟਿਕਸ ਦੇ ਵਿੱਚ ਜਦੋਂ ਕੋਈ ਵੀ ਪ੍ਰੋਮਿਸ ਕਰਦੇ ਹੋ, ਚਾਹੇ ਉਹ ਛੋਟਾ ਹੈ ਚਾਹੇ ਵੱਡਾ ਆ, ਤੇ ਜੇ ਉਸ ਪ੍ਰੋਮਿਸ ਦੇ ਬੇਸ ਤੇ ਤੁਹਾਨੂੰ ਲੋਕ ਇਲੈਕਟ ਕਰਦੇ ਆ, ਉਹਦਾ ਕੋਈ ਐਕਸਕਿਊਜ਼ ਨਾ ਰਹਿ ਜਾਵੇ ਕਿ ਇੱਥੇ ਫੰਡਿੰਗ ਨਹੀਂ ਸੀ, ਜਾਂ ਇੱਥੇ ਲੈਂਡ ਅਵੇਲੇਬਲ ਨਹੀਂ ਸੀ, ਜਾਂ ਇੱਥੇ ਆ ਹੋ ਗਿਆ ਜਾਂ ਹੋ ਗਿਆ, ਉਹਦਾ ਕੋਈ ਐਕਸਕਿਊਜ਼ ਨਾ ਹੋਵੇ। ਬਸ ਜਸਟ ਮੇਕ ਸ਼ੋਰ ਤੁਹਾਡੀ ਉਹ ਟਰਮ ਦੇ ਵਿੱਚ ਉਹ ਜਿਹੜੀਆਂ ਪ੍ਰੋਮਿਸਿਸ ਆ ਉਹ ਪੂਰੀਆਂ ਜ਼ਰੂਰ ਹੋਣ। ਸੋ ਅਸੀਂ ਉਹੀ ਟਰਾਈ ਕਰ ਰਹੇ ਹਾਂ ਜੋ ਸਾਨੂੰ ਮਿਸਟਰ ਮੈਕੈਲਮ, ਮੇਅਰ ਮੈਕੈਲਮ ਨੇ ਸਾਨੂੰ ਇਹ 2 ਸਾਲ ਦੇ ਵਿੱਚ ਜਿਹੜੀ ਨਵੀਂ ਕਾਉਂਸਲ ਹੈ ਉਹਨਾਂ ਨੂੰ ਸਿਖਾਇਆ, ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ। ਬਿਲਕੁਲ ਜੀ, ਉਹਨਾਂ ਦੀ ਲੀਡਰਸ਼ਿਪ ਬੜੀ ਹੈ, ਦਾਅਵੇ ਤੇ ਵਾਅਦੇ ਦੇ ਉਹ ਪੱਕੇ ਨੇ, ਜਿਹੜੀ ਗੱਲ ਕਹਿ ਦਿੱਤੀ ਉਹ ਹੋਏਗੀ। ਪੁਲਿਸਿੰਗ ਦੀ ਗੱਲ, ਉਸ ਤੋਂ ਬਾਅਦ ਆਪਣੇ ਸਕਾਈ ਟ੍ਰੇਨ ਦੀ ਗੱਲ, ਤੇ ਇੱਕ ਤੁਹਾਡਾ ਬੇਅਰ ਕ੍ਰੀਕ ਦੇ ਵਿੱਚ ਵੀ ਉਹਦੀ ਵੀ ਪਲੈਨਿੰਗ ਚੱਲ ਰਹੀ ਹੈ, ਇੱਕ ਵੱਡੀ ਫੈਸਿਲਿਟੀ ਦੀ। ਸੋ ਸਰੀ ਬੂਮ ਕਰ ਰਹੀ ਹੈ। 10-12 ਹਜ਼ਾਰ ਹਰ ਸਾਲ ਜਿਹੜਾ ਅਫੀਸ਼ੀਅਲ ਹੈ, 5-4 ਹਜ਼ਾਰ ਮੈਂ ਹੋਰ ਗਿਣ ਲਵਾਂ, 20,000 ਬੰਦੇ ਹਰ ਸਾਲ ਘਰ ਬਣਾਉਂਦੇ ਨੇ ਸਰੀ ਨੂੰ, ਤੇ ਆਪਾਂ ਸਾਰੇ ਰਲ ਕੇ ਆਪਣੇ ਸ਼ਹਿਰ ਲਈ ਕੰਮ ਕਰਦੇ ਰਹੀਏ। ਧੰਨਵਾਦ ਫੇਰ। ਮੈਂ ਇੱਕ ਐਡ ਕਰਨਾ ਚਾਹੁੰਦਾ, ਬਹੁਤ ਸਪੈਕੂਲੇਸ਼ਨਸ ਆ ਰਹੀਆਂ ਕਿ ਸ਼ਾਇਦ ਇੱਕ ਇੰਡੋਰ ਸਟੇਡੀਅਮ ਬਣਨ ਜਾ ਰਿਹਾ ਇੱਥੇ ਜਾਂ ਆਡੀਟੋਰੀਅਮ ਬਣਨ ਜਾ ਰਿਹਾ। ਮੈਂ ਉਹ ਕਲੀਅਰ ਕਰਨਾ ਚਾਹੁੰਦਾ ਕਿ ਉਹ ਜਿਹੜਾ ਆਡੀਟੋਰੀਅਮ ਦੀ ਜਿਹੜੀ ਗੱਲ ਬਹੁਤ ਅਰਲੀ ਸਟੇਜਸ ਤੇ ਆ, ਮੈਂ ਹਜੇ ਪਬਲਿਕਲੀ ਉਹਦੀ ਕੋਈ ਡਿਟੇਲਸ 'ਚ ਗੱਲ ਨਹੀਂ ਕਰਨਾ ਚਾਹੁੰਦਾ, ਬਟ ਉਹ ਬਿਲਕੁਲ ਵੀ ਇਸ ਲੋਕੇਸ਼ਨ ਵਾਸਤੇ ਆਡੀਟੋਰੀਅਮ ਨਹੀਂ ਹੈਗਾ, ਉਹ ਡਿਫਰੈਂਟ ਲੋਕੇਸ਼ਨਸ ਤੇ ਅਸੀਂ ਕੰਮ ਕਰ ਰਹੇ ਹਾਂ, ਤੇ ਉਹਦਾ ਵੀ ਹੋਪਫੁਲੀ 1 ਜਾਂ 2 ਮਹੀਨੇ ਦੇ ਵਿੱਚ ਫਾਈਨਲ ਕਰਕੇ ਅਸੀਂ ਤੁਹਾਡੇ ਚੈਨਲ ਤੇ ਰੇਡੀਓ ਤੇ ਦੱਸਾਂਗੇ। ਪਰ ਉਹ ਬਿਲਕੁਲ ਨਿਊਟਨ ਦੇ ਰੈਜ਼ੀਡੈਂਟਸ ਵਾਸਤੇ ਹੀ ਇਕੱਲਾ ਕਮਿਊਨਿਟੀ ਸੈਂਟਰ ਜਾਂ ਰੈਕ ਸੈਂਟਰ ਜਿਹੜਾ ਆ ਬਣਾਇਆ ਜਾਏਗਾ। ਇਹਦੇ ਵਿੱਚ ਆਡੀਟੋਰੀਅਮ ਜਾਂ ਇੰਡੋਰ ਸਟੇਡੀਅਮ ਉਹ ਵਾਲਾ ਇਸ ਲੋਕੇਸ਼ਨ ਤੇ ਨਹੀਂ ਹੈ, ਉਹ ਡਿਫਰੈਂਟ ਲੋਕੇਸ਼ਨਸ ਤੇ ਸਾਡੀ ਗੱਲਬਾਤ ਚੱਲ ਰਹੀ ਹੈ। ਧੰਨਵਾਦ ਬਹੁਤ ਕੌਂਸਲਰ ਨਾਗਰਾ ਜੀ। ਸ਼ੁਭ ਸ਼ਾਮਾਂ ਫੇਰ। ਥੈਂਕ ਯੂ ਸੋ ਮਚ। ਥੈਂਕ ਯੂ। ਕੌਂਸਲਰ ਨਾਗਰਾ ਗੱਲਬਾਤ ਕਰ ਰਹੇ ਸੀ। ਕੱਲ੍ਹ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਬਹੁਤ ਵੱਡੀ ਕੋਈ ਖਬਰ ਕਮਿਊਨਿਟੀ ਲਈ ਆ ਸਕਦੀ ਹੈ। ਕੱਲ੍ਹ ਰਾਤ ਜ਼ਮੀਨ 7.5 ਕਿੱਲੇ ਜਿਹਦੇ ਤੇ ਬਿਲਡਰ ਬਹੁਤ ਜ਼ੋਰ ਲਾ ਰਹੇ ਸੀ, ਕੋਸ਼ਿਸ਼ ਕਰ ਰਹੇ ਸੀ, ਪ੍ਰਾਈਵੇਟ ਸੈਕਟਰ ਕੋਸ਼ਿਸ਼ ਕਰਦਾ, ਪਰ ਸ਼ਹਿਰ ਨੇ ਇਸ ਨੂੰ ਰਾਖਵਾਂ ਕਰਕੇ ਮੇਅਰ ਡਗ ਮੈਕਲਮ ਦੀ ਲੀਡਰਸ਼ਿਪ ਦੇ ਥੱਲੇ ਇਸ ਦੇ ਵਿੱਚ ਕੰਮ ਕੀਤਾ। 4 ਕੌਂਸਲਰ ਸੇਫ ਸਰੀ ਕੋਲੀਸ਼ਨ ਤੋਂ ਹੁਣ ਹੈਗੇ ਨੇ, ਜਿਹਦੇ 'ਚੋਂ 2 ਸਾਡੇ ਕੌਂਸਲਰ ਨੇ ਜਿਹੜੇ ਉਹ ਨਿਊਟਨ ਦੇ ਵਿੱਚ ਰਹਿੰਦੇ ਆ। ਕੌਂਸਲਰ ਡਗ ਐਲਫਰਡ ਬਹੁਤ ਚਿਰਾਂ ਦੇ ਕਮਿਊਨਿਟੀ ਦੇ ਲਈ ਕੰਮ ਕਰਦੇ ਆ, ਨਿਊਟਨ ਦੇ ਲਈ। ਸੋ ਇਹਨੂੰ 20 ਵਰ੍ਹੇ ਨਹੀਂ ਲੱਗੇ, ਇਹ 2 ਵਰ੍ਹਿਆਂ ਦਾ ਹੀ ਕੰਮ ਹੈ। 2 ਵਰ੍ਹਿਆਂ 'ਚ ਹੀ ਇਹ ਗਵਰਨਮੈਂਟ ਆਈ ਹੈ ਜਿਹੜੀ ਡਗ ਮੈਕਲਮ ਹੋਰਾਂ ਦੀ, ਅਤੇ 2 ਵਰ੍ਹਿਆਂ ਦੇ ਵਿੱਚ ਇਹ ਕੰਮ ਹੋਏ ਨੇ, ਜਿਹਦੇ ਵਿੱਚ ਪੁਲਿਸ ਦੀ ਗੱਲ ਚੱਲ ਰਹੀ ਹੈ, ਜਿਹ 'ਚ ਆਪਣੇ ਸਕਾਈ ਟ੍ਰੇਨ ਦੀ ਗੱਲ ਚੱਲ ਰਹੀ ਹੈ, ਅਤੇ ਇਹ 2 ਵਰ੍ਹਿਆਂ ਦਾ ਕੰਮ ਹੈ। ਸੋ ਇਹੀ ਨਿਊਟਨ ਦੇ ਵਿੱਚ ਹਾਫਵੇ ਹਾਊਸ ਜਦ ਉਸ ਸਮੇਂ ਦੀ ਮੇਅਰ ਡਾਇਨ ਵਾਟਸ ਨੇ ਬਣਾਇਆ ਸੀ, ਲੋਕ ਰੌਲਾ ਪਾਉਂਦੇ ਰਹੇ ਕਿ ਨਾ ਬਣਾਓ, ਇੱਥੇ ਨਾ ਬਣਾਓ, ਕਿਤੇ ਹੋਰ ਬਣਾ ਦਿਓ, ਕਿਤੇ ਕੋਈ ਜਗ੍ਹਾ ਲੈ ਲਓ ਜਿੱਥੇ ਫੈਸਿਲਿਟੀ ਹੋਵੇ, ਇਹਨਾਂ ਦੇ ਤੁਰਨ ਫਿਰਨ ਨੂੰ ਜਗ੍ਹਾ ਹੋਵੇ, ਸਹੂਲਤਾਂ ਹੋਣ। ਪਰ ਨੋ, ਜਦ ਮੇਅਰ ਕੋਈ ਚੀਜ਼ ਧਾਰ ਲਵੇ ਅਤੇ ਉਹਦੇ ਕੋਲ ਮੈਜੋਰਿਟੀ ਹੋਵੇ, ਫਿਰ ਉਹ ਆਪਣੀ ਮਰਜ਼ੀ ਵੀ ਕਰ ਲੈਂਦੇ। ਸੋ ਮੇਅਰ ਮੈਕਲਮ ਦੀ ਇਹ ਵਾਅਦਾ ਸੀ ਜਿਹੜਾ ਉਹਨੇ ਪੂਰਾ ਕੀਤਾ। ਉਹਨਾਂ ਨੇ 604-204-0600 5-7 ਮਿੰਟ ਜਿਹੜੇ ਇਸ ਘੰਟੇ ਦੇ ਰਹਿੰਦੇ ਆ, ਤੁਸੀਂ ਕੋਈ ਇਸ ਬਾਰੇ ਗੱਲਬਾਤ ਕਰਨੀ ਚਾਹੋ ਤਾਂ ਤੁਹਾਡੇ ਨਾਲ ਮੈਂ ਕਰ ਸਕਦਾ। ਨਿਊਟਨ ਦੇ ਵਿੱਚ ਬਣਨ ਜਾ ਰਹੇ, ਜਿਹਦੇ ਤੇ ਹਲੇ ਭਾਈਚਾਰਾ ਦੱਸੇਗਾ, ਪਰ ਜ਼ਮੀਨ 7.5 ਏਕੜ ਖਰੀਦਣ ਦੀ ਗੱਲ ਫਾਈਨਲ ਹੋ ਗਈ ਆ ਰਾਤ ਸਿਟੀ ਹਾਲ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ। ਤੇ ਨਿਊਟਨ ਦੇ ਲਈ, ਸਰੀ ਦੇ ਲਈ ਇੱਕ ਬਹੁਤ ਵੱਡਾ ਇਹ
ਤੋਹਫਾ ਖਾਸ ਤੌਰ ਤੇ ਨਿਊਟਨ ਦੇ ਵਿੱਚ ਕੋਈ ਵੀ ਰੈਕ ਸੈਂਟਰ ਵਧੀਆ ਨਹੀਂ ਸੀ। ਵੇਵ ਪੂਲ ਨੂੰ ਤੁਸੀਂ ਰੈਕ ਸੈਂਟਰ ਨਹੀਂ ਗਿਣ ਸਕਦੇ। ਉਹ ਬਹੁਤ ਪੁਰਾਣਾ ਜਦ ਕਮਿਊਨਿਟੀ ਘੱਟ ਸੀ, ਤੇ ਹੁਣ ਤਾਂ ਉੱਥੇ ਗੱਡੀ ਲਾਉਣ ਨੂੰ ਜਗ੍ਹਾ ਹੈ ਨਹੀਂ। 7.5 ਏਕੜ ਦੇ ਇਸ ਪ੍ਰੋਜੈਕਟ ਤੇ ਕਾਉਂਸਲਰ ਨਾਗਰਾ ਤੇ ਕਾਉਂਸਲਰ ਐਲਫਰਡ ਨੇ ਬਹੁਤ ਕੰਮ ਕੀਤਾ। ਓਬਵੀਅਸਲੀ ਲੀਡਰਸ਼ਿਪ ਜਿਹੜੀ ਸੀ ਉਹ ਮੇਅਰ ਡਗ ਮਕੱਲਮ ਦੀ। ਮਨਜੀਤ ਸਿੰਘ ਅਟਵਾਲ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 1। ਸਤਿ ਸ੍ਰੀ ਅਕਾਲ ਜੀ ਸਰ, ਆਪਣੇ ਹਰਜੀਤ ਸਿੰਘ ਗਿੱਲ ਜੀ, ਸਤਿ ਸ੍ਰੀ ਅਕਾਲ। ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਬਾਈ ਜੀ। ਦੂਸਰਾ, ਮੈਂ ਜੀ ਆਪਣੇ ਸਾਰੇ ਨਿਊਟਨ ਵਾਸੀਆਂ ਨੂੰ ਵਧਾਈ ਦੇਣੀ ਚਾਹੁੰਦਾ ਆ, ਤੇ ਦੂਸਰਾ ਆਪਣੇ ਸਿਟੀ ਦੀ ਕੌਂਸਲ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਨਿਊਟਨ ਦੇ ਬਾਰੇ ਉਹਨਾਂ ਨੇ ਕੁਝ ਸੋਚਿਆ ਹੈ ਤੇ ਫੈਸਿਲਿਟੀ ਲਿਆ ਰਹੇ ਆ, ਤੇ ਹੋਪਫੁਲੀ ਜਿਹੜਾ ਇਹਨਾਂ ਨੇ ਅਨਾਉਂਸਮੈਂਟ ਕੀਤੀ ਆ ਇਹਨੂੰ ਮਤਲਬ ਅਸੀਂ ਸਾਰੇ ਇਸ ਗੱਲ ਦੀ ਬਹੁਤ ਬਹੁਤ ਆਸ ਰੱਖਦੇ ਹਾਂ ਕਿ ਇਹਨੂੰ ਛੇਤੀ ਤੋਂ ਛੇਤੀ ਬੂਰ ਪਵੇ। ਤੇ ਦੂਸਰਾ, ਮੈਂ ਇੱਕ ਇਸ਼ੂ ਹੋਰ ਵੀ ਕਹਿਣਾ ਚਾਹੁੰਦਾ ਵੀ ਜਾਣੀ ਆਪਣੇ ਸਿਟੀ ਕਾਉਂਸਲਰਸ ਨੂੰ ਤੁਸੀਂ ਨੈਕਸਟ ਟਾਈਮ ਕਿਤੇ ਇਹ ਪੁੱਛਿਓ ਵੀ ਜਿਹੜੀਆਂ ਸੜਕਾਂ ਦੀ ਰਿਪੇਅਰ ਕਰਦੇ ਆ ਉਹਦੀ ਇਹ ਪ੍ਰਾਇਓਰਟਾਈਜ਼ ਕਿੱਦਾਂ ਕਰਦੇ ਆ, ਕਿਹਦੇ ਹਿਸਾਬ ਨਾਲ ਬਾਰੀ ਲਿਆਉਂਦੇ ਆ। ਕਿਉਂਕਿ ਮੈਂ ਬੱਸ ਡਰਾਈਵ ਕਰਦਾ, ਮੈਂ ਬਹੁਤ ਥਾਈਂ ਦੇਖਿਆ ਵੀ ਜਿਹੜੀਆਂ ਹੋਰ ਸਿਟੀ ਦੀਆਂ ਸੜਕਾਂ ਜਿਹੜੀਆਂ ਚੰਗੀਆਂ ਭਲੀਆਂ ਬਾਜਲੇ ਪੱਟ ਕੇ ਤਾਂ ਉਹ ਪੇਵਿੰਗ ਕਰਦੇ ਹੁੰਦੇ ਆ। ਨਿਊਟਨ ਦੀਆਂ ਸੜਕਾਂ ਤੁਸੀਂ ਆਮ ਹੀ ਤੁਸੀਂ ਅੱਗੇ ਵੀ ਕਹਿੰਦੇ ਹੁੰਦੇ ਆ ਵੀ ਜੇ ਬੰਦੇ ਨੂੰ ਰੋਟੀ ਨਾ ਬਚਦੀ ਹੋਵੇ ਨਾ ਤਾਂ ਘੜੀ ਗੇੜਾ ਕੱਢਿਆ ਸੜਕਾਂ ਤੇ ਆਉਂਦਿਆਂ ਨੂੰ ਭੁੱਖ ਲੱਗ ਜਾਊ। ਸੋ ਉਹਦੇ ਬਾਰੇ ਵੀ ਥੋੜਾ ਜਿਹਾ ਮਤਲਬ ਇਹਨਾਂ ਦੇ ਧਿਆਨ 'ਚ ਲਿਆਂਦਾ ਜਾਵੇ ਵੀ ਮਤਲਬ ਸਿਟੀ ਦੀਆਂ ਸੜਕਾਂ ਦੀ ਰਿਪੇਅਰ ਬਾਰੇ ਵੀ ਥੋੜੀ ਜਿਹਾ ਪ੍ਰਾਇਓਰਟਾਈਜ਼ ਰੱਖਿਆ ਕਰਨ, ਸਾਰਿਆਂ ਨੂੰ ਬਰਾਬਰ ਹਿੱਸਾ ਵੰਡ ਕੇ ਦਿਆ ਕਰ। ਤੇ ਇੱਕ ਮੈਂ ਨਿੱਕਾ ਜਿਹਾ ਕਰਨਾ ਚਾਹੁੰਦਾ ਜੀ ਕਮੈਂਟ, ਤੁਹਾਡੇ ਰੇਡੀਓ ਤੇ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਕੱਲ ਹੀ ਵੀ ਜਿਹੜੀ ਇਲੈਕਸ਼ਨ ਦੇ ਵਿੱਚ ਜਿਹੜੀ ਵੋਟ ਪਾਈ ਜਾਵੇ ਉਹ ਕਲਰਲੈਸ ਹੋਵੇ, ਉਹ ਤੁਸੀਂ ਰੰਗ ਨਸਲ ਦੇਖ ਕੇ ਨਾ ਕਰੋ। ਮੈਂ ਇਹ ਵਿਚਾਰ ਬਹੁਤ ਚੰਗਾ ਆ, ਮੈਂ ਇਹਦੀ ਸ਼ਲਾਘਾ ਕਰਦਾ ਆ, ਪਰ ਨਾਲ ਦੀ ਨਾਲ ਮੇਰਾ ਕੰਸਰਨ ਇਹ ਹੈਗਾ ਵੀ ਜਦੋਂ ਤੁਸੀਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਆ ਉਹਨਾਂ ਵੱਲ ਦੇਖਦੇ ਆ, ਉਹਨਾਂ ਦੀ ਕੈਂਡੀਡੇਟ ਸਿਲੈਕਸ਼ਨ ਬਾਰੇ ਦੇਖਦੇ ਆ, ਤਾਂ ਤੁਸੀਂ ਕਿੱਦਾਂ ਇਹ ਆਸ ਰੱਖ ਸਕਦੇ ਆ ਵੀ ਜਿਹੜਾ ਵੋਟਰ ਆ ਉਹ ਕਲਰ ਬਲਾਈਂਡ ਹੋ ਕੇ ਵੋਟ ਪਾਵੇ। ਕਿਉਂਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਉਹ ਜਦੋਂ ਬੰਦੇ ਆਪਣੇ ਚੁਣਦੀਆਂ ਆ, ਕੈਂਡੀਡੇਟ ਚੁਣਦੀਆਂ ਆ, ਉਹ ਹਮੇਸ਼ਾ ਤੁਸੀਂ ਦੇਖ ਲਓ ਇਹ ਓਨਲੀ BC ਦਾ ਨਹੀਂਗਾ, ਇਹ ਸਾਰੇ ਆਲ ਓਵਰ ਹੀ ਮੈਂ ਤਾਂ ਕਹਿਣਾ ਹੈਗਾ ਆ। ਉਹ ਰੰਗ ਨਸਲ ਐਥਨੀਸਿਟੀ ਦੇ ਬਿਹਾਫ ਤੇ ਜਦੋਂ ਆਪਣੇ ਕੈਂਡੀਡੇਟ ਖੜੇ ਕਰਦੀਆਂ ਆ, ਫਿਰ ਜਦੋਂ ਹੁਣ ਦੋ ਕੈਂਡੀਡੇਟ ਆ ਉਹ ਇੱਕੋ ਐਥਨੀਸਿਟੀ ਜਿੱਥੋਂ ਦੇਖਦੀਆਂ ਵੀ ਸਾਡੇ ਕਿੱਥੇ ਵੋਟਾਂ ਜ਼ਿਆਦੇ ਆ, ਉਸੇ ਹੀ ਕਮਿਊਨਿਟੀ ਦਾ ਉਸੇ ਐਥਨੀਸਿਟੀ ਦਾ ਬੰਦਾ ਉਹ ਖੜੇ ਕਰਦੀਆਂ, ਤੇ ਆਪਾਂ ਕਿੱਦਾਂ ਇਹ ਆਸ ਕਰ ਸਕਦੇ ਹਾਂ ਵੀ ਇਹਦੇ ਵਿੱਚ ਮਤਲਬ ਜਿਹੜਾ ਆ ਉਹ ਰੰਗ ਭੇਦ ਜਾਂ ਨਸਲ ਭੇਦ ਨਾ ਹੋਵੇ, ਜਦ ਕਿ ਉਹਦੀ ਬੁਨਿਆਦ ਹੀ ਇੱਥੋਂ ਸ਼ੁਰੂ ਕੀਤੀ ਜਾਂਦੀ ਹੈ। ਮੈਂ ਚਾਹੁੰਦਾ ਇੱਥੇ ਤੁਸੀਂ ਜ਼ਰੂਰ ਕਮੈਂਟ ਕਰਿਓ ਜੀ, ਮਿਹਰਬਾਨੀ ਜੀ। ਧੰਨਵਾਦ ਅਟਵਾਲ ਸਾਹਿਬ। ਹੁਣ ਟੌਪ ਆਫ ਦਾ ਆਵਰ ਖਬਰਾਂ ਤੋਂ ਬਾਅਦ ਫਿਰ ਦੁਬਾਰਾ ਗੱਲਬਾਤ ਚੱਲੇਗੀ ਵੋਟਾਂ ਦੇ ਸੰਬੰਧੀ। ਪ੍ਰਾਪਰਟੀਆਂ ਜਿਹੜੀਆਂ ਵਿਕੀਆਂ, NDP ਨੇ ਕਿੰਨੀਆਂ ਵੇਚੀਆਂ, ਲਿਬਰਲ ਨੇ ਕਿੰਨੀਆਂ ਵੇਚੀਆਂ, ਤੇ ਲੋਕਾਂ ਦੀਆਂ ਜਾਇਦਾਦਾਂ ਜਿਹੜੀਆਂ ਬ੍ਰਿਟਿਸ਼ ਕੋਲੰਬੀਅਨਸ ਦੀਆਂ ਉਹ ਜਿਹੜੀਆਂ ਉਸ ਤੇ ਲੋਕਾਂ ਦਾ ਕਿੰਨਾ ਕੁ ਹੱਕ ਚਾਹੀਦਾ, ਇਸ ਤੇ ਮੈਂ ਗੱਲਬਾਤ ਕਰਨੀ ਚਾਹੁੰਦਾ। ਤੇ ਹੁਣ ਖਬਰਾਂ ਤੋਂ ਬਾਅਦ ਵਾਪਸ ਆਉਣਾ ਜੀ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਸੀਂ ਸ਼ਾਮਲ ਹੋ। ਆਹ ਘੰਟੇ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ, ਰਾਜਨੀਤੀ ਦੀਆਂ ਗੱਲਾਂ ਚੱਲ ਰਹੀਆਂ। ਰਾਜਨੀਤੀ ਕੋਈ ਵੀ ਜਦ ਪਾਰਟੀ ਕਾਬਜ਼ ਹੋ ਜਾਂਦੀ ਹੈ, ਲੈਂਦੀ ਤਾਂ ਉਹ ਵੋਟਾਂ ਮਿੰਨਤਾਂ ਕਰਕੇ ਹੀ ਹੈ, ਦੇ ਦਿਓ ਵੋਟਾਂ ਜੀ, ਦੇ ਦਿਓ ਵੋਟਾਂ। ਤੇ ਵੋਟਰ ਨੇ ਵੋਟ ਪਾਉਣੀ ਹੁੰਦੀ ਹੈ, ਤੇ ਵੋਟ ਉਹ ਫਿਰ ਪਾਉਂਦੇ ਨੇ ਕਿ ਕਿਹੜੀ ਪਾਰਟੀ, ਹਰ ਇੱਕ ਬੰਦੇ ਦਾ ਅੰਤਰੀਵ ਆ ਕਿਤੇ ਨਾ ਕਿਤੇ ਜੁੜਿਆ ਹੋਇਆ, ਉਹ ਫਿਰ ਆਪਣੇ ਤਰੀਕੇ ਦੇ ਨਾਲ ਸੋਚਦੇ ਨੇ ਵੀ ਆਹ ਲਓ ਜੀ ਮੈਨੂੰ ਇਸ ਪਾਰਟੀ ਦੇ ਨਾਲ, ਇਸ ਮੈਨੀਫੈਸਟ ਦੇ ਨਾਲ। ਬੰਦਾ ਕਈ ਵਾਰ ਬਹੁਤ ਅਲੱਗ-ਅਲੱਗ ਵੰਨਗੀਆਂ, ਕੋਈ ਪਾਰਟੀ, ਕੋਈ ਵਿਅਕਤੀ ਜਿਹੜਾ ਕੈਂਡੀਡੇਟ, ਪਾਲਿਸੀਜ਼। ਪਰ ਜਦ ਇਹ ਸੋ ਕਾਲਡ ਸੇਵਾ 'ਚ ਚਲੇ ਜਾਂਦੇ ਆ ਨਾ, ਫਿਰ ਇਹਨਾਂ ਦੀਆਂ ਮਰਜ਼ੀਆਂ ਜਿਹੜੀਆਂ ਨੇ ਉਹ ਆਮ ਵੋਟਰਾਂ ਤੋਂ ਪਰੇ ਇਹ ਸਰਕਾਰਾਂ ਚਲੇ ਜਾਂਦੇ ਨੇ। 3 ਵਰ੍ਹੇ ਲੱਭਣਾ ਹੋਵੇ ਬਣੇ ਹੋਏ MLA ਨੂੰ, ਬਣੇ ਹੋਏ ਮਿਨਿਸਟਰਾਂ ਨੂੰ, ਕਿਸੇ ਪਾਰਟੀ ਦੇ ਵੀ ਐਕਸੈਸਿਬਿਲਿਟੀ ਜਿਹੜੀ ਘਟ ਜਾਂਦੀ ਹੈ। ਉਹਦਾ ਇੱਕ ਬੈਨੀਫਿਟ ਆਫ ਡਾਊਟ ਮੈਂ ਇਹ ਦੇਣਾ ਚਾਹੁੰਦਾ ਕਿ ਉਹ ਹੁਣ ਇੱਕ ਉਮੀਦਵਾਰ ਦੇ ਤੌਰ ਤੇ ਫਿਰ ਰਹੇ ਨੇ, ਫਿਰ ਉਹਨਾਂ ਨੇ MLA, ਕੈਬਨਿਟ ਮਿਨਿਸਟਰ ਤੇ ਪਾਰਲੀਮੈਂਟਰੀ ਸੈਕਟਰੀ ਬਣ ਜਾਣਾ, ਤੇ ਫਿਰ ਉਹਨਾਂ ਕੋਲ ਵੀ ਆਪਣਾ ਧੰਦੇ ਹੋ ਜਾਣੇ ਨੇ, ਆਉਣਾ ਜਾਣਾ, ਕੰਮਕਾਰ, ਪਰਿਵਾਰਾਂ ਨੂੰ ਦੇਖਣਾ। ਪਰ ਆਮ ਲੋਕਾਂ ਲਈ
ਕੁਝ ਗੱਲਾਂ ਹੈ ਜਿਹੜੀਆਂ ਤੁਹਾਡੇ ਲਈ ਮੈਂ ਕਰਨਾ ਚਾਹੁੰਦਾ, ਦੱਸਣਾ ਚਾਹੁੰਦਾ ਕਿ ਜਦ ਜ਼ੋਰ ਫੜ ਜਾਂਦੀ ਹੈ ਕੋਈ ਵੀ ਸਰਕਾਰ, ਉਹ ਕੀ ਕਰਦੀ ਹੈ। ਹਰ ਇੱਕ ਸੂਬੇ ਦਾ ਆਪਣਾ ਆਪਣਾ ਪ੍ਰੋਗਰਾਮ ਹੈ ਡਾਲਰ ਇਕੱਠੇ ਕਰਨ ਲਈ, ਬੈਲੈਂਸ ਬਜਟ ਕਰਨ ਲਈ ਅਤੇ ਆਪਣਿਆਂ ਨੂੰ ਚਹੇਤਿਆਂ ਨੂੰ ਖੁਸ਼ ਕਰਨ ਲਈ, ਚਾਹੇ ਉਹ ਅਪਾਇੰਟਮੈਂਟਸ ਹੋਣ, ਚਾਹੇ ਉਹਨਾਂ ਨੂੰ ਕੋਈ ਕੰਟਰੈਕਟ ਹੋਣ, ਕੁਝ ਵੀ ਕੀਤਾ ਜਾਵੇ, ਇਵੈਂਚੁਅਲੀ ਲੋਕਾਂ ਦੀ ਇਹਦੇ ਵਿੱਚ ਲੋਕਾਂ ਨੂੰ ਹੀ ਦਿਖਾਇਆ ਜਾਂਦਾ ਕਿ ਤੁਹਾਡੇ ਲਈ ਹੈ, ਅਤੇ ਲੋਕਾਂ ਨੂੰ ਹੀ ਘੁਮਾ ਕੇ ਲੋਕਾਂ 'ਤੇ ਹੀ ਪੈ ਜਾਣਾ। 2019 ਦੀ ਵੈਨਕੂਵਰ ਸਨ ਦੀ ਇਹ ਖਬਰ ਹੈ ਕਿ 2013 ਦੇ ਵਿੱਚ ਉਸ ਸਮੇਂ ਦੀ ਸਰਕਾਰ ਨੇ, ਲਿਬਰਲ ਸਰਕਾਰ ਨੇ ਸਰਪਲਸ ਪਬਲਿਕ ਲੈਂਡ ਜਿਹੜੀ ਵੇਚਣੀ ਸ਼ੁਰੂ ਕੀਤੀ, ਰੈਵਨਿਊ ਜਿਹੜਾ ਉੱਥੋਂ ਇਕੱਠਾ ਕਰਨ ਲਈ। ਓਬਵੀਅਸਲੀ ਉਸ ਨੂੰ ਉਹਦੀ ਪਰਮਿਸ਼ਨ ਹੋਈ, ਉਹ ਪਰਮਿਸ਼ਨ ਦੇ ਤਹਿਤ ਹੋਈ, ਉਹਦੇ 'ਤੇ ਆਡੀਟਰ ਜਨਰਲ ਸਹਿਮਤ ਹੋਇਆ। ਸਰਪਲਸ ਪਬਲਿਕ ਲੈਂਡ ਜਿਹੜਾ ਇਹਦੇ 'ਚ 164 ਪ੍ਰਾਪਰਟੀਆਂ ਵੇਚੀਆਂ, ਜਿਹਦੇ 'ਚ $1 ਅਰਬ ਇਕੱਠਾ ਕੀਤਾ ਗਿਆ, $1 ਬਿਲੀਅਨ। 164 ਪੀਸ ਨੇ, ਜਿਹਦੇ ਵਿੱਚ ਵੈਨਕੂਵਰ ਹੈਲਥ ਸੈਂਟਰ ਨੇ, ਨਾਰਥ ਸ਼ੋਰ ਸਕੂਲ ਨੇ, ਏਕਰਸ ਆਫ ਐਗਰੀਕਲਚਰ ਲੈਂਡ ਹੈ ਸਰੀ ਦੇ ਵਿੱਚ ਵੀ, ਅਤੇ ਸਰੀ ਦੀਆਂ ਉਹਦੇ ਵਿੱਚ 21 ਜਿਹੜੀਆਂ ਸਰੀ ਦੀਆਂ ਪ੍ਰਾਪਰਟੀਆਂ ਸੀ, ਜਿਹੜੀਆਂ 2013 ਤੋਂ 2017 'ਚ ਵੇਚੀਆਂ ਗਈਆਂ 104 ਮਿਲੀਅਨ ਡਾਲਰ ਦੇ ਵਿੱਚ। 19 ਵੇਕੈਂਟ ਸਾਈਟ ਸੀ। ਸਨੀ ਸਾਈਡ ਐਲੀਮੈਂਟਰੀ ਸਕੂਲ ਸਾਊਥ ਸਰੀ ਦਾ ਸੀ, ਅਤੇ ਸਕੂਲ ਬੋਰਡ ਦਾ ਆਫਿਸ ਸੀ। ਸੋ ਇਹ ਨਹੀਂ ਕਿ NDP ਨਹੀਂ ਵੇਚਦੀ, NDP ਵੀ ਵੇਚਦੀ ਹੈ, NDP ਨੇ ਵੀ ਵੇਚੀਆਂ, ਪਰ ਜਿਹੜਾ ਇਸ ਸਮੇਂ ਦੇ ਵਿੱਚ ਲਿਬਰਲ ਸਰਕਾਰ ਨੇ ਇਹ ਜ਼ਮੀਨਾਂ ਵੇਚੀਆਂ, ਓਬਵੀਅਸਲੀ ਸਾਰੀਆਂ ਹੀ ਜ਼ਮੀਨਾਂ ਮਹਿੰਗੀਆਂ ਹੁੰਦੀਆਂ ਨੇ, ਇੱਕ ਘੱਟ ਵੇਚ ਲਓ ਦੂਜੇ ਸਾਲ ਉਹ ਮਹਿੰਗੀ ਹੋ ਜਾਂਦੀ ਹੈ। ਪਰ ਇਸ ਰਿਪੋਰਟ ਦੇ ਮੁਤਾਬਕ ਜਿੰਨੀਆਂ ਇਹ ਪ੍ਰਾਪਰਟੀਆਂ ਵਿਕੀਆਂ, ਕੁਝ ਕੁ ਅਸੈਸਮੈਂਟ ਤੋਂ ਉੱਪਰ ਵੀ ਵਿਕੀਆਂ, ਅਤੇ ਕੁਝ ਤਾਂ ਮਤਲਬ ਫਿਰ ਇਸ ਤਰ੍ਹਾਂ ਹੀ ਵਿਕੀਆਂ ਜਿਵੇਂ ਕੌਡੀਆਂ ਦੇ ਭਾਅ। ਹੁਣ ਮੈਂ ਇਸ 'ਤੇ ਆਮ ਬੰਦਿਆਂ ਦੀ ਗੱਲ ਕਰਨਾ ਚਾਹੁੰਦਾ ਵੀ ਆਮ ਲੋਕ ਇੱਥੇ ਕਿੱਥੇ ਰਹਿ ਜਾਂਦੇ ਨੇ, ਉਹਨਾਂ ਨੂੰ ਨਾ ਵਿੱਢ ਦਾ ਪਤਾ ਲੱਗਦਾ, ਨਾ ਉਹ ਕਰ ਸਕਦੇ ਨੇ। ਜੇ ਕੋਈ 10 ਮਿਲੀਅਨ ਦੀ ਚੀਜ਼ ਆ, ਇਉਂ ਤਾਂ ਹੈ ਨਹੀਂ ਇੱਕ ਪਾਰਟੀ ਕੋਈ ਇੱਕੋ ਹੀ ਕੰਪਨੀ ਲੈ ਸਕਦੀ ਆ। $10 ਮਿਲੀਅਨ ਹੁਣ ਕੁਛ ਨਹੀਂ, 10 ਜਣੇ ਰਲ ਕੇ ਵੀ ਲੈ ਸਕਦੇ, ਪਰ ਉਹਨਾਂ ਤੱਕ ਗੱਲ ਪਹੁੰਚਦੀ ਉਹ ਨਹੀਂ। ਆਮ ਲੋਕਾਂ ਤੱਕ ਤਾਂ ਗੱਲ ਇਹ ਪਹੁੰਚਦੀ ਆ, ਲਓ ਜੀ, ਜਾਂ ਰੀਅਲਟਰ ਨੇ ਦੱਸਤਾ ਕਿ ਘਰ ਫਲਾਣਾ ਕੋਰਟ ਸੇਲ 'ਤੇ ਆ, ਫੇਰ ਭੱਜ ਨੱਠ ਹੁੰਦੀ ਆ, ਲੈ ਲਓ ਇਹ, ਲੈ ਲਓ ਇਹ, ਲੈ ਲਓ ਲੈ ਲਓ। 2013, 14, 17, 18 ਇਹਦੇ 'ਚ 31 ਪ੍ਰਾਪਰਟੀਆਂ ਇੱਕ ਸਾਲ ਦੇ ਵਿੱਚ ਵੇਚੀਆਂ ਗਈਆਂ, ਜਿਹੜੀਆਂ NDP ਦੇ ਸਮੇਂ 18 ਤੇ 19 ਦੇ ਵਿੱਚ 6 ਜਿਹੜੀਆਂ ਪਰ ਈਅਰ, ਮਤਲਬ 12 ਪ੍ਰਾਪਰਟੀਆਂ NDP ਨੇ ਵੀ ਵੇਚੀਆਂ। ਹੁਣ ਇਹ ਬਹੁਤ ਲੰਮੀ ਲਿਸਟ ਹੈ, ਜਿਹਦੇ ਵਿੱਚ ਸਪੈਸੀਫਿਕਲੀ ਜਿਹੜੀਆਂ ਕੈਂਬੀ ਵਾਲੀਆਂ ਪ੍ਰਾਪਰਟੀਆਂ ਨੇ, ਜਾਰਜ ਪੀਅਰਸਨ ਅਤੇ ਡੌਗਵੁੱਡ ਲੌਜ, ਇਹ ਜਿਹੜੀਆਂ ਇਹ ਜ਼ਮੀਨਾਂ ਉਹ ਨੇ ਜਿੱਥੇ ਤੁਹਾਨੂੰ 33/100 ਦੀ ਲਾਟ ਹੈ ਜਿਹੜੀ, ਉਹ ਮਤਲਬ 2-2.5 ਮਿਲੀਅਨ ਦੀ ਵੈਸਟ ਸਾਈਡ ਦੀ ਜਿਹੜੀ ਉਹ ਮਿਲਦੀ ਹੈ। ਅਤੇ ਨਾਲ ਇਹ ਜਿਹੜੇ ਡਿਵੈਲਪਰ ਨੇ, ਇਹਨਾਂ ਨੇ ਜਿਹੜੀਆਂ ਜ਼ਮੀਨਾਂ ਖਰੀਦੀਆਂ, ਉਹ ਇਹ ਖਰੀਦੀਆਂ ਵੀ ਇਹਦੇ 'ਚ ਕੋਈ ਵੀ ਕੰਪੀਟੀਟਿਵ ਬਿਡ ਨਹੀਂ ਸੀ ਹੈ। ਵੱਡੀ ਗੱਲ ਹੈ, 4 ਪ੍ਰਾਪਰਟੀਆਂ ਜਿਵੇਂ ਨਿਊ ਮੂਡੀ ਸੈਂਟਰ ਸਕਾਈ ਟ੍ਰੇਨ ਸਟੇਸ਼ਨ 'ਤੇ ਮੈਸਿਵ ਗਰੋਥ ਹੋ ਰਹੀ। ਅਕਤੂਬਰ 17 ਤੋਂ ਮਈ 18 ਦੇ ਵਿੱਚ 29 ਮਿਲੀਅਨ ਦੀਆਂ ਇਹ ਵੇਚ ਦਿੱਤੀਆਂ। ਇੰਡੀਪੈਂਡੈਂਟ ਅਪਰੇਜ਼ਲ ਕੀਤੀ, ਇਹਦੇ ਵਿੱਚ ਇੱਕ ਨੰਬਰਡ ਕੰਪਨੀ ਕ੍ਰੀਏਟ ਕੀਤੀ ਗਈ 1 ਮਹੀਨਾ ਪਹਿਲਾਂ, ਅਤੇ ਫਸਟ ਨੇਸ਼ਨ ਦਾ ਚੀਫ ਇਹਦੇ ਵਿੱਚ ਰੌਨ ਜਿਹੜਾ ਉਹਦਾ ਡਾਇਰੈਕਟਰ ਦਿਖਾਇਆ ਗਿਆ। ਤਾਂ ਸੇਮ ਡੇ ਜਾਂ ਲਾਟ ਇਹ ਪਰਚੇਜ ਹੋ ਗਈ, ਡਾਇਰੈਕਟਰ ਜਿਹੜਾ ਨੰਬਰਡ ਕੰਪਨੀ ਦਾ, ਉਹ ਇਸ ਰੌਨ ਤੋਂ, ਫਸਟ ਨੇਸ਼ਨ ਵਾਲੇ ਤੋਂ ਰਾਇਨ ਬੀਡੀ ਦੇ ਨਾਂ ਚਲੇ ਗਿਆ ਡਿਵੈਲਪਰ ਦੇ। ਮਤਲਬ ਇਹ ਜਦ ਹੁਣ ਆਪਾਂ ਪਿਛਲੀ ਚੀਜ਼ਾਂ ਵੇਖਦੇ ਹਾਂ, ਪਿਛਲੀਆਂ ਦੀਆਂ ਗੱਲਾਂ ਆਪਾਂ ਕਰਦੇ ਹਾਂ, ਉਹ ਉੱਥੇ ਇਹ ਹੁੰਦਾ, ਇੱਥੇ ਇਹ ਹੁੰਦਾ। ਮੈਂ ਅੱਜ ਤੁਹਾਡੇ ਨਾਲ ਇਹ ਵਿਸ਼ੇ 'ਤੇ ਗੱਲ ਕਰਨੀ ਚਾਹੁੰਦਾ। ਮੰਨ ਲਓ ਦੂਸਰੀ ਜਾਰਜ ਪੀਅਰਸਨ ਸੈਂਟਰ ਅਤੇ ਡੌਗਵੁੱਡ ਲੌਜ, ਤੁਸੀਂ ਦੇਖਿਆ ਇਹ 25 ਏਕੜ ਲੈਂਡ ਹੈ ਇਹ ਕੈਂਬੀ, ਅਤੇ 25 ਕਿੱਲੇ ਸਰੀ ਦੇ ਵਿੱਚ, ਆਪਣੇ ਵੈਨਕੂਵਰ ਦੇ ਵਿੱਚ। ਅਤੇ ਓਨੀ ਡਿਵੈਲਪਮੈਂਟ ਨੇ ਇਸ ਨੂੰ ਖਰੀਦਿਆ।
ਕੰਪੀਟੀਟਿਵ ਬਿਡਿੰਗ ਇਹਦੇ ਵਿੱਚ ਹੋਈ। ਉਹ ਥਾਊਜ਼ੈਂਡਸ ਆਫ ਹਾਊਸਿੰਗ ਯੂਨਿਟਸ ਇੱਥੇ ਤੇ ਕਮਰਸ਼ੀਅਲ ਸਪੇਸ ਬਣਨੀ ਹੈ। ਤੇ ਔਨੀ ਨੇ ਡੌਗਵੁੱਡ 2015 ਚ 85 ਮਿਲੀਅਨ ਦਾ ਖਰੀਦਿਆ ਤੇ ਅਸੈਸਡ ਵੈਲਿਊ ਤੋਂ ਵੱਧ। ਉਹਦੇ ਬਾਅਦ ਉਹਨੇ ਸਬ ਡਿਵਾਈਡ ਕੀਤੀ 2 ਲਾਟਾਂ ਦੇ ਵਿੱਚ ਤੇ ਹੁਣ ਉਹਦੀ ਕੰਬਾਈਨਡ ਵੈਲਿਊ 380 ਮਿਲੀਅਨ ਦੀ ਹੈ। ਪਿਛਲੇ ਸਾਲ ਦੀ ਗੱਲ ਕੀਤੀ। ਪੀਅਰਸਨ ਉਸਨੇ 217 ਮਿਲੀਅਨ ਚ ਖਰੀਦੀ, ਅਸੈਸਡ ਵੈਲਿਊ ਤੋਂ ਘੱਟ। ਉਹਦੀਆਂ ਉਹਨੇ 4 ਲਾਟਾਂ ਬਣਾਈਆਂ, $462 ਮਿਲੀਅਨ। ਮੇਰੇ ਕਹਿਣ ਦਾ ਮਤਲਬ ਇਹ ਹੈ, ਜਦ ਇਹ ਸਰਕਾਰਾਂ ਇਹ ਜ਼ਮੀਨਾਂ ਵੇਚਦੀਆਂ ਨੇ, ਕੀ ਸਰਕਾਰਾਂ ਇਹ ਸ਼ਹਿਰ ਨੂੰ ਨਹੀਂ ਜ਼ਮੀਨ ਦੇ ਸਕਦੀਆਂ? ਇਸ ਸ਼ਹਿਰ ਨੂੰ ਇਹੀ ਜ਼ਮੀਨ ਕਿਹਾ ਜਾਵੇ, ਮਤਲਬ ਕੋਈ ਵੀ ਸਰਕਾਰ ਹੋਵੇ, ਮੰਨ ਲਓ ਸਰੀ 'ਚ ਕੋਈ ਜ਼ਮੀਨ ਵਿਕਣੀ ਆ ਤੇ ਸਰੀ ਸਿਟੀ ਨੂੰ ਉਹ ਕਿਉਂ ਨਹੀਂ ਵੇਚ ਸਕਦੀ? ਓਬਵੀਅਸਲੀ ਵੇਚ ਸਕਦੀ ਆ ਵੀ ਆਹ ਲਓ ਫੜੋ ਪ੍ਰੋਪਰਟੀ। ਤੇ ਸਰੀ ਦੇ ਉਸ ਸਿਟੀ ਹਾਲ ਦੇ, ਵੈਨਕੂਵਰ ਦੇ ਉਸ ਸਿਟੀ ਹਾਲ ਵੱਲੋਂ ਬਣਾ ਕੇ ਵੇਚੀ ਜਾ ਰਹੀ ਪ੍ਰੋਪਰਟੀ 'ਚੋਂ ਜੇ ਇੱਕ $500 ਮਿਲੀਅਨ ਬਣਦਾ ਹੈ, ਉਹ 500 ਮਿਲੀਅਨ ਕਿਹਦਾ? ਉਸ ਸ਼ਹਿਰ ਦੇ ਲੋਕਾਂ ਦਾ। ਉਸ ਸ਼ਹਿਰ 'ਚੋਂ 500 ਮਿਲੀਅਨ ਨਾਲ ਰੈਕ ਸੈਂਟਰ, ਸਕੂਲ, ਕੀ ਕੁਛ ਬਣ ਸਕਦਾ। ਇਸੇ ਤਰ੍ਹਾਂ ਸਤੰਬਰ 2017 ਚ ਪ੍ਰੋਵਿੰਸ ਨੇ 11 ਪ੍ਰਾਪਰਟੀਆਂ ਜਿਹੜੀਆਂ ਵੇਚੀਆਂ, 52 ਕਿੱਲੇ ਲੋਹਿਡ ਹਾਈਵੇ ਤੇ ਮੇਪਲ ਰਿਜ ਚ $20 ਮਿਲੀਅਨ ਦੀ ਸਿਰਫ। ਤੇ ਡਿਵੈਲਪਰ ਪੋਲੀਗਨ ਤੇ ਮਾਰਨਿੰਗ ਸਟਾਰ ਉਹਨਾਂ ਨੇ 360 ਘਰ ਤੇ ਕਮਰਸ਼ੀਅਲ ਸਪੇਸ ਬਣਾਉਣੇ ਨੇ। 11 ਪਾਰਸਲ ਉਹਦੇ ਚ ਜਿਹੜੇ ਨੇ ਉਹ 71 ਲਾਟਾਂ 'ਚ ਸਬ ਡਿਵਾਈਡ ਕਰ ਦਿੱਤੇ ਤੇ ਟੋਟਲ $20 ਮਿਲੀਅਨ ਦੇ 52 ਏਕੜ। ਇਹ ਸਤੰਬਰ 2017 ਦੀ ਗੱਲ ਹੈ ਲੋਹਿਡ ਹਾਈਵੇ ਤੇ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਇਹ ਜਿਹੜੀ NDP ਨੇ ਜਦ ਇਸ ਨੂੰ ਟੇਕ ਓਵਰ ਕੀਤਾ, ਇਹ ਫਾਈਨਲ ਡੀਲ ਜਦ ਹੋਈ, ਪਰ ਇਹਦੇ ਤੇ ਕੰਮ ਜਿਹੜਾ ਉਹ ਪਹਿਲਾਂ ਮੇਬੀ ਸ਼ੁਰੂ ਹੋਇਆ ਹੋਵੇ ਜਾਂ NDP ਨੇ ਵੀ ਵੇਚੀ ਹੋਵੇ ਚਾਹੇ। ਪਰ ਮੇਰੇ ਕਹਿਣ ਦਾ ਮਤਲਬ ਕੋਈ ਵੀ ਜਿਹੜੀ ਇਹ ਸਰਕਾਰ ਹੈ, ਇਹ ਤੁਹਾਡੀ ਮੇਰੀ ਜ਼ਿੰਦਗੀ ਦੀ, ਇਹ ਲੋਕਾਂ ਦੀ ਜ਼ਮੀਨ ਜਦ ਇਹ ਵੇਚਦੀ ਹੈ, ਇਹ ਉਸ ਸ਼ਹਿਰ ਦੀ ਮਿਊਨਿਸਪੈਲਿਟੀ ਨੂੰ ਇਹ ਕਿਉਂ ਨਹੀਂ ਜ਼ਮੀਨ ਦਿੱਤੀ ਜਾ ਸਕਦੀ, ਜਿਹੜੇ ਕਿ ਇਹਦੇ ਬਾਅਦ ਉਸ ਤੋਂ ਫਿਰ ਪੈਸੇ ਕਮਾ ਕੇ ਫਿਰ ਜੌਬ ਵੀ ਕ੍ਰੀਏਟ ਹੋਵੇ ਉਹਦੇ ਤੋਂ ਤੇ ਸ਼ਹਿਰ ਦੇ ਵਿੱਚ ਪੈਸਾ ਹੋਵੇ। ਮੇਰੇ ਕਹਿਣ ਦਾ ਮਤਲਬ ਤੁਸੀਂ ਇਸ ਤੇ ਅੱਜ ਹੁਣ ਚੋਣਾਂ ਦੀਆਂ ਗੱਲਾਂ ਹੋ ਰਹੀਆਂ ਨੇ, ਵਾਅਦੇ ਹੋ ਰਹੇ ਨੇ ਦੋਨੇ ਪਾਸਿਓਂ, ਆਹ ਕਰ ਦਿਆਂਗੇ। ਕੋਈ ਕਹਿੰਦਾ ਮੈਂ PST ਚੱਕ ਦੂੰ, ਕੋਈ ਕਹਿੰਦਾ ਮੈਂ ਆਹ ਤੁਹਾਡੇ ਲਈ ਲੈ ਆਊਂ, ਮੈਂ ਆਹ ਲੈ ਆਊਂ। ਮਤਲਬ ਕਹਿਣ ਦਾ ਵੀ ਦੋਨੇ ਪਾਸੇ, ਦੋਨੇ ਪਾਰਟੀਆਂ, ਰਾਦਰ ਤਿੰਨੇ ਪਾਰਟੀਆਂ, ਗ੍ਰੀਨ ਵਾਲੇ ਕੋਸ਼ਿਸ਼ ਕਰ ਰਹੇ ਨੇ ਵੋਟਰਾਂ ਨੂੰ ਆਪਣੇ ਵੱਲ ਅਟਰੈਕਟ ਕਰਨ ਦੀ। ਪਰ ਜੇ ਦੇਖਿਆ ਜਾਵੇ ਵੀ 164 ਦੇ ਕਰੀਬ ਜਿਹੜੇ ਪਾਰਸਲ ਨੇ ਉਹ $1 ਬਿਲੀਅਨ ਦੇ ਵਿਕੇ ਤੇ ਉਹ ਵਿਕੇ। ਆ ਹੁਣ ਮੈਂ ਤੁਹਾਨੂੰ ਦੱਸਦਾ ਵੀ ਉੱਥੇ ਫਸਟ ਨੇਸ਼ਨ ਦਾ ਇਸ਼ੂ ਸੀ। ਪਹਿਲਾਂ ਡਾਇਰੈਕਟਰ ਉਹਦੇ ਤੇ ਰੌਨ ਆ ਜਿਹੜਾ ਫਸਟ ਨੇਸ਼ਨ ਦਾ ਜਿਹੜਾ ਚੀਫ ਹੈ, ਤੇ ਸੇਮ ਡੇ ਜਿੱਦਣ ਜਿਹੜਾ ਕਵਿਕ ਵੈਟਲਮ ਜਿਹੜੀ ਫਸਟ ਨੇਸ਼ਨ ਦਾ ਚੀਫ ਹੈ, ਤੇ ਉਦੋਂ ਬਾਅਦ ਸੇਮ ਡੇ ਡਾਇਰੈਕਟਰ ਉਹ ਬਦਲਿਆ ਜਾਂਦਾ ਜਿਹੜਾ ਉਸੇ ਸਮੇਂ ਰਾਇਨ ਬੀਡੀ ਆ ਜਾਂਦਾ। ਸਰੀ ਦੀ ਲੈਂਡ 1990 ਚ ਹਸਪਤਾਲ ਦੀ ਲੈਂਡ ਖਰੀਦੀ ਗਈ। 2005 ਚ ਗੋਰਡਨ ਕੈਂਬਲ ਤੇ ਡਗ ਮਕੱਲਮ ਨੇ ਸ਼ਵਲਾਂ ਲੈ ਕੇ ਸਿਰ ਤੇ ਹਾਰਡ ਹੈਟ ਲੈ ਕੇ ਲਓ ਜੀ ਹਸਪਤਾਲ ਬਣ ਗਿਆ ਜੀ, ਲਓ ਜੀ ਹਸਪਤਾਲ ਬਣ ਗਿਆ। 9 ਸਾਲਾਂ ਬਾਅਦ ਉਹ ਜ਼ਮੀਨ 2014 ਦੇ ਵਿੱਚ ਵੇਚ ਦਿੱਤੀ ਗਈ। ਹੁਣ 6 ਵਰ੍ਹਿਆਂ ਬਾਅਦ ਸਰਕਾਰ ਫਿਰ ਉਸ ਤੇ ਕੰਮ ਕਰ ਰਹੀ ਹੈ, ਜ਼ਮੀਨ ਖਰੀਦ ਲਈ ਆ। ਕੁਆਂਟਲਨ ਜਿਹੜੀ ਯੂਨੀਵਰਸਿਟੀ ਦੀ ਜ਼ਮੀਨ ਹੈ ਉਸ ਤੇ ਹੁਣ ਹਸਪਤਾਲ ਬਣ ਜਾ ਰਿਹਾ, ਉਹ ਹਲੇ ਅਗਲਾ ਜਿਹੜਾ ਸਮਾਂ। ਸੋ ਇਹ ਮਤਲਬ ਸਰਕਾਰਾਂ ਜਿਹੜੀਆਂ ਵੱਡੇ ਇਹਦੇ ਤੇ ਲੇਖ ਜਿਹੜੇ ਛਪੇ ਨੇ, ਜੇ ਤੁਸੀਂ ਗਲੋਬਲ ਤੇ ਵੀ, ਵੈਨਕੂਵਰ ਸਨ ਤੇ ਵੀ, ਗਲੋਬਲ ਨੇ ਫਰਵਰੀ 7 2008 ਨੂੰ 493 ਮਿਲੀਅਨ ਦੀਆਂ ਪ੍ਰਾਪਰਟੀਆਂ ਦੀ ਗੱਲ ਕੀਤੀ 13 ਤੋਂ 15 ਤੱਕ, ਤੇ ਜਿਹੜੀ ਹੁਣ ਉਸ ਦੀ 860 ਮਿਲੀਅਨ 18 ਚ 3 ਸਾਲਾਂ ਬਾਅਦ ਕੀਮਤ ਸੀ। ਤੋਂ 350 ਪੌਣੇ 400 ਮਿਲੀਅਨ ਹੋਰ ਸਰਕਾਰ ਨੂੰ ਆ ਸਕਦਾ ਸੀ, ਜਿਹਦੇ ਵਿੱਚ ਵੱਡੀ ਜਿਹੜੀ ਗੱਲ ਇਹ ਸੀ ਕਿ 85 ਮਿਲੀਅਨ ਦੀ ਸੇਲ 14 ਲਾਟਸ ਦੀ ਜਿਹੜੀ ਕਕਿਟਲਮ ਦੀ ਬਰਕ ਪਹਾੜੀ ਜਿਹੜੀ ਬਰਕ ਮਾਊਂਟੇਨ ਤੇ ਹੋਈ। ਤੇ ਉਹਦੇ ਬਾਅਦ ਇਹ ਗਵਰਨਿੰਗ ਪਾਰਟੀ ਨੂੰ ਇਹ ਡਿਵੈਲਪਰ ਆ ਜਿਹੜਾ ਉਸਨੇ
ਉਹ ਫੰਡ ਦਿੰਦਾ ਰਿਹਾ। ਸੋ ਕਹਿਣ ਦਾ ਮਤਲਬ ਇੱਕ ਨਹੀਂ ਹੈ ਵੀ ਜਿਹੜੀਆਂ ਜ਼ਮੀਨਾਂ ਇਹ ਵਿਕੀਆਂ, ਜ਼ਮੀਨਾਂ ਵੇਚਣ ਤੋਂ ਬਾਅਦ ਖਾਸ ਤੌਰ 'ਤੇ ਰਿਚਮੰਡ ਦੀ 10388 ਨੰਬਰ 2 ਰੋਡ ਤੇ ਜਿਹੜੀ ਇਹ ਐਗਜ਼ਾਮਪਲ ਹੈ ਇੱਕ, ਜਿਹੜੀ 41 ਮਿਲੀਅਨ ਦੀ ਸਟੀਵਨਸਨ ਸੈਕੰਡਰੀ ਸਕੂਲ ਦੀ ਜ਼ਮੀਨ 41 ਮਿਲੀਅਨ ਦੀ ਵੇਚਤੀ। ਉਹਦੇ ਬਾਅਦ ਪੋਲੀਗੌਨ ਨੇ 3,08,000 ਜਿਹੜਾ ਪਾਰਟੀ ਨੂੰ 2005 ਤੋਂ ਦਿੱਤਾ, ਉਹ 'ਤੇ ਉਹਨੇ 133 ਯੂਨਿਟ ਲਗਜ਼ਰੀ ਜਿਹੜਾ ਕਿੰਗਜ਼ਲੇ ਐਸਟੇਟ ਬਣਾ ਕੇ ਵੇਚ ਦਿੱਤੀਆਂ। ਅਤੇ ਹੁਣ ਉਹ 177 ਮਿਲੀਅਨ ਡਾਲਰ ਦੀ ਲੈਂਡ ਅਸੈਸਮੈਂਟ ਆ 2017 ਦੇ ਵਿੱਚ, ਅਤੇ ਕਿੱਥੇ 41 ਮਿਲੀਅਨ ਅਤੇ ਕਿੱਥੇ 177 ਮਿਲੀਅਨ। ਇੱਕ ਕੇਸ ਨਹੀਂ ਹੈ। ਕੀ ਤੁਸੀਂ ਸੋਚਦੇ ਹੋ ਸਰਕਾਰਾਂ ਕੋਈ ਵੀ ਹੋਣ, ਕੋਈ ਵੀ ਪਾਰਟੀ ਹੋਵੇ, ਜਦ ਇਹ ਅਸਾਸੇ ਵੇਚਦੇ ਨੇ ਸਰਪਲਸ ਕਹਿ ਕੇ ਜਾਂ ਵਧਿਆ ਹੋਇਆ ਧਨ ਕਿਸੇ ਕਰਾਊਨ ਕਾਰਪੋਰੇਸ਼ਨ ਦੇ ਵਿੱਚੋਂ ਚੱਕ ਕੇ ਲੈ ਜਾਂਦੇ ਨੇ, ਉਹ ਲੋਕਾਂ ਦਾ ਪੈਸਾ, ਉਹ ਲੋਕਾਂ 'ਤੇ ਫਿਰ ਹੁਣ ਕੱਲ੍ਹ ਨੂੰ ਜਦ ਖਰਚੇ ਵਧਣੇ ਨੇ, ਕੋਈ ਟੈਕਸ ਵਧਣੇ, ਤਾਂ ਕਿਹਨੇ ਦੇਣੇ ਨੇ? ਬ੍ਰਿਟਿਸ਼ ਕੋਲੰਬੀਅਨਸ ਨੇ। ਬਿਲੀਅਨ ਡਾਲਰ ICBC 'ਤੇ ਚੱਕ ਕੇ ਲੈ ਗਏ ਅਤੇ ਬੈਲੈਂਸ ਕਰ ਦਿੱਤਾ ਲਿਬਰਲ ਨੇ ਬਜਟ। ਹੁਣ ਜਦ ਉਹਦੇ 'ਚ ਘਾਟਾ ਪੈ ਗਿਆ $1 ਬਿਲੀਅਨ ਦਾ, ਤਾਂ 500, 600 ਡਾਲਰ ਪ੍ਰੀਮੀਅਮ ਸਾਡੇ ਜਵਾਕਾਂ ਨੂੰ ਦੇਣਾ ਪੈ ਰਿਹਾ ਜਿਹੜੇ ਨਵੇਂ ਨੇ। ਔਰ ਬੰਨਤ 'ਤੇ ਬਈ ਇੱਕ ਗੱਡੀ ਜੇ ਚਾਰਾਂ ਨੇ ਚਲਾਉਣੀਆਂ, 4/9 ਇਹਦੇ 'ਤੇ ਲਿਆਓ, 4/9 ਲਿਆਓ, ਅਤੇ ਜਿਹੜੇ ਨਵੇਂ ਡਰਾਈਵਰ ਨੇ ਉਹਨਾਂ ਕਰਕੇ ਉਹ ਡਿਸਕਾਊਂਟ ਜਾਂਦਾ ਰਹਿੰਦਾ। ਕਿੱਡੀ ਬੰਨਣਗਿਰੀ ਹੈ। ਉਹਦੇ ਬਾਅਦ ਉਹਨਾਂ ਨੇ ਸਰਪਲਸ ਜਿਹੜੀ ਹੈ ਮਨੀ ਕਹਿ ਕੇ ਲੈ ਗਏ। NDP ਨੇ ਉਹਦੇ 'ਤੇ ਜਦੇ ਠੋਕਤਾ ਵੀ 4 ਇਹਦੇ 'ਤੇ ਲਿਆਓ। ਤੁਹਾਡਾ ਹੱਕ ਜਿਹੜਾ ਹੈ ਉਹ ਬੰਦ ਹੋ ਗਿਆ ਵੀ ਤੁਸੀਂ ਵਕੀਲ ਨਹੀਂ ਕਰ ਸਕਦੇ, ਵਕੀਲ ਕਰਕੇ ਤੁਸੀਂ ਆਪਣੇ ਦੁੱਖ ਦੇ ਸੁੱਖ ਦੇ ਦੀ ਗੱਲ ਨਹੀਂ ਕਰ ਸਕਦੇ। $5500 ਤੁਹਾਨੂੰ ਦੇ ਕੇ ਉਹਦੇ ਬਾਅਦ ਚਲੋ ਜੀ ਤੁਸੀਂ ਬੈਠੋ। ਹੁਣ ਇਹ ਬੈਲੈਂਸ ਹੋ ਜਾਏਗਾ। ਬੈਲੈਂਸ ਕਿਹਦੀ ਕਾਸਟ ਤੇ? ਬ੍ਰਿਟਿਸ਼ ਕੋਲੰਬੀਅਨਸ 'ਤੇ। $1 ਬਿਲੀਅਨ ਕਿਹਦੀ ਕਾਸਟ 'ਤੇ? ਬ੍ਰਿਟਿਸ਼ ਕੋਲੰਬੀਅਨ 'ਤੇ। 164 ਪ੍ਰਾਪਰਟੀਆਂ ਵੇਚਤੀਆਂ $1 ਬਿਲੀਅਨ ਦੀਆਂ, ਜਿਹੜੀਆਂ ਅੱਜ 3 ਬਿਲੀਅਨ ਤੋਂ ਉੱਪਰ ਦੀਆਂ ਹੋਣਗੀਆਂ, ਜਿਹੜੀਆਂ ਜ਼ਮੀਨਾਂ ਮਤਲਬ ਕੌਡੀਆਂ ਦੇ ਭਾਅ 25 ਏਕੜ ਤੁਸੀਂ ਕੈਂਬੀ ਦੇ ਉੱਪਰ ਸ਼ਹਿਰ ਨੂੰ ਉਹ ਜ਼ਮੀਨ ਵਿਕ ਸਕਦੀ ਸੀ, ਸ਼ਹਿਰ ਲੈ ਸਕਦਾ ਸੀ। ਇਹ ਜਿਹੜੀ ਇਸ਼ੂ ਨੇ ਮਤਲਬ ਇਹ ਲੋਕਾਂ ਦੇ ਮੱਦੇ ਨਜ਼ਰ ਚਾਹੀਦੇ ਨੇ। ਵੋਟਾਂ ਜਿਹਨੂੰ ਮਰਜ਼ੀ ਪਾਓ, ਪਰ ਸਾਨੂੰ ਇਸ ਚੀਜ਼ 'ਤੇ ਕੁਛ ਨਾ ਕੁਛ ਲਾਮਬੰਦੀ ਕਰਨੀ ਚਾਹੀਦੀ ਆ ਵੀ ਜਿਹੜੀ ਸਾਡੀਆਂ ਜ਼ਮੀਨਾਂ ਨੇ ਸੂਬੇ ਦੀਆਂ, ਉਹ ਤੁਸੀਂ ਮਰਜ਼ੀ ਨਾਲ ਨਾ ਵੇਚੋ। 604-204-0600 'ਤੇ ਤੁਹਾਡੀਆਂ ਕਾਲਸ ਲੈਣਾ ਮੈਂ। 604-204-0600। ਸਰਕਾਰਾਂ ਜਿਹੜੀਆਂ ਸਾਡੇ ਸਿਰ 'ਤੇ ਚਲਦੀਆਂ ਨੇ, ਬ੍ਰਿਟਿਸ਼ ਕੋਲੰਬੀਅਨਸ ਲਈ ਸਰਕਾਰ ਹੈ, ਉਹ ਲੋਕਾਂ ਨੂੰ ਚੁਣਨ ਤੋਂ ਬਾਅਦ ਕਿੰਨਾ ਕੁ ਪੁੱਛਦੀ ਹੈ, ਕੀ ਗੱਲ ਕਰਦੀ ਹੈ, ਕਿਸ ਤਰ੍ਹਾਂ ਹੋਣਾ ਚਾਹੀਦਾ। 604-204-0600। ਸਰਦਾਰ ਦਲਵੀਰ ਸਿੰਘ ਜੀ, ਤੁਸੀਂ ਏਅਰ ਤੇ ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਤੁਸੀਂ ਆ ਬਹੁਤ ਵਧੀਆ ਜਿਹੜੀ ICBC ਵਾਲੇ ਵੀ ਗੱਲ ਕੀਤੀ ਆ ਵੀ ਹੁਣ ਇਹਨੂੰ ਪ੍ਰੋਫਿਟ 'ਚ ਤਾਂ ਲੈਣਗੇ, ਪਰ ਕਿਸ ਕਾਸਟ 'ਚ ਓਵਰਆਲ ਹੁਣ ਇਹ ਸਾਡੇ ਤੁਹਾਡੇ ਜੇਬਾਂ ਤੋਂ ਹੀ ਜਾਂਦੇ ਜੀ, ਇਹ ਪੈਸੇ ਜਾਣੇ ਵੀ ਉੱਥੇ ਹੀ ਆ ਜੀ। ਤੇ ਦੇਖੋ ਜਿਹੜੀਆਂ ਸਰਕਾਰਾਂ ਆ ਜੀ, ਆਹ ਜ਼ਮੀਨਾਂ ਵੇਚਦੀਆਂ ਵੱਟਦੀਆਂ, ਜੋ ਇਹ ਜਿਹੜੇ ਆਮ ਹੀ ਚੱਲਦਾ ਆਇਆ ਜੀ, ਫਿਊਚਰ ਦੇ ਵਿੱਚ ਵੀ ਚੱਲਣਾ। ਜਿੱਦਾਂ ਹੁਣ ਰੀਸੈਂਟਲੀ ਦੇਖੋ ਵੀ ਹੁਣ NDP ਨੇ ਵੀ ਜਿਹੜੇ ਸੇਂਟ ਪਾਲ ਵਾਲਾ ਜਿਹੜਾ ਇਹਨਾਂ ਨੇ ਹਸਪੀਟਲ ਆ ਉਹ ਵੇਚਿਆ, ਪਰ ਉਹਦੇ ਵਿੱਚ ਦੇਖੋ ਹੁਣ ਜਿਹੜੇ ਵੱਡੀਆਂ ਕੰਪਨੀਆਂ ਉਹਨਾਂ ਦੇ ਕਨੈਕਸ਼ਨ ਨਾ ਕਿਸੇ ਨਾ ਕਿਤੇ ਹੋਣਗੇ ਜੀ, ਜਿਹੜੀਆਂ ਵੱਡੇ ਡਿਵੈਲਪਰ ਹੈਗੇ ਆ ਜੀ। ਹੁਣ ਕਈਆਂ ਨੇ ਬਿਡ ਕੀਤਾ ਹੋਊਗਾ ਉਹਦੇ ਲਈ ਵੀ, ਪਰ ਉਹ ਦੇਖੋ ਅੱਜ ਨਹੀਂ, ਚਲੋ ਲੇਟਰ ਔਨ ਫਿਊਚਰ ਦੇ ਵਿੱਚ ਗੱਲ ਇਹ ਨਿਕਲੂਗੀ ਵੀ ਕਿਸੇ ਨੇ ਜਿੱਦਾਂ ਫੇਵਰੇਬਲ ਜਿਹੜੀਆਂ ਚੀਜ਼ਾਂ ਇਹ ਹੁੰਦੀਆਂ ਜ਼ਰੂਰ ਹੁੰਦੀਆਂ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅੱਜ ਜੋ ਹੁਣ ਉਹਦੀ ਕੀਮਤ ਉਹ ਤਾਂ ਦੇਖ ਲਿਓ, ਹੋਰ ਤਾਂ 4 ਸਾਲਾਂ ਨੂੰ ਉਹਦੀ ਕੀਮਤ ਦੇਖੋ। ਸੇਮ ਥਿੰਗ ਹੀ ਹਾਲੇ ਸਾਰਾ ਕੁਝ ਦੱਸਿਆ ਵੀ ਇਹ ਸਾਰੇ ਇੱਕੋ ਜਿਹੇ ਨੇ। ਇਹ ਇਮਾਨਦਾਰੀ ਨਾਲ ਸਰਕਾਰਾਂ ਜਿਹੜੀ ਕੋਈ ਵੀ ਨਹੀਂ ਚਲਾਉਂਦੇ ਜੀ। ਪ੍ਰੋਬਲਮ ਇਹੀ ਆ, ਇਸ ਚੀਜ਼ ਦਾ ਸਾਡਾ ਨੋਰਮਲ ਬੰਦਾ ਹੁਣ ਚੱਕਤਾ, ਕਿਸੇ ਨੇ ਲਾਤਾ। ਹੁਣ ਆਮ ਬੰਦੇ ਨੇ ਇਹ ਮੈਡੀਕਲ ਦਾ ਬਿੱਲ ਮਾਫ ਕਰਤਾ। ਉਹ ਦੇਖੋ ਇਹਨਾਂ ਨੇ ਘਰੋਂ ਤਾਂ ਲਿਆਉਣੇ ਨੇ ਜੀ ਪੈਸੇ, ਸਾਡੇ ਹੀ ਪੈਸੇ ਆ ਘੁਮਾ ਕੇ ਇਹਨਾਂ ਨੇ ਇੱਧਰੋਂ ਨਹੀਂ ਤੇ ਕਿਤੇ ਹੋਰ ਪਾਸੇ ਦੇ ਦੇਣਗੇ ਜੀ। ਏਦਾਂ ਤਾਂ ਹੈ ਨੀ ਗਾ ਵੀ ਇਹਨਾਂ ਨੇ ਆਪਣੇ ਜਿਹੜੀਆਂ ਪੇਆਂ ਦੇ ਵਿੱਚ ਕਟੌਤੀ ਕਰ ਲਈ ਆ ਜੀ, ਤੇ ਹੁਣ ਇਹ ਟੋਲ ਜਿਹੜਾ ਉੱਧਰੋਂ ਦੇਣਗੇ ਤਾਂ ਇਹ ਆਮ ਪਬਲਿਕ ਤੇ ਭਾਰ ਨਹੀਂ ਪਊਗਾ। ਪਰ ਆਮ ਵਿਚਾਰੇ ਬੰਦੇ ਲਈ ਪਬਲਿਕ ਉਹ ਇਨੋਸੈਂਟ ਹੁੰਦੀ, ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੇ ਇੰਨੇ ਡੀਟੇਲ ਦੇ ਵਿੱਚ ਉਹਨਾਂ ਨੇ ਘੋਖ ਕਰਨੀ ਨਹੀਂ ਵੀ ਕਿੰਨੇ ਟੈਕਸ ਲੱਗੇ, ਕਿੱਥੇ ਲੱਗੇ, ਕਾਹਦੇ ਲੱਗੇ। ਉਹ ਆਮ ਸਾਡੇ ਮਨ 'ਚ ਇਹੀ ਹੈ ਜੀ ਉਹ ਮਿਨੀਮਮ ਵੇਜ ਵਧਾਤੀ ਜੀ, ਔਰ ਟੋਲ ਹਟਾਤਾ ਜੀ। ਹਸਪੀਟਲ ਕਹਿੰਦੇ ਬਣਾ ਦਿਆਂਗੇ, ਇੱਕ ਕਹਿੰਦੇ ਬਣਾਤੇ, ਇੱਕ ਕਹਿੰਦੇ ਅਸੀਂ ਇੰਨਾ ਚਿਰ 'ਚ ਬਣਾਇਆ। ਇਹ ਦੇਖੋ ਰੌਲਾ ਗੋਲਾ ਜੀ। ਓਵਰਆਲ ਸਾਨੂੰ ਤੁਹਾਨੂੰ ਜੀ
ਦਿਹਾੜੀ ਲਾ ਕੇ ਹੀ ਮਿਹਨਤ ਕਰਕੇ ਰੋਟੀ ਪਾਣੀ ਖਾਣਾ ਪੈਣਾ ਆ। ਇਹਨਾਂ ਦੇ ਦੇਖ ਲਓ ਇਹ ਹਾਲ ਰਹਿਣੇ ਆ, ਪਰ ਇਹਨਾਂ ਨੂੰ ਇਮਾਨਦਾਰੀ ਜ਼ਰੂਰ ਚਾਹੀਦੀ ਹੈ ਇਹਨਾਂ ਗੱਲਾਂ ਦੇ ਵਿੱਚ ਵੀ ਲੋਕਾਂ ਦਾ ਵੀ ਨਾਲ ਭਲਾ ਕਰਨ, ਮਾੜਾ ਮੋਟਾ ਚਲੋ ਏਦਾਂ ਦਾ ਵੀ ਚੱਲਣਾ ਹੀ ਆ ਕੰਮ ਸਾਈਡ ਤੇ। ਸੋ ਹਾਂ ਗੱਲ ਆ ਜੀ। ਥੈਂਕ ਯੂ ਦਲਵੀਰ ਸਿੰਘ ਜੀ। ਮੈਂ ਇੱਕ ਹੋਰ ਸਟੋਰੀ ਤੁਹਾਨੂੰ ਦੱਸਦਾ ਵੀ 2008 ਦੇ ਵਿੱਚ ਜਿਹੜੀ ਲਿਟਲ ਮਾਊਂਟਨ ਜ਼ਮੀਨ ਇੱਕ ਮਲੇਸ਼ੀਅਨ ਡਿਵੈਲਪਰ ਨੂੰ ਵੇਚਤੀ ਜਿਹਦਾ ਨਾਂ ਹੌਲਬੋਰਨ ਹੋਲਡਿੰਗਸ ਹੈ 300 ਮਿਲੀਅਨ ਦੀ 2008 'ਚ ਗੋਰਡਨ ਕੈਂਪਬਲ ਦੇ ਸਮੇਂ। ਹਲੇ ਅੱਜ ਤੱਕ 12 ਵਰੇ ਬਾਅਦ $240 ਮਿਲੀਅਨ ਹਲੇ ਤੱਕ ਡਿਵੈਲਪਰ ਨੇ ਪੇ ਨਹੀਂ ਕੀਤਾ ਸਰਕਾਰ ਨੂੰ। 40 ਮਿਲੀਅਨ ਉਹਨੇ 2013 'ਚ ਪੇ ਕੀਤਾ, 2008 ਤੋਂ ਪ੍ਰੋਪਰਟੀ ਵਿਕੀ ਹੋਈ, ਹਲੇ ਉਹਦੇ ਵੱਲ $240 ਮਿਲੀਅਨ ਰਹਿੰਦਾ। ਮਤਲਬ ਤੁਸੀਂ ਸਮਝ ਸਕਦੇ ਹੋ ਵੀ ਕੋਈ ਵੀ ਹੋਵੇ, ਉਹਦਾ ਨਾਂ ਜੂ ਕਿਮ ਥਿਆ ਜਿਹੜਾ ਕਿ ਡੋਨਲਡ ਟਰੰਪ ਦੇ ਨਾਲ ਵੀ ਉਹਦੇ ਨਾਲ ਗਰੁੱਪ ਦੇ ਵਿੱਚ ਉਹਦੇ ਨਾਲ ਵੀ ਉਹਦੀ ਡਿਵੈਲਪਮੈਂਟ ਕਿਤੇ ਸਾਂਝੀ ਹੈ। ਹੌਲਬੋਰਨ ਨੇ ਇਹ ਪ੍ਰੋਪਰਟੀ ਖਰੀਦ ਲਈ ਵੀ ਇੱਥੇ ਬਣਾਵਾਂਗੇ ਅਸੀਂ, ਆਹ ਬਣਾਵਾਂਗੇ, ਇੱਥੇ ਲੋ ਇਨਕਮ ਵਾਲਿਆਂ ਦੀ ਲੋਕ ਰਹਿੰਦੇ ਸੀ। ਮਤਲਬ 2008 ਦੀ ਪ੍ਰੋਪਰਟੀ ਵੇਚੀ, 12 ਵਰਿਆਂ ਬਾਅਦ ਵੀ $240 ਮਿਲੀਅਨ ਸਰਕਾਰ ਨੇ ਇਸ ਬੰਦੇ ਤੋਂ ਲੈਣਾ। 6 ਹੈਕਟੇਅਰ ਲੈਂਡ, ਤੁਸੀਂ $5 ਤੁਸੀਂ ਸਰਕਾਰ ਦਾ ਦੱਬ ਕੇ ਰੱਖੋ। MSP ਦੇ ਆਉਂਦੇ ਹੁੰਦੇ ਨਾ ਬਿੱਲ $70 ਦਾ, ਇੱਕ ਦਿਨ ਲੇਟ ਹੋ ਜਾਵੇ ਦੂਜੇ ਦਿਨ ਆਟੋਮੇਟਡ ਜਿਹੜੀ ਆਪਣੇ ਉਸੇ ਸਮੇਂ ਸ਼ੁਰੂ ਹੋ ਜਾਂਦੀ ਹੈ ਕਿ ਆ ਲਓ ਜੀ। ਹਰਵੰਸ ਸਿੰਘ ਜੀ ਲਾਈਨ ਨੰਬਰ 1 ਤੁਸੀਂ ਏਅਰ ਤੇ ਹੋ। ਹਾਂਜੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਮੈਂ ਕਿਹਾ ਜੀ ਜਿੰਨੀ ਹੁਣ ਦੇਖੋ ਵੀ ਮੈਂ ਲਿਬਰਲ ਪਾਰਟੀ 'ਚ ਮੈਨੂੰ ਮੈਂਬਰਸ਼ਿਪ ਤਾਂ ਧੱਕੇ ਨਾਲੇ ਦੇ ਗਏ ਘਰੇ ਆ ਕੇ, ਪੈਸੇ ਵੀ ਇਹਨਾਂ ਦੇ ਕੋਲੋਂ ਹੀ ਭਰੇ। ਬਈ ਤੂੰ ਕਹਿੰਦੇ ਚੈੱਕ ਕੱਟ ਦੇ, ਕੋਈ ਬੰਦਾ ਹੀ ਇਹੋ ਜਿਹਾ ਆਇਆ। ਦੇਖੋ ਪਹਿਲਾਂ ਤਾਂ ਉਹੀ ਗਲਤੀ ਕਰਦੇ ਰਹੇ ਕੰਮ। ਮੈਂ ਤਾਂ ਦੇਖਣਾ ਜੀ ਵੋਟ ਤਾਂ ਅਸੀਂ ਪਾਉਨੇ ਆਪਦੀ ਮਰਜ਼ੀ ਨਾਲ। ਇੰਨਾ ਕੋਈ ਹੁਣ ਇੱਥੇ ਪਾਗਲ ਦੇ ਬੰਦੇ 37 ਸਾਲ ਹੋ ਗਏ ਰਹਿੰਦੇ ਨੂੰ। ਦੇਖੋ $1 ਬਿਲੀਅਨ ਦੇ ਘਰਾਂ 'ਚ ਸਮਾਰਟ ਮੀਟਰ ਲਾ ਤੇ ਲੋਕਾਂ ਦੇ, ਉਹ ਤਾਂ ਦੱਸਣ ਵੀ ਸਾਨੂੰ ਕਿੰਨਾ ਫਾਇਦਾ ਹੋਇਆ। ਟੋਲ ਸਾਨੂੰ ਲਾਦਾ ਜੇ ਕਹੀ ਜਾਂਦੇ ਟੋਲ ਦਾ ਕੋਈ ਫਰਕ ਨਹੀਂ। ਮੈਨੂੰ ਸਿੰਗਲ ਟਰੱਕ ਲੰਘਾਉਣ ਦੇ ਪੋਰਟਮਾਨ ਤੋਂ ਇੱਕ ਪਾਸੇ ਨੂੰ $10 ਪੈਂਦੇ ਸੀ। ਜੇ ਮੈਂ 4-5 ਗੇੜੇ ਲਾਵਾਂ ਉੱਤੋਂ ਦੀ 7-8 ਟਾਈਮ ਹੋ ਗਿਆ, 7 ਟਾਈਮ $80 ਜਿਹੜਾ ਬੰਦਾ 20 ਦਿਨ $1600 ਮਹੀਨੇ ਦਾ ਉਹਦੀ ਪਾਕਟ 'ਚ ਬੈਗ ਪੈਣ ਲੱਗ ਗਿਆ। ਜਿਹੜਾ ਇੱਕ ਮਿਨੀਮਮ ਵੇਜ ਵਾਲਾ ਬੰਦਾ ਜਾਂਦਾ ਸੀਗਾ ਨਾ ਕੰਮ ਤੋਂ ਬ੍ਰਿਜ ਤੋਂ, ਉਹਨੂੰ $10 ਕੱਟ। ਹਰਵੰਸ ਸਿੰਘ ਜੀ ਤੁਹਾਡੀ ਕਾਲ ਕੱਟੀ ਗਈ ਜੀ। ਬਿੱਲ ਜੀ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਤੁਸੀਂ ਕਾਫੀ ਬਹੁਤ ਜ਼ਿਆਦਾ ਐਕਸਪਲੇਨ ਕਰਤਾ। 164 ਪ੍ਰਾਪਰਟੀਜ਼ ਜਿਹੜੀਆਂ ਵੇਚੀਆਂ, ਆਮ ਲੋਕਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਲੱਗਦਾ। ਇਹ ਇੱਕ ਬਹੁਤ ਵਧੀਆ ਕਿਰਿਆ ਤੁਸੀਂ ਸ਼ੁਰੂ ਕੀਤੀ ਜਿਹੜੀ ਫਾਈਂਡ ਆਊਟ ਕਰਕੇ ਨਾ ਦੱਸਦੇ ਆ ਵੀ ਰੈਵਨਿਊ ਆਪਣਾ ਬਜਟ ਨੂੰ ਬੈਲੈਂਸ ਕਰਨ ਲਈ ਜੀ ਇਹ ਪ੍ਰਾਪਰਟੀਆਂ ਵੇਚੀਆਂ ਗਈਆਂ। ਦੇਖੋ ਬੈਲੈਂਸ ਬਜਟ ਜਿਹੜਾ ਬੈਲੈਂਸ ਕਰਨਾ ਉਹ ਇੱਕ ਵਧੀਆ ਗੱਲ ਆ, ਪਰ ਇਹ ਇਟਸ ਆਲ ਪੇਪਰ ਵਰਕ ਹੀ ਹੁੰਦਾ ਹੈ ਤਕਰੀਬਨ। ਬਜਟ ਬੈਲੈਂਸ ਕਰਨਾ, ਨਾ ਤੁਹਾਡੀ ਜੇਬ 'ਚ ਪੈਸੇ ਪੈਣੇ ਆ, ਬਜਟ ਘਾਟੇ ਚਲਾ ਗਿਆ, ਨਾ ਤੁਹਾਡੀ ਜੇਬ 'ਚੋਂ ਕਢਾਉਣੇ ਆ। ਹੋ ਸਕਦਾ ਕੋਈ 1-2% ਟੈਕਸ ਟੂਕਸ ਲਾ ਦੇਣ ਤਾਂ ਵੱਖਰੀ ਗੱਲ ਆ। ਮੈਂ ਇਹ ਸੋਚਦਾ ਹੁੰਦਾ ਵੀ ਵੋਟ ਜਿਹਨੂੰ ਮਰਜ਼ੀ ਪਾਉਣ, ਲੋਕ ਆਪ ਬਹੁਤ ਸਿਆਣੇ ਆ, ਸਾਡੇ ਨਾਲੋਂ ਸਿਆਣੇ ਆ ਲੋਕ, ਪਰ ਇਹ ਜਿਹੜੀ ਥੋੜਾ ਜਿਹਾ ਨਿਰੀਖਣ ਕਰ ਲਿਆ ਕਰਨ ਵੀ ਕਿਹੜੇ ਦੇ ਆਰ, ਜਿਵੇਂ ਪਹਿਲਾਂ ਵੀ ਤੁਹਾਨੂੰ ਮੈਂ ਇੱਕ ਵਾਰ ਕਿਹਾ ਸੀ ਵੀ ਦੇ ਆਰ ਆਲ ਈਵਲਸ। ਦੋਨੇ ਪਾਰਟੀਆਂ ਜਮਦੂਤ ਆ ਤੇ ਆਪਾਂ ਦੇਖਣਾ ਵੀ ਕਿਹੜਾ ਇਹਨਾਂ ਚੋਂ ਵਧੀਆ ਜਮਦੂਤ ਆ ਜਿਹੜਾ ਘੱਟ ਸਾਡੇ ਵੱਲ ਨੂੰ ਸਾਡੀਆਂ ਜੇਬਾਂ 'ਚ ਪੈਸੇ ਖਿੱਚਦਾ। ਲੈਸਰ ਈਵਲ ਹਾਂਜੀ, ਉਹ ਦੇਖਣਾ ਅਸੀਂ ਵੀ ਕਿਹੜਾ ਲੈਸਰ ਈਵਲ ਹੈ ਇਹਨਾਂ ਦੇ ਵਿੱਚੋਂ। ਹੁਣ 4-5 ਗੱਲਾਂ ਤੁਹਾਨੂੰ ਆਹ ਪਹਿਲੇ ਵੀਰ ਜੀ ਦੱਸ ਹੀ ਗਏ ਆ, ਮੈਨੂੰ ਵੀ ਕਾਫੀ ਦੇਰ ਹੋ ਗਈ ਰਹਿੰਦੇ ਨੂੰ ਉਹਨਾਂ ਵਾਂਗੂ। ਜਿਹੜਾ ਹੁਣ ਪੋਰਟਮੈਨ ਦਾ ਟੋਲ ਹਟਾਇਆ ਉਹ ਆਮ ਪਬਲਿਕ ਨੂੰ ਫਰਕ ਪਿਆ। ਜਿਹੜੇ ਵਰਕਰ ਸੀਗੇ, ਟਰੱਕਰ ਸੀ ਜਾਂ ਕੋਈ ਆਪਦੀ ਜੌਬ ਤੇ ਜਾਂਦਾ ਸੀਗਾ, $10-20 ਜਾਂ $70-80 ਹਰ ਰੋਜ਼ ਦੇ ਬਚ ਗਏ ਜੀ। ਫਿਰ MSP ਕੱਲਾ ਹੀ ਇੱਕ ਬ੍ਰਿਟਿਸ਼ ਕੋਲੰਬੀਆ ਸੀਗਾ ਸੂਬਾ ਜਿਹੜਾ ਇਹ ਦੇ ਰਿਹਾ ਸੀ, ਬਾਕੀ ਸਾਰਿਆਂ ਨੂੰ ਮਾਫ ਸੀਗਾ। ਉਹ 16 ਸਾਲ ਰਹੀ ਹੈ ਦੂਜੀ ਗਵਰਨਮੈਂਟ ਤੇ ਮਤਲਬ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ। ਫਿਰ ਇਹਨਾਂ ਨੇ ਆ ਕੇ ਹਟਾਤਾ ਤੇ ਹੁਣ ਮੈਨੂੰ ਤਾਂ ਇਹੀ ਚੰਗਾ ਲੱਗਣਾ, ਮੇਰੀ ਜੇਬ 'ਚ $70-80 ਜਾਣੋਂ ਹਟ ਗਏ ਤਾਂ ਮੈਨੂੰ ਤਾਂ ਉਹ ਗਵਰਨਮੈਂਟ ਚੰਗੀ ਲੱਗੂਗੀ ਜਿਹੜੇ ਮੇਰੇ ਜੇਬਾਂ 'ਚ ਪਾਉਂਦੇ ਆ। ਫਿਰ ਤੁਸੀਂ
ਦੇਖੋ ਵੀ ਜਿਹੜੀਆਂ ਸਕੂਲਾਂ ਦੀਆਂ ਪ੍ਰਾਪਰਟੀਆਂ ਵੇਚ ਰਹੀਆਂ, ਇਹ ਤਾਂ ਬਾਈ ਜੀ ਇੱਕ ਕਿਸਮ ਦਾ ਕ੍ਰਾਈਮ ਆ ਉੱਥੇ ਨਵੇਂ ਸਕੂਲ ਬਣਾਉਣ ਨਾਲੋਂ। ਹੁਣ ਤੁਸੀਂ ਬੈਲੈਂਸ ਬਜਟ ਕਰਨ ਦੀ ਖਾਤਰ ਜੇ ਤੁਸੀਂ ਸਾਡੇ ਐਜੂਕੇਸ਼ਨ ਤੇ ਮੈਡੀਕਲ ਨੂੰ ਖਿੱਚਾ ਧੂਈ ਕਰਕੇ ਉੱਥੇ ਕੱਟ ਕਰਦੇ ਆ ਜੀ, ਉਹ ਜਿਹੜੇ ਲੋ ਪੇਡ ਬ੍ਰਿਟਿਸ਼ ਕੋਲੰਬੀਅਨ ਆ, ਜਿਹੜੇ ਡਾਊਨ ਟ੍ਰੋਡਨ ਪੀਪਲ ਆ, ਮੇਰੇ ਤੁਹਾਡੇ ਵਰਗੇ ਮੀਡੀਅਮ ਆ ਜਾਂ ਮੀਡੀਅਮ ਤੋਂ ਥੱਲੇ ਆ, ਉਹਨਾਂ ਤੇ ਫਰਕ ਪੈਣਾ। ਜਿਹੜੀਆਂ ਵੱਡੀਆਂ ਕਾਰਪੋਰੇਸ਼ਨਾਂ ਬਿਲੀਅਨਰ ਮਿਲੀਅਨਰ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾਗਾ। ਜੀ ਜੀ। ਹੁਣ ਤੁਸੀਂ ਦੱਸੋ ਵੀ ਇਹ ਜੇ ਨਰਸਾਂ ਦਾ ਇਹਨਾਂ ਨੇ ਆਪਣਾ ਸੌਰੀ ਟੀਚਰਸ ਦਾ ਇਹਨਾਂ ਨੇ ਕਾਂਟਰੈਕਟ ਪਾੜਤਾ, ਉਹ ਕੋਰਟ ਚਲੇ ਗਏ, ਕੋਰਟ ਜੱਜ ਨੇ 2 ਮਿਲੀਅਨ ਗਵਰਨਮੈਂਟ ਲਿਬਰਲ ਨੂੰ ਫਾਈਨ ਕੀਤਾ ਵੀ ਤੁਸੀਂ ਗਲਤ ਕੀਤਾ। ਫੇਰ ਜਿਹੜਾ ਹੁਣ ਅੱਜ ਪੈਂਡੈਮਿਕ ਆਇਆ, ਇਹ ਜਿਹੜੇ 10,000 EMPLOYE ਸੀ ਇਹਨਾਂ ਨੇ ਕੱਟ ਕੀਤੇ, ਸੀਨੀਅਰ ਸਿਟੀਜ਼ਨ ਦੀ ਜਿਹੜੇ ਟੇਕ ਕੇਅਰ ਕਰਦੇ ਸੀ, ਤੇ ਉਹਨਾਂ ਦੀਆਂ ਵੇਜਸ ਘਟਾ ਕੇ ਇਹਨਾਂ ਨੇ ਜਿਹੜੇ ਉਹ ਫਰੇਜ਼ਰ ਹੈਲਥ ਜਿੰਨੀਆਂ ਵੇਜਸ ਹੁੰਦੀਆਂ ਤੋਂ ਘਟਾ ਕੇ 5-5 10,000 ਘਟਾਤੀਆਂ। ਹੁਣ ਉਹੀ ਵਧਾਉਣੀਆਂ ਪੈਣੀਆਂ। ਤੇ ਹੁਣ ਕਿੰਨੇ ਸਾਡੇ ਸੀਨੀਅਰ ਸਿਟੀਜ਼ਨ ਮਰ ਗਏ ਆ ਇਸ ਦੇ ਵਿੱਚ, ਇਸੇ ਕਰਕੇ ਕਿਉਂਕਿ ਉੱਥੇ ਕੇਅਰ ਹੀ ਹੈ ਨੀ ਗੀ। ਸਾਨੂੰ ਲੋਕਾਂ ਨੂੰ ਇਹ ਜਿਹੜੇ ਮੀਡੀਅਮ ਤੋਂ ਥੱਲੇ ਵਾਲੇ ਲੋਕ, ਅਸੀਂ ਰੋਜ਼ ਜਿਹੜੇ ਲੰਚ ਬਕਟ ਚੱਲ ਕੇ ਘਰੋਂ ਕੰਮ ਕਰਨ ਜਾਂਦੇ ਆ ਨਾ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਕਿਹੜੀ ਪਾਰਟੀ ਸਾਡੇ ਲਈ ਬੈਟਰ ਹੈ। ਹੁਣ ਕੋਈ NDP ਐਂਜਲ ਨਹੀਂ ਗਏ, ਪਰ ਇੰਨਾ ਕਿ ਵੀ ਥੋੜੇ ਜਿਹੇ ਸੋਚਦੇ ਆ ਲੋ ਵਰਕਰ ਲਈ, ਤੇ ਇਸ ਲਈ ਮੈਨੂੰ ਉਹ ਚੰਗੀ ਲੱਗਦੀ ਹੈ, ਮੈਂ ਉਹਨੂੰ ਵੋਟ ਪਾਊਂਗਾ। ਜੇ ਲਿਬਰਲ ਜਿਵੇਂ ਕਰਨ ਲੱਗ ਪੈਣ ਤਾਂ ਲਿਬਰਲ ਮੈਨੂੰ ਚੰਗੀ ਲੱਗੂਗੀ, ਮੈਂ ਉਹਨੂੰ ਵੋਟ ਪਾਊਂਗਾ। ਸਿੰਪਲ ਇਜ਼ ਦੈਟ। ਥੈਂਕ ਯੂ ਬਾਈ। ਥੈਂਕ ਯੂ ਵੀਰ ਜੀ, ਥੈਂਕ ਯੂ। ਗੱਲਬਾਤ ਚੱਲ ਰਹੀ ਹੈ, ਸਰਕਾਰਾਂ ਜਦ ਦਫ਼ਤਰਾਂ 'ਚ ਬਹਿ ਜਾਂਦੀਆਂ ਵਿਕਟੋਰੀਆ 'ਚ, ਫਿਰ ਲੋਕਾਂ ਦਾ ਕਿਵੇਂ ਖਿਆਲ ਰੱਖਦੀਆਂ ਨੇ ਜਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਕਿ ਉਹਨਾਂ ਤੇ ਉਹਨਾਂ ਦੀ ਨਿਗਾਹ ਰਹੇ ਹਰ ਵਾਰ। ਟਾਂਡੀ ਜੀ, ਲਾਈਨ ਨੰਬਰ 3, ਤੁਸੀਂ 에ਅਰ ਤੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਇਹ 2 ਦੇ ਵਿੱਚ ਜਿਹੜੀ ਵੋਟ ਪਾਉਣੀ, ਇੱਕ ਜੌਬਾਂ ਵਾਲੇ, ਦੂਜੇ ਹੈਗੇ ਬਿਜ਼ਨਸ। ਇਸ ਕੇ ਲੋਕਾਂ ਨੂੰ ਸੋਚ ਸਮਝ ਕੇ ਧਿਆਨ ਦੇ ਨਾਲ ਵੋਟ ਪਾਉਣੀ ਚਾਹੀਦੀ ਹੈ। ਜਿਹੜੇ ਹੁਣ ਬਿਜ਼ਨਸਮੈਨ ਆਪਾਂ ਕੰਮ ਕਰਦੇ ਆ ਕਿਸੇ ਦੇ, ਉਹਨੇ ਤਾਂ ਕਹਿਣੀ ਆ ਲੇਬਰ ਚੰਗੀ ਆ, ਕਿਉਂਕਿ ਉਹ ਸਾਰਾ ਕੁਝ, ਤੇਲ ਖਰਚਾ, ਹੋਟਲ ਦਾ ਖਰਚਾ ਦਾ, ਟੌਟ ਦਾ ਖਰਚਾ, ਸਾਰੇ ਖਰਚੇ ਉਹਨੇ ਵਿੱਚ ਪੈਣੇ ਆ। ਤੇ ਜਿਹੜਾ $15 ਲੈਂਦਾ ਜਾਂ $20 ਲੈਂਦਾ ਆ, ਉਹਨੂੰ ਉਹ ਇੰਸ਼ੋਰੈਂਸ ਵੀ ਨਹੀਂ ਭਰ ਸਕਦਾ, ਕੁਛ ਵੀ ਨਹੀਂ ਕਰ ਸਕਦਾ। ਇਹ ਦੋਹਾਂ ਪਾਰਟੀਆਂ ਨੂੰ ਸੋਚਣਾ ਚਾਹੀਦਾ। ਲੋਕਾਂ ਨੂੰ ਸੁੱਖ ਸਹੂਲਤ ਹੋਣੀ ਚਾਹੀਦੀ, ਜਿੱਦਾਂ NDP ਨੇ ਕੀਤਾ, $1000 ਦਿੱਤਾ। ਮੈਂ ਤਾਂ ਕਹਿੰਦਾ ਵੀ ਹੋਰ ਵੀ ਦੇਣੇ ਚਾਹੀਦੇ ਲੋਕਾਂ ਨੂੰ ਸੁੱਖ ਸਹੂਲਤ। ਤਾਂ ਉਹ ਇਹ ਹੋਣਾ ਚਾਹੀਦਾ ਆ। ਇਹ ਹੁਣ ਬਿਜ਼ਨਸਮੈਨ ਜਦੋਂ ਉਹਦੇ ਸਾਹਮਣੇ ਬੰਦਾ ਜੌਬ ਕਰਦਾ ਜਾਂਦਾ, ਤੇ ਉਹ ਫਿਰ ਜਦੋਂ ਮੋਹਰਿਓਂ ਆਪਣੀਆਂ ਸੁਣਾਉਂਦਾ ਪਾਰਟੀ ਦੀਆਂ ਗੱਲਾਂ, ਤੇ ਉਹ ਫਿਰ ਕਹਿਣਾ ਪੈਂਦਾ ਵਰਕਰ ਨੂੰ ਕਿ ਮੈਂ ਲਿਬਰ ਹੀ ਚੰਗੀ ਆ ਪਾਰਟੀ, ਕਿਉਂਕਿ ਉਹਨੇ ਜੌਬ ਕਰਨੀ, ਦਬਿਆ ਆ, ਉਹ ਜੌਬ ਉੱਥੇ ਕਰਨੀ ਆ, ਉਹ ਤਾਂ ਉਹਦੀ ਲੈਣੀ ਸਾਈਡ। ਹੁਣ ਲੇਬਰ ਪਾਰਟੀ ਦੀਆਂ ਪਾਲਿਸੀਆਂ ਕਰ ਰਹੀਆਂ, ਹਰ ਇੱਕ ਥਾਂ ਇਹਨੀ ਘੁਟਾਲਾ ਕੀਤਾ। ਇੱਥੇ ਹਸਪੀਟਲ ਦੀ ਜ਼ਮੀਨ ਵੇਚੀ, ਆ ਗੋਲਡਨ ਕੈਂਪਲ ਦੇ ਜ਼ਮਾਨੇ ਦੇ ਵਿੱਚ ਰੇਲ ਵੇਚੀ ਸੀ ਇਹਨੀ, ਜਿੱਦਾਂ ਕਹ ਲਓ ਉਹ ਰੇਲ ਹੀ ਵੇਚ ਦਿੱਤੀ। ਦੇਖ ਲਓ ਇਹਨਾਂ ਨੇ ਤਾਂ ਉਹਦੇ ਵਿੱਚ ਬਿਰਕ ਤਾਂ ਬਾਸੀ ਦਾ ਨਾਮ ਦਾ ਸੀ, ਬੜਾ ਮੀਡੀਆ ਦੇ ਬਤਾਇਆ ਸੀ। ਉਹ ਹੁਣ 99 ਸਾਲਾ ਜਿੱਦਾਂ ਕਹ ਲਓ ਦੇਤੀ ਸੀਗੀ CN ਨੂੰ। ਉਹ ਹੁਣ ਉਹ ਲੋਕ ਗੱਲਾਂ ਨਹੀਂ ਭੁੱਲ ਜਾਂਦੇ ਇਸ ਪਾਰਟੀ ਨੂੰ। ਤਾਂ ਇਸ ਕਰਕੇ ਆ ਜਿਹੜੀ NDP ਆ, ਇਹਦੀਆਂ ਕਾਫੀ ਲੋਕਾਂ ਨੂੰ ਸੁੱਖ ਸਹੂਲਤਾਂ ਹੁੰਦੀਆਂ। ਪਿੱਛੇ ਜੇ ਮੈਡੀਕਲ ਇਹਨੇ ਫ੍ਰੀ ਕੀਤਾ, ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਆਮ ਵਰਕਰ ਨੂੰ ਜਦੋਂ ਮਿਲਦੀਆਂ ਉਹਦੇ ਖਰਚੇ ਨਹੀਂ ਪੂਰੇ ਹੁੰਦੇ। ਜਿੱਦਾਂ $15 ਜਿਹੜੇ ਲੈਂਦਾ, ਉਹਦਾ $120 ਬਚ ਗਏ, ਤਾਂ ਉਹ 120 ਦੇ ਨਾਲ ਮਹੀਨੇ ਦੇ ਵਿੱਚ ਉਹਦੇ $120 ਦੇ ਨਾਲ ਕਈ ਕੁਛ ਹੀ ਹੋਰ ਕੰਮ ਕਰ ਸਕਦਾ। ਇੱਦਾਂ ਦੀਆਂ ਪਾਲਿਸੀਆਂ NDP ਹੋਰ ਬਣਾਉਣੀਆਂ ਚਾਹੀਦੀਆਂ। ਦੂਜਾ, ਇੱਕ ਵਾਰੀ ਮੋਹਨ ਸੋਤੇ ਨੇ ਬਹੁਤ ਵਧੀਆ ਕੰਮ ਕੀਤਾ ਸੀ, ਉਹ ਭੁੱਲਣਾ ਨਹੀਂ। ਬਾਕੀ ਸਾਡੇ ਲੀਡਰ ਜਿਹੜੇ ਸ਼ੱਕ ਨਹੀਂ ਜਾਂਦੇ ਆ, ਉੱਥੇ ਬਹਿੰਦੇ ਆ, ਇੱਥੇ ਕੁਛ ਗੱਲਾਂ ਹੋਰ ਕਰ ਦਿੰਦੇ, ਉੱਥੇ ਕੁਛ ਹੋਰ ਕਰ ਦਿੰਦੇ। ਇੱਕੋ ਹੀ ਲੀਡਰ ਸੀਗਾ ਜਿਹੜਾ ਇੰਨੇ ਬਜ਼ੁਰਗਾਂ ਦਾ ਜਿਹੜਾ ਬੱਸ ਪਾਸ ਲਈ ਫਿਰਦੇ ਨਾ ਬਜ਼ੁਰਗ, ਆਪਣੇ ਕਾਲਜ ਦੇ ਮੁੰਡਿਆਂ ਮੰਗ ਫਿਰਦੇ ਆ, ਤੇ ਇਹਨਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਬੱਸ ਪਾਸ ਦਾ ਕਿੱਦਾਂ ਉਹਨੇ ਕੀਤਾ ਸੀ। ਤਾਂ ਬਾਕੀ ਪਾਜਾਂ ਲਈ ਉਹਨੇ ਕਿੰਨਾ ਵਧੀਆ ਕੰਮ ਕੀਤਾ ਸੀਗਾ ਬੱਸਾਂ ਦੇ ਵਿੱਚ ਸਾਰੇ ਪਾਸੇ। ਉਹ ਇਸ ਕਰਕੇ ਕੁਛ ਲੀਡਰ ਸਾਡਿਆਂ ਨੂੰ ਸੋਚਣਾ ਚਾਹੀਦਾ ਹੁਣ ਬਈ ਇਹ ਜਿਹੜੇ ਪੰਜਾਬੀ ਖੜੇ ਕੀਤੇ ਆ ਵੀ ਆਪਣੇ ਕਮਿਊਨਿਟੀ ਬਾਰੇ ਵੀ ਸੋਚਣ, ਆਪਣੇ ਲੋਕਾਂ ਨੂੰ ਸੁੱਖ ਸਹੂਲਤ ਦੇਣ। ਇਸ ਕਰਕੇ ਮੈਂ ਤਾਂ ਕਹਿੰਦਾ ਵੀ ਵਰਕਰਾਂ ਲਈ ਤਾਂ NDP ਵਧੀਆ ਆ, ਤੇ NDP ਦਬਾਅ ਦੇ ਠੱਲੇ ਨਾ ਹੋਣ ਬਿਜ਼ਨਸਮੈਨ ਦੇ
ਵੀ ਕਿਸੇ ਦੇ ਵੀ ਭਾਵੇਂ ਛੋਟਾ ਬਿਜ਼ਨਸਮੈਨ ਆ, ਉਹ ਕਹਿੰਦਾ ਵੋਟਾਂ ਪਾਓ, ਆਪਣੀ ਮਰਜ਼ੀ ਕਰੋ ਵੋਟਾਂ ਤੇ। ਉਹਨਾਂ ਦੇ ਸਾਹਮਣੇ ਕਹਿ ਦਿਓ ਕੰਮ ਦੀ ਖਾਤਰ, ਬਾਕੀ ਵੋਟਾਂ ਤੁਸੀਂ ਜਿੱਥੇ ਦਿਲ ਕਰਦਾ ਉੱਥੇ ਪਾਓ। ਜਿਹੜਾ ਜੋਬਾਂ ਘੰਟਿਆਂ ਤੇ ਕੰਮ ਕਰਦੇ ਆ, 20 ਡਾਲੇ ਲੈਂਦੇ, ਉਹਨਾਂ ਨੂੰ ਤਾਂ NDP ਨੂੰ ਵੋਟ ਪਾਉਣੀ ਚਾਹੀਦੀ ਮੇਰੇ ਹਿਸਾਬ ਨਾਲ। ਉਹਨਾਂ ਲਈ ਪਾਰਟੀ ਉਹ ਠੀਕ ਆ ਜੀ। ਥੈਂਕ ਯੂ ਜੀ। ਸੋ ਹਰਬੰਸ ਸਿੰਘ ਜੀ ਕਾਲ ਕੱਟੀ ਗਈ ਸੀ। ਹਰਬੰਸ ਸਿੰਘ ਜੀ ਤੁਸੀਂ ਕੰਪਲੀਟ ਕਰੋ ਜੀ ਗੱਲ ਹੁਣ। ਜੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਜੀ ਸਤਿ ਸ੍ਰੀ ਅਕਾਲ ਬਾਈ ਜੀ। ਵਿੱਚ ਡਿਸਕਨੈਕਟ ਹੋ ਗਿਆ, ਪਤਾ ਨਹੀਂ ਕਿੱਦਾਂ ਫੋਨ ਜੀ। ਦੂਜਾ ਦੇਖੋ ਵੀ ਘਰਾਂ 'ਚ $1 ਬਿਲੀਅਨ ਦੇ ਸਾਡੇ ਸਮਾਰਟ ਮੀਟਰ ਲਾਏ ਵੀ ਉਸ ਤਰ੍ਹਾਂ ਜਿਵੇਂ ਇੰਡੀਆ ਦੀ ਪੁਲਿਸ ਲਾਉਂਦੀ ਹੁੰਦੀ। ਲੋਕਾਂ ਨੇ ਕੁੱਤੇ ਵੀ ਬੰਨੇ, 1-2 ਘਰਾਂ ਨੂੰ ਅੱਗ ਵੀ ਲੱਗ ਗਈ ਤੇ ਉਸ ਗੱਲ ਦੀ ਇੱਕ ਜਿਹੜੇ ਕਰਦੇ ਰਹੇ ਤੇ ਉਹਨਾਂ ਦਾ ਰਿਜ਼ੋਰਟ ਵੀ ਨਹੀਂ ਕਵਰ ਹੋਇਆ। ਤੇ ਇੰਨਾ ਧੱਕਾ ਲੋਕਾਂ ਨਾਲ ਮੇਰਾ ਖਿਆਲ ਇੰਡੀਆ ਵਾਂਗੂ ਹੀ ਲੱਗੇ ਵੀ ਦਮਾ ਦਮ। ਸਾਡੇ ਵੀ ਰਿਲੇਟਿਵ ਮੇਰੀ ਸਿਸਟਰ ਇਨ ਲਾ ਨੇ ਫੋਨ ਕੀਤਾ, ਬ੍ਰਦਰ ਦੀ ਵਾਈਫ ਨੇ, ਉਹ ਜਾਨੂ ਮੈਂ ਗਿਆ ਉੱਥੇ ਧੱਕੇ ਨਾਲ ਹੀ ਗੱਡੀ ਤੁਰੇ ਗਿਆ ਵੀ ਚਾਹੇ ਅਗਲੇ ਦੀ ਕਾਰ ਖੜੀ ਆ ਮੂਹਰੇ, ਚਾਹੇ ਕੁਝ ਖੜਾ, ਚਾਹੇ ਕੁਝ। ਮੈਂ ਹੈਰਾਨ ਹੋ ਗਿਆ। ਦੂਜਾ ਦੇਖੋ $5 ਤੋਂ $7 'ਚ ਸਾਡਾ 1 ਮਿਲੀਅਨ ਲੀਟਰ ਜਿਹੜਾ ਪਾਣੀ ਪੀਣ ਵਾਲਾ ਨੈਸਲੇ ਵਰਗੀਆਂ ਕੰਪਨੀਆਂ ਨੂੰ ਦੇ ਰਹੇ ਆ। ਅੱਗੇ ਲੋਕਾਂ ਨੇ ਰੌਲਾ ਵੀ ਪਾਇਆ ਵੀ ਫ੍ਰੀ ਕਿਉਂ ਦੇਈ ਜਾਂਦੇ ਹੋ। ਉਹ ਇੱਕ ਰੋਕਣ ਵਾਲਾ, ਕਿਉਂਕਿ ਉਧਰ ਕਾਰਪੋਰੇਸ਼ਨ ਦੀ ਇਹਨਾਂ ਨੇ ਹੈਲਪ ਕਰਨੀ, ਕਾਰਪੋਰੇਟ ਕੰਮ ਘਰਾਣਿਆਂ ਦੀ। ਸਾਡੇ ਘਰਾਂ 'ਚ ਜਿਹੜਾ ਅਸੀਂ ਥੋੜਾ ਪਾਣੀ ਯੂਜ਼ ਕਰਦੇ, ਮੀਟਰ ਲਾਏ ਹੋਏ ਆ। ਸਾਡਾ ਪਾਣੀ ਫ੍ਰੀ, ਸਾਡਾ ਪਾਣੀ ਉਹੀ ਪਾਣੀ ਬੋਤਲ 'ਚ ਪਾ ਕੇ ਸਾਨੂੰ $1 ਦੀ ਬੋਤਲ ਵੇਚੀ ਜਾਂਦੀ ਨੇ ਕੰਪਨੀ। ਬਿਲਕੁਲ ਠੀਕ ਹੈ। ਤੇ ਦੇਖੋ ਵੀ ਟੋਲ ਟੈਕਸ ਲਾ ਲਓ। ਪਹਿਲਾਂ ਦੇਖੋ ਵਡਾਂਗਾ ਇਹਨਾਂ ਨੇ ਕੀਤਾ ਜੀ, ਸਾਡਾ ਹਸਪੀਟਲਾਂ 'ਚ ਆਉਂਦਿਆਂ ਨੇ ਉਹ ਵਡਾਂਗਾ ਕੀਤਾ ਇਹਨਾਂ ਨੇ। ਲੋਕਾਂ ਦਾ ਪਾਪੂਲੇਸ਼ਨ ਵੱਧ ਰਹੀ ਹੈ, ਨਰਸਾਂ ਘੱਟ, ਜਿਹੜੇ ਕਲੀਨਅਪ ਦੇ ਲੋਕ ਕੰਮ ਕਰਦੇ ਉਹ ਵੀ ਪ੍ਰਾਈਵੇਟ ਕੰਟਰੈਕਟਰ ਉਹ ਵਿੱਚੋਂ ਪੈਸੇ ਬਣਾਉਣ ਲੱਗ ਗਏ ਜੀ। ਪਹਿਲਾਂ ਸਿੱਧਾ ਚੱਲਦਾ ਸੀ ਕੰਮ। ਹੋਰ ਕਿਤੇ ਦੇਖ ਲਓ ਵੀ ਆਹ ਦੂਜਾ ਵੱਡਾ ਸਾਡੇ ਨਾਲ ਸਾਰਿਆਂ ਨਾਲ ਵੱਡਾ ਧੋਖਾ ਕੀਤਾ ਜਿਹੜਾ ਬਜਟ ਬੈਲੈਂਸ ਦਿਖਾਇਆ। $1.5 ਬਿਲੀਅਨ ਕੱਢਿਆ ਇਹਨਾਂ ਨੇ ICPC 'ਚੋਂ। $1 ਬਿਲੀਅਨ ਦੀਆਂ ਵੇਚੀਆਂ ਪ੍ਰਾਪਰਟੀਆਂ। ਇਹ ਦੋ ਚੀਜ਼ਾਂ ਕੱਢ ਲਓ ਤੁਸੀਂ, $2.5 ਬਿਲੀਅਨ ਦਾ ਘਾਟਾ ਸੀਗਾ ਜੀ। ਦੇਖੋ ਇੰਡੀਆ ਪੰਜਾਬ ਹੈ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ। ਓਕੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹਰਬੰਸ ਸਿੰਘ ਜੀ। ਸੁਨੀਲ ਜੀ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਸਤਿ ਸ੍ਰੀ ਅਕਾਲ ਹਰਜੀਤ ਸਿੰਘ। ਸਤਿ ਸ੍ਰੀ ਅਕਾਲ ਵੀਰ ਜੀ। ਅੱਛਾ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਉਹ ਤਾਂ ਹੈਗੀ ਪਬਲਿਕ ਪਾਲਿਸੀ ਮੇਕਿੰਗ ਦੀ ਆ ਅਸਲ ਕਿ ਪਬਲਿਕ ਪਾਲਿਸੀ ਕਿਵੇਂ ਮੇਕ ਹੋਵੇ ਤੇ ਕਿਸ ਤਰੀਕੇ ਨਾਲ ਜਿਹੜੇ ਆਪਣੇ ਚੁਣੇ ਹੋਏ ਨੁਮਾਇੰਦੇ। ਮੈਂ ਇੱਕ ਗੱਲ ਪਹਿਲਾਂ ਕਹਿ ਦਿਆਂ, ਆਪਣੇ ਕੋਈ ਚੁਣੇ ਹੋਏ ਨੁਮਾਇੰਦੇ ਚੋਰ ਭ੍ਰਸ਼ਟ ਨਹੀਂ ਹੈਗੇ ਜਿਵੇਂ ਆਪਾਂ ਇੰਡੀਆ ਵਾਲੀ ਗੱਲਾਂ ਕਰਨੀਏ ਜੀ। ਮੈਂ ਨਹੀਂ ਅੱਜ ਤੱਕ ਦੇਖਿਆ ਕਿ ਕਿਸੇ ਇੱਥੇ MLA MP ਨੂੰ ਪਿਛਲੇ 28 ਸਾਲ ਤੋਂ ਜਾਂ ਵੀ ਬਹੁਤ ਜ਼ਿਆਦਾ ਉਹਦੇ ਘਰ ਬਣ ਗਏ ਹੋਣ ਜਾਂ ਕੋਈ ਹੋਣਗੇ, ਮੈਨੂੰ ਜੇ ਨੌਲੇਜ ਨਹੀਂ। ਪਰ ਮੈਂ ਇਹ ਕਹਿਣਾ, ਮੈਂ ਸਮਝਦਾ ਕਿ ਜਿਹੜੇ ਵੀ ਆਪਾਂ ਬੰਦੇ ਚੁਣਦੇ ਆ, ਆਪਾਂ ਆਪਣੇ ਆਸ-ਪਾਸ ਚੋਂ ਆਪਣੇ ਵਿੱਚੋਂ ਹੀ ਜਿਹੜੇ ਵਧੀਆ ਬੰਦੇ ਇਮਾਨਦਾਰ ਜਾਂ ਚੰਗੇ ਹੁੰਦੇ ਆ ਉਹਨਾਂ ਨੂੰ ਚੁਣਨ ਦੀ ਕੋਸ਼ਿਸ਼ ਕਰਦੇ ਆ। ਪਰ ਘਾਟ ਕਿੱਥੇ ਆ ਮੈਂ ਤੁਹਾਨੂੰ ਦੱਸ ਦਿੰਦਾ। ਤੁਸੀਂ ਗੱਲ ਚਲਾਈ ਆ, ਆਮ ਸਧਾਰਨ ਬੰਦੇ ਕੋਲ ਇੰਨਾ ਸਮਾਂ ਨਹੀਂ ਕਿ ਉਹ ਪਬਲਿਕ ਪਾਲਿਸੀ ਮੇਕਿੰਗ ਦਾ ਹਿੱਸਾ ਬਣ ਸਕੇ। ਫਿਰ ਹੋਵੇ ਕੀ, ਮੈਂ ਅੱਗੇ ਵੀ ਥੋੜੇ ਦਿਨ ਪਹਿਲਾਂ ਤੁਹਾਡੇ ਇਸੇ ਪ੍ਰੋਗਰਾਮ ਤੇ ਇੱਕ ਵਾਰੀ ਕਿਹਾ ਸੀ, ਸਧਾਰਨ ਬੰਦਿਆਂ ਨੂੰ ਆਪਣੇ ਬੱਚਿਆਂ ਨੂੰ ਜਿਹੜੇ ਕਾਲਜਾਂ ਸਕੂਲਾਂ 'ਚ ਪੜ੍ਹਦੇ ਆ ਉਹ 2 ਕੋਰਸ ਜ਼ਰੂਰ ਕਰਾਉਣ, ਚਾਹੇ ਡਾਕਟਰ ਇੰਜੀਨੀਅਰ ਜੋ ਕੁਝ ਮਰਜ਼ੀ ਬਣਾਉਣ, ਸਾਈਕੋਲੋਜਿਸਟ ਬਣ, ਜੋ ਮਰਜ਼ੀ ਬਣਾਉਣ, 2 ਕੋਰਸ ਜ਼ਰੂਰ ਕਰਾਉਣ, ਪੋਲੀਟੀਕਲ ਸਾਇੰਸ ਦਾ ਤੇ ਇਕਨੋਮਿਕਸ ਦਾ। ਪੋਲੀਟੀਕਲ ਸਾਇੰਸ ਦੇ ਜੇਕਰ ਤੁਹਾਨੂੰ ਜਾਣਕਾਰੀ ਹੋਊਗੀ ਸਰਕਾਰ ਕਿਵੇਂ ਕੰਮ ਕਰਦੀ ਆ, ਪਾਲਿਸੀ ਮੇਕਿੰਗ ਕੀ ਆ, ਬਜਟ ਕਿਵੇਂ ਬਣਦਾ ਆ, ਜਾਂ ਇਕਨੋਮਿਕਸ ਦੱਸਦੀ ਆ ਕਿ ਫਾਈਨੈਂਸ ਦੀ ਮੈਨੇਜਮੈਂਟ ਕਿਵੇਂ ਹੁੰਦੀ ਆ ਜਾਂ ਪਬਲਿਕ ਫਾਈਨੈਂਸ ਦੀ ਮੈਨੇਜਮੈਂਟ ਕਿਵੇਂ ਹੋਵੇ। ਜਦੋਂ ਦੀ ਜਾਣਕਾਰੀ ਨਹੀਂ, ਤੁਸੀਂ ਉਹਦੇ 'ਚ ਪਾਰਟੀਸਪੇਸ਼ਨ ਨਹੀਂ ਕਰ ਸਕਦੇ। ਹੁਣ ਮੈਂ ਤੁਹਾਨੂੰ ਉਹਦੀ ਇੱਕ ਛੋਟਾ ਜਿਹਾ ਤਰੀਕਾ, ਮੇਰੇ ਮੁਤਾਬਕ ਗਲਤ ਮੈਂ ਹੋ ਸਕਦਾ, ਛੋਟੀ ਮੇਰੀ ਕੋਲ ਅਕਲ ਆ ਬਈ, ਜੇਕਰ ਅਸੀਂ ਜਿਵੇਂ ਘਰ ਦਾ ਆਪਾਂ ਬਜਟ ਨਹੀਂ ਬਣਾਉਂਦੇ, ਇੱਦਾਂ ਹੀ ਜੇ ਕਮਿਊਨਿਟੀ ਲੈਵਲ ਤੇ ਡਿਸਕਸ਼ਨ ਹੋਣ, ਹਜੇ ਕਿ ਗੌਰਮੈਂਟ ਨੇ ਚਲਾਇਆ ਹੋਇਆ ਬਜਟ ਤੋਂ ਪਹਿਲਾਂ ਤੁਹਾਡੀ ਇਨਪੁਟ ਮੰਗਦੀ ਆ, ਪਰ ਉਹਦੇ 'ਚ ਲੋਕਾਂ ਦੀ ਇਨਪੁਟ ਬਹੁਤ ਹੀ ਘੱਟ ਹੁੰਦੀ ਆ, ਪਰ ਸਟੇਕ ਹੋਲਡਰਾਂ ਦੀ ਬਹੁਤ ਹੁੰਦੀ ਆ। ਸਟੇਕ ਹੋਲਡਰ ਮੀਨਸ ਜਿਹੜੇ ਕੋਈ ਵੱਡੇ ਅਦਾਰੇ ਜਾਂ ਵੱਡੇ ਬਿਜ਼ਨਸ, ਉਹਨਾਂ ਨੂੰ ਚਾਹੀਦਾ ਵੀ ਹੈ ਕਿਉਂਕਿ ਉਹਨਾਂ ਨੇ ਬਿਜ਼ਨਸ ਚਲਾਉਣਾ, ਪਰ ਜਿਹੜੇ ਆਮ ਪਾਰਟੀ ਨਾਗਰਿਕ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਉਹਦੇ ਵਿੱਚ ਇੱਕ ਹਿੱਸਾ ਬਣਨ, ਆਪਣੀ ਇਨਪੁਟ ਦੇਣ ਕਿ ਬਜਟ ਬਣੇ ਤੇ ਉਹਦੇ ਵਿੱਚ ਕੀ ਪ੍ਰੋਵੀਜ਼ਨ ਹੋਣ। ਇਸੇ ਤਰੀਕੇ ਦੇ ਨਾਲ ਹੀ ਬਈ ਜਿਹੜੇ ਆਪਣੇ ਚੁਣੇ ਹੋਏ ਨੁਮਾਇੰਦੇ ਆ ਕਿਵੇਂ ਕੰਮ ਕਰਨ, ਇਹਨਾਂ ਨੂੰ ਆਪਾਂ ਓਨੈਸਟ ਤੇ ਟਰਾਂਸਪੇਰੈਂਟ ਤੇ ਅਕਾਊਂਟੇਬਲ ਕਿਵੇਂ ਕਰਨਾ, ਉਹਦੇ ਵਾਸਤੇ ਸਾਨੂੰ ਖਿਆਲ ਰੱਖਣ ਦੀ ਲੋੜ ਆ। ਅੱਜ ਵੀ ਇਲੈਕਸ਼ਨਾਂ ਹੋ ਰਹੀਆਂ ਨੇ, ਮੈਂ ਅੱਗੇ ਕਹਿਣਾ ਵੀ
ਜਿਹੜੇ ਪਾਰਟੀਆਂ ਨੇ ਉਹ ਆਪਣਾ ਏਜੰਡਾ ਦਿੰਦੀਆਂ ਨੇ, ਚੋਣ ਮੈਨੀਫੈਸਟੋ ਦਿੰਦੇ ਨੇ, ਅਸੀਂ ਇਹ ਤੇ ਕੰਮ ਕਰਾਂਗੇ। ਮੈਂ ਅੱਗੇ ਕਹਿੰਦਾ ਵੀ ਕੋਈ ਸਿਟੀਜ਼ਨ ਮੈਨੀਫੈਸਟੋ ਵੀ ਨਾ ਬਣਾਓ ਨਾ, ਵੀ ਸਾਨੂੰ ਇਸ ਤੋਂ ਇਲਾਵਾ ਹੋਰ ਕੀ ਚਾਹੀਦਾ। ਜਿਵੇਂ ਹੁਣ ਇਸ ਤੋਂ ਪਹਿਲੇ ਪ੍ਰੋਗਰਾਮ 'ਚ ਤੁਸੀਂ ਦੱਸਿਆ ਸੀਗਾ ਕਿ ਇੱਕ ਬਣਾ ਰਹੇ ਆ ਇੱਥੇ ਪਬਲਿਕ ਰੈਕ ਸੈਂਟਰ, ਹੈ ਨਾ, ਇਹ ਡਿਮਾਂਡ ਸੀਗੀ। ਮੈਨੂੰ ਆਪ ਚੇਤੇ ਆ ਕਿ ਇੱਕ ਫੀਲਡ ਦੇ ਵਿੱਚ ਇਹ ਡਿਮਾਂਡ ਦੱਸੀ ਗਈ ਸੀਗੀ ਕਿ ਫੀਲਡ ਸਾਨੂੰ ਇੱਥੇ ਹੋਰ ਖੇਡਾਂ ਦੇ ਵਾਸਤੇ ਸਹੂਲਤਾਂ ਦੀ ਲੋੜ ਆ। ਡਿਮਾਂਡ ਸੀਗੀ, ਪ੍ਰੈਸ਼ਰ ਬਣਿਆ, ਚਲੋ ਉਹਨਾਂ ਨੇ ਕੰਮ ਵੀ ਕੀਤਾ ਤੇ ਹੋ ਗਿਆ। ਇਸੇ ਤਰੀਕੇ ਨਾਲ ਚਾਹੇ ਉਹ ਲੋਕਲ ਲੈਵਲ ਤੇ, ਚਾਹੇ ਪ੍ਰੋਵਿੰਸ਼ੀਅਲ ਲੈਵਲ ਤੇ, ਚਾਹੇ ਫੈਡਰਲ ਲੈਵਲ ਤੇ, ਇਹ ਸਾਨੂੰ ਕਰਨਾ ਹੀ ਪੈਣਾ। ਨਹੀਂ ਤਾਂ ਇਹ ਡਿਸਕਸ਼ਨ ਅੱਜ ਮੁੱਕ ਜਾਣੀਆਂ ਨੇ। ਤੁਸੀਂ ਦੇਖੋ ਥੋੜੀ ਦੇਰ ਬਾਅਦ ਇਹ ਨਹੀਂ ਤੁਹਾਡਾ ਕਸੂਰ ਕੋਈ ਨਹੀਂ, ਕਿਉਂਕਿ ਉਸ ਤੋਂ ਬਾਅਦ ਤੁਹਾਡੇ ਕੋਲ ਹੋਰ ਆ ਜਾਣੇ ਇਸ਼ੂ, ਪ੍ਰਾਇੋਰਟੀ ਹੋਰ ਆ ਜਾਣੀ, ਤੁਸੀਂ ਵੀ ਹੋਰ ਗੱਲ ਕਰਨ ਲੱਗ ਪੈਣੀਆਂ। ਆਮ ਬੰਦੇ ਨੇ ਫਿਰ 4 ਸਾਲ ਬਾਅਦ ਫਿਰ ਗੱਲ ਤਾਂ ਇਹ ਆ ਕਿ ਇਹ ਜਿੱਦਾਂ ਪੋਲੀਟਿਕਸ ਸਾਡਾ ਇੱਕ ਰੈਗੂਲਰ ਡੇ ਟੂ ਡੇ ਇੱਕ ਸਾਡਾ ਉਹਨਾਂ ਨਾਲ ਵਾਹ ਪੈਂਦਾ, ਤੇ ਜੇ ਡੇ ਟੂ ਡੇ ਵਾਹ ਪੈਂਦਾ ਉਹਨੂੰ ਅਸੀਂ ਪ੍ਰਾਇੋਰਟਾਈਜ਼ ਨਹੀਂ ਕਰਦੇ, ਉਹਨੂੰ ਅਸੀਂ ਆਪਣਾ ਕਿਵੇਂ ਉਹਨਾਂ ਦੇ ਕੋਲ ਪਹੁੰਚਾਉਣਾ ਆ, ਕਿਵੇਂ ਉਹਨਾਂ ਨੂੰ ਅਕਾਊਂਟੇਬਲ ਬਣਾਉਣਾ ਆ, ਕਿਵੇਂ ਪ੍ਰੈਸ਼ਰਾਈਜ਼ ਕਰਨਾ ਆ। ਜੇ ਸਾਨੂੰ ਇਹ ਸਕਿੱਲ ਨਹੀਂ ਅਕਵਾਇਰ ਕਰਦੇ ਜਾਂ ਇਹ ਤੇ ਕੰਮ ਨਹੀਂ ਕਰਦੇ ਤਾਂ ਅਸੀਂ ਇਹ 4 ਸਾਲ ਬਾਅਦ ਗੱਲਾਂ ਹੀ ਕਰਾਂਗੇ। ਤੁਸੀਂ ਆਪਣਾ ਰੋਲ ਅਦਾ ਕਰ ਦੇਣਾ, ਤੁਸੀਂ ਜਗਾਤਾ, ਪਰ ਅਸੀਂ ਆਪਣਾ ਰੋਲ ਵੀ ਦੇਖੀਏ ਨਾ, ਕਿੱਥੇ ਆਪਾਂ ਖੜੇ ਆ ਤੇ ਕੀ ਆਪਾਂ ਚਾਹੁੰਦੇ ਆ। ਧੰਨਵਾਦ ਜੀ। ਧੰਨਵਾਦ ਜੀ। ਸਰ ਰਣਜੀਤ ਸਿੰਘ ਜੀ, ਆਖਰੀ ਕਾਲਰ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਭਾਈ ਜੀ, ਮੈਂ ਟੌਪਿਕ ਤੇ ਕਾਊਂਟਰ ਕਰਦਾ ਵੀ ਇਹ ਹੈ ਵੀ ਜੇ ਹੁਣ ਕਿਸੇ ਗੌਰਮੈਂਟ, ਮੈਂ ਕਿਸੇ ਪਾਰਟੀ ਦੀ ਗੱਲ ਕਰਦਾ, ਜੇ NDP ਜਾਂ ਲਿਬਰਲ ਨੇ ਵੇਚੀਆਂ, ਬੜਾ ਉਹ ਬਾਅਦ 'ਚ ਇਹਨਾਂ ਡਿਵੈਲਪਰਾਂ ਨੇ ਡਿਵੈਲਪ ਕੀਤੀਆਂ ਵੀ ਆ ਪ੍ਰਾਪਰਟੀਆਂ ਬਹੁਤ ਜ਼ਿਆਦਾ। ਇੱਕ MB ਵਾਲਾ ਪ੍ਰੋਜੈਕਟ ਬਹੁਤ ਵੱਡਾ ਹੈ, ਬਾਅਦ 'ਚ ਇਹਨਾਂ ਦੇ ਗਾਂ ਐਮਪਲੋਇਮੈਂਟ ਕਿੰਨਾ ਕ੍ਰੀਏਟ ਹੋਇਆ। ਓਬਵੀਅਸਲੀ ਉਹਦੇ 'ਚ ਤਾਂ ਕੰਮ ਤਾਂ ਆਪਾਂ ਨੂੰ ਮਿਲਿਆ ਸਰ ਜੀ। ਮੈਂ ਇਹ ਕਹਿ ਰਿਹਾ ਵੀ ਸਾਡੀ ਜਿਹੜੀ ਇਹ ਪ੍ਰਾਪਰਟੀਆਂ ਨੇ ਲੋਕਾਂ ਦੀਆਂ, ਬ੍ਰਿਟਿਸ਼ ਕੋਲੰਬੀਅਨ ਦੀਆਂ, ਕੋਈ ਵੀ ਪਾਰਟੀ ਵੇਚਦੀ ਹੈ, ਉਹ ਮਤਲਬ ਆ ਹੁਣ ਤਾਂ ਗੱਲਾਂ ਦੋਨੇ ਪਾਰਟੀਆਂ ਕਰਦੀਆਂ। ਜਾਂ ਵਿਕਟੋਰੀਆ ਚਲੇ ਗਏ ਉਹਦੇ ਬਾਅਦ ਫਿਰ ਕਿਸੇ ਤੋਂ ਪੁੱਛ ਪ੍ਰਤੀਤ ਨਹੀਂ। ਗੱਲ ਮੈਂ ਇਹ ਕਰ ਰਿਹਾ ਵੀ ਵੋਟਰ ਅਵੇਅਰ ਰਹੇ ਆਲਵੇਜ਼, ਇਹ ਗੱਲ ਆ ਵਿੱਚ। ਨਹੀਂ, ਉਹ ਜ਼ਰੂਰੀ ਆ, ਬਾਕੀ ਤਾਂ ਬਾਅਦ 'ਚ ਆਉਣਾ। ਸਿਟੀ ਵਾਲੇ ਦੇ ਸਵਿਫਟ ਪਲਾਜ਼ਾ ਬਣਿਆ, ਉੱਤੇ ਕੀ ਆਉਣ ਇਹਨਾਂ ਦੀਆਂ ਜਾਂਦੀਆਂ ਪਾਰਟੀਆਂ ਵਗੈਰਾ, ਉਹਦਾ ਕੋਈ ਫਾਇਦਾ ਨਹੀਂਗਾ। ਉਹਦੀ ਥਾਂ ਕੋਈ ਟਾਵਰ ਹੋਰ ਕਿਸੇ ਚੀਜ਼ ਦਾ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਣਿਆ ਹੁੰਦਾ, ਉਹ ਆਪ ਹੁੰਦੀ ਉਸ ਚੀਜ਼ ਦਾ। ਬਿਲਕੁਲ ਵੀਰ ਜੀ, ਥੈਂਕ ਯੂ। ਅਖੀਰ 'ਚ ਇਹੀ ਕਹਿਣਾ ਚਾਹੁੰਦਾ ਹੈ ਕਿ ਵੋਟ ਦਾ ਹੱਕ ਜ਼ਰੂਰ ਵਰਤੋ। ਐਡਵਾਂਸ ਵੋਟਿੰਗ ਕੱਲ੍ਹ ਤੱਕ ਹੈ, ਤੇ ਨਾਲ ਉਹਨਾਂ ਤਾਂ ASAP ਕੰਟੇਨਰ ਵਾਲੇ ਜਾਣਦੇ ਨੇ ਤੇ ਵਰਕਰ ਇਹਨਾਂ ਦੇ ਕੋਲ ਨੇ। ਡੇ ਟੂ ਡੇ ਹੋਲਸੇਲ ਜਾ ਕੇ 78 ਤੇ 128 ਤੇ ਵੇਖਿਓ ਕਿ ਗਰੋਸਰੀ ਕਿਵੇਂ ਵਿਕਦੀ ਹੈ ਤੇ ਗਰੋਸਰੀ ਸਫਾਈ ਕੀ ਹੁੰਦੀ ਹੈ ਤੇ ਕੀਮਤਾਂ ਕੀ ਨੇ। day2daywholesale.c 604 503 8787। ਅਖੀਰ 'ਚ ਇਹੀ ਕਹਿਣਾ ਚਾਹੁੰਦਾ ਹੈ ਕਿ ਵੋਟ ਦਾ ਹੱਕ ਜ਼ਰੂਰ ਵਰਤੋ। ਐਡਵਾਂਸ ਵੋਟਿੰਗ ਕੱਲ੍ਹ ਤੱਕ ਹੈ, ਤੇ ਨਾਲ ਇਹਨਾਂ ਪੋਲੀਟੀਸ਼ੀਅਨਸ ਨੂੰ ਸਦਾ ਹੀ ਅਕਾਊਂਟੇਬਲ ਬਣਾ ਕੇ ਰੱਖੋ। ਤੁਹਾਡੀ ਇਹ ਗੱਲ ਸੁਣਦੇ ਰਹਿਣ। ਇਹ ਸੀ ਹਰਜੀਤ ਸਿੰਘ ਗਿੱਲ ਸ਼ੋਅ। ਕੱਲ੍ਹ ਨੂੰ ਦੁਬਾਰਾ 9 ਵਜੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਨਾ। ਧੰਨਵਾਦ ਬਹੁਤ ਬਹੁਤ।